ਸਤਿ ਸ਼੍ਰੀ ਅਕਾਲ। ਇੰਡੀਆ ਪਲੱਸ USA ਦੇਖ ਰਹੇ ਸਭ ਦਰਸ਼ਕਾਂ ਦਾ ਮੈਂ ਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ। ਅਕਾਲੀ ਦਲ ਨੇ ਕੇਜਰੀਵਾਲ ਦੇ RSS ਨਾਲ ਸਬੰਧਾਂ ਨੂੰ ਲੈ ਕੇ ਕੀਤੇ ਵੱਡੇ ਖੁਲਾਸੇ। CM ਚੰਨੀ ਦੇ ਅੰਦਾਜ਼ ਨੇ ਮੋਹ ਲਿਆ ਲੋਕਾਂ ਦਾ ਦਿਲ, ਸਟੇਜ ਤੋਂ ਉਤਰ ਕੇ ਭੀੜ 'ਚ ਪਾਇਆ ਭੰਗੜਾ। ਵਿੱਤ ਮੰਤਰੀ ਨੇ ਰਾਜ ਸਭਾ 'ਚ ਕਿਹਾ ਕਿ ਸਾਡੇ ਤੋਂ ਜ਼ਿਆਦਾ ਮਹਿੰਗਾਈ ਕਾਂਗਰਸ ਸਮੇਂ ਸੀ। ਪੰਜਾਬ ਦੇ ਮੈਦਾਨ 'ਚ ਸਰਗਰਮ ਹੋਏ ਸੁਨੀਲ ਜਾਖੜ, ਸੰਭਾਲਿਆ ਚੋਣ ਕਮਾਨ। ਹੋਬੀ ਧਾਲੀਵਾਲ ਤੇ ਮਾਹੀ ਗਿੱਲ ਤੋਂ ਬਾਅਦ BJP 'ਚ ਸ਼ਾਮਿਲ ਹੋਏ ਦੀ ਗ੍ਰੇਟ ਖਲੀ। ਸੁਖਬੀਰ ਬਾਦਲ ਦਾ ਵੱਡਾ ਐਲਾਨ, ਸਰਕਾਰ ਆਉਣ ਤੇ ਪ੍ਰਤੀ ਏਕੜ 50,000 ਹੋਵੇਗਾ ਬੀਮਾ। ਆਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਇਸ ਪਹਿਲੀ ਵੱਡੀ ਖਬਰ ਤੋਂ। ਅਕਾਲੀ ਦਲ ਨੇ ਕੇਜਰੀਵਾਲ ਦੇ RSS ਨਾਲ ਸਬੰਧਾਂ ਨੂੰ ਲੈ ਕੇ ਕੀਤੇ ਵੱਡੇ ਖੁਲਾਸੇ। ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਜੋ ਅੱਜ ਪੰਜਾਬ ਦੌਰੇ ਤੇ ਚੋਣ ਪ੍ਰਚਾਰ ਲਈ ਆ ਰਹੇ ਹਨ, ਨੂੰ ਉਹਨਾਂ ਦੇ ਪਤੀ ਦੇ RSS ਦੀ ਜਥੇਬੰਦੀ ਸਵਦੇਸ਼ੀ ਜਾਗਰਣ ਮੰਚ ਨਾਲ ਸਬੰਧਾਂ ਬਾਰੇ ਸਪਸ਼ਟ ਜਵਾਬ ਦੇਣ ਦੀ ਮੰਗ ਕੀਤੀ ਹੈ ਕਿ ਅਸੀਂ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਨਾਲ ਲੁਕ ਛੁਪ ਕੇ ਜੋ ਸਾਡੀ ਆਈਡੀਓਲੋਜੀ ਹੈ, ਜੋ ਸਾਡੀ ਵਿਚਾਰਧਾਰਾ ਹੈ, ਇਹਨੂੰ ਅੱਗੇ ਵਧਾ ਰਹੇ ਹਾਂ। ਇਹ ਗੋਵਿੰਦਾਚਾਰੀਆ ਜੀ ਦਾ ਬਿਆਨ ਹੈ RSS ਦੇ, ਕਿ ਉਹ ਕਹਿ ਰਹੇ ਨੇ ਕਿ ਅਸੀਂ ਕੇਜਰੀਵਾਲ ਜੀ ਨਾਲ ਲੁਕ ਛੁਪ ਕੇ, ਮਤਲਬ ਉਹ ਕਹਿ ਰਹੇ ਨੇ ਕਿ ਫਰਟਿਵਲੀ ਵਰਡ ਉਹਨਾਂ ਨੇ ਯੂਜ਼ ਕੀਤਾ, ਜਿਹਦਾ ਮਤਲਬ ਹੁੰਦਾ ਕਿ ਲੁਕ ਛੁਪ ਕੇ ਸਮਝ ਲਓ, ਅਸੀਂ ਆਪਣੀ ਵਿਚਾਰਧਾਰਾ ਨੂੰ ਅੱਗੇ ਵਧਾ ਰਹੇ ਹਾਂ। ਕੀ ਉਹ ਪੰਜਾਬੀਆਂ ਨੂੰ ਵਿਚਾਰਧਾਰਾ ਮਨਜ਼ੂਰ ਹੈ? ਸੁਨੀਤਾ ਜੀ ਇਸ ਗੱਲ ਦਾ ਜਵਾਬ ਲੈ ਕੇ ਆਣ ਕਿ ਕੀ ਗੋਵਿੰਦਾਚਾਰੀਆ ਜੀ ਨੇ ਗੱਲ ਜਿਹੜੀ ਕਹੀ ਹੈ ਉਹ ਠੀਕ ਹੈ। ਨੰਬਰ 2, ਕੀ RSS ਜਾਗਰਣ ਮੰਚ ਦੇ ਉੱਤੇ, ਸਵਦੇਸ਼ੀ ਜਾਗਰਣ ਮੰਚ ਦੇ ਉੱਤੇ ਕੇਜਰੀਵਾਲ ਜੀ ਬਤੌਰ ਉਹਨਾਂ ਦੇ ਮੈਂਬਰ ਹਿੱਸਾ ਲੈਂਦੇ ਰਹੇ ਹੈ ਕਿ ਨਹੀਂ ਲੈਂਦੇ ਰਹੇ? ਜੇ ਨਾ ਕਰਨਗੇ ਤਾਂ ਮੈਂ ਸਬੂਤ ਦਊਂਗਾ। ਔਰ ਤੀਜੀ ਗੱਲ, ਦਿੱਲੀ ਦੇ ਵਿੱਚ ਜਿਹੜੀ ਲਾਸਟ ਚੋਣ ਹੋਈ, ਉੱਥੇ ਇੱਕ ਸਵਦੇਸ਼ੀ ਜਾਗਰਣ ਮੰਚ ਦੇ ਉਮੀਦਵਾਰ, ਔਰ ਕੇਵਲ ਸਵਦੇਸ਼ੀ ਜਾਗਰਣ ਮੰਚ ਦੇ ਨਹੀਂ, ਉਹਨਾਂ ਦੇ ਨਾਲ ਜਿਹੜੇ ਬਜਰੰਗ ਦਲ ਦੇ ਮੈਂਬਰ, ਉਹਨਾਂ ਦਾ ਨਾਮ ਹੈ ਦੀਪਕ ਮਦਾਨ, ਛੋਟਾ ਨਾਮ ਹੈ ਦੀਪੂ। ਇਹ ਉਹਨਾਂ ਦੀ ਪੋਸਟਰ ਹੈ ਦਿੱਲੀ ਦੇ ਵਿੱਚ ਲੱਗਾ ਹੋਇਆ, ਜਿਹਦੇ ਵਿੱਚ ਇੱਕ ਪਾਸੇ ਤੁਸੀਂ ਦੇਖੋਗੇ ਮੋਦੀ ਜੀ ਦੀ ਫੋਟੋ ਹੈ, ਕਮਲ ਦਾ ਫੁੱਲ ਲੱਗਾ ਹੋਇਆ, ਇਹ ਦੇਖੋ, ਔਰ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਜੀ ਦਾ। ਇਹ ਉਹ ਸਮਾਂ ਹੈ ਜਦੋਂ ਲੋਕਾਂ ਨੂੰ ਇਹ ਦਿਖਾ ਰਹੇ ਸੀ ਕਿ ਮੈਂ ਤਾਂ ਮੋਦੀ ਜੀ ਕੇ ਖਿਲਾਫ ਚੁਣਾਵ ਲੜਨੇ ਜਾ ਰਹਾ ਹੂੰ। ਇਹ ਉਸ ਵੇਲੇ ਦੀ ਗੱਲ ਹੈ। और थल्ले इन्होंने लिखा है कि RSS की मुहिम के साथ जुड़ने के लिए केजरीवाल का साथ दें। ये मैं तुहानूं आज भेज भी दिना। तो सुनीता जी मैनूं ये दस्सण कि तुहाडे कैंडीडेट भी सांझे, तुहाडा स्वदेशी जागरण मंच भी सांझा। गोविंदाचारिया जी कह रहे कि असीं लुक छुप के अपनी आइडियोलॉजी जिहड़ी है RSS की, ਉਹਨੂੰ ਕੇਜਰੀਵਾਲ ਦੇ ਨਾਲ ਲੁਕ ਛੁਪ ਕੇ ਅੱਗੇ ਵਧਾ ਰਹੇ ਹਾਂ। ਔਰ ਉਸੇ ਸਵਦੇਸ਼ੀ ਜਾਗਰਣ ਮੰਚ ਦੀਆਂ ਸਟੇਜਾਂ ਉੱਤੇ ਜਾ ਕੇ ਅਰਵਿੰਦ ਕੇਜਰੀਵਾਲ ਜੀ ਸਪੀਚਾਂ ਦਿੰਦੇ ਰਹੇ ਨੇ, ਔਰ ਇਹ ਕਹਿੰਦੇ ਰਹੇ ਨੇ, ਮੈਂ ਉਹ ਸਪੀਚਾਂ ਵੀ ਸ਼ੇਅਰ ਕਰਾਂਗਾ, ਕਿ ਮੇਰੀ ਵਿਚਾਰਧਾਰਾ ਬਿਲਕੁਲ ਉਹੀ ਹੈ ਜੋ ਤੁਹਾਡੀ ਹੈ। ਹੁਣ ਤੁਸੀਂ ਸਮਝਦੇ ਹੋ RSS ਦੀ ਵਿਚਾਰਧਾਰਾ ਕੀ ਹੈ, ਕਿ ਹਿੰਦੂ ਰਾਸ਼ਟਰ। ਇਹਦੇ ਉੱਤੇ ਮੈਂ ਸੁਨੀਤਾ ਜੀ ਨੂੰ ਪੰਜਾਬ ਆਉਣ ਤੋਂ ਪਹਿਲਾਂ ਇਹ ਉਹਨਾਂ ਨੂੰ, ਵੈਸੇ ਤਾਂ ਉਹਨਾਂ ਨੂੰ ਵੈਲਕਮ ਕਰਦਾ, ਜੋ ਨਹੀਂ ਵੀ ਲੈ ਕੇ ਆਉਣਗੇ ਜਵਾਬ, ਮੈਂ ਤਾਂ ਵੀ ਵੈਲਕਮ ਕਰਦਾ। ਸਾਡੇ ਮਹਿਮਾਨ ਜੋ ਹਮਾਰਾ ਹੋਤਾ ਹੈ ਉਹ ਜਾਨ ਸੇ ਪਿਆਰਾ ਹੋਤਾ ਹੈ। ਲੇਕਿਨ ਪੰਜਾਬੀ ਦੀ ਕਹਾਵਤ ਇੱਕ ਹੋਰ ਵੀ ਹੈ ਕਿ ਜਿੰਨਾ ਚਿਰ ਮਹਿਮਾਨ ਮਹਿਮਾਨ ਰਹੇ, ਕਹਿੰਦੇ ਹੁੰਦੇ ਜੇ ਅੱਗ ਲੈਣ ਆਈ ਘਰ ਵਾਲੀ ਬਣਨਾ ਚਾਹੇ ਤਾਂ ਫਿਰ ਉਹਦੇ ਨਾਲ ਜੋ ਸਲੂਕ ਪੰਜਾਬੀ ਕਰਦੇ ਆ ਉਹ ਆਪਾਂ ਪਿਛਲੀ ਵਾਰੀ ਵੀ ਦੇਖ ਲਿਆ ਸੀਗਾ। ਅੱਗ ਮੰਗਣ ਆਈ ਹੁੰਦੀ ਨਾ ਕੋਈ, ਉਹ ਕਹਿੰਦੀ ਮੈਂ ਥੋੜ੍ਹੇ ਜਿਹੇ 4 ਕੋਲੇ ਦੇ ਦੇ, ਮੈਂ ਅੱਗ ਬਾਲਣੀ ਆਪਣੇ ਘਰ, ਤੇ ਹੌਲੀ ਹੌਲੀ ਉਹ ਘਰ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਹ ਪੰਜਾਬੀ ਦੀ ਕਹਾਵਤ ਹੈ ਬੜੀ ਪੁਰਾਣੀ। ਸੋ ਮੈਂ ਸੁਨੀਤਾ ਜੀ ਨੂੰ ਕਹਿੰਦਾ ਕਿ ਤੁਸੀਂ ਬਤੌਰ ਮਹਿਮਾਨ ਆਓ ਸਿਰ ਮੱਥੇ, ਔਰ ਤੁਹਾਡਾ ਬਤੌਰ ਮਹਿਮਾਨ, ਬਤੌਰ ਇੱਕ ਲੇਡੀ, ਔਰ ਬਤੌਰ ਤੁਸੀਂ ਜਿਹੜੀ ਤੁਹਾਡੀ ਜੋ ਵੀ ਤੁਹਾਡੀ ਵਿਚਾਰਧਾਰਾ ਹੈ, ਲੇਕਿਨ ਉਹ ਵਿਚਾਰਧਾਰਾ ਬਾਰੇ ਦੱਸੋ ਤਾਂ ਸਹੀ ਕੀ ਹੈ ਤੁਹਾਡਾ। ਤੁਸੀਂ ਦੇਖੋ, ਇੱਕ ਇੰਡੀਆ ਟੁਡੇ ਨੇ ਸਟੱਡੀ ਕੀਤੀ, ਸਟੱਡੀ ਵਿੱਚ ਉਹਨਾਂ ਨੇ ਕੀ ਕਿਹਾ ਕਿ 2022 ਦੇ ਵਿੱਚ ਮੋਦੀ ਜੀ ਦਾ ਨਾਂ ਕੇਜਰੀਵਾਲ ਨੇ ਇੱਕ ਵਾਰੀ ਵੀ ਨਹੀਂ ਲਿਆ।
2021 ਚ 8 ਵਾਰੀ ਲਿਆ, ਮੈਂ ਉਹ ਦੇ ਦਿੰਦਾ 8 ਵਾਰੀ ਲਿਆ, 7 ਵਾਰੀ ਮੋਦੀ ਜੀ ਦੀ ਤਾਰੀਫ ਕਰਨ ਲਈ ਲਿਆ। 2020 ਦੇ ਵਿੱਚ ਕੋਈ 41 ਵਾਰੀ ਲਿਆ, ਜਿਸ 'ਚ ਕਿ 40 ਵਾਰੀ ਮੋਦੀ ਜੀ ਦੇ ਖਿਲਾਫ ਲਿਆ। ਲੇਕਿਨ ਉਹ ਤੋਂ ਬਾਅਦ ਹੌਲੀ ਹੌਲੀ ਸਾਰਾ ਹੀ ਕੰਮ ਖਤਮ ਹੋ ਗਿਆ, ਕਿਉਂਕਿ ਉਹ ਤਾਂ ਲੋਕਾਂ ਨੂੰ ਧੋਖਾ ਦੇਣ ਵਾਸਤੇ ਹੋ ਰਿਹਾ ਸੀ ਸਾਰਾ। ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ RSS ਸਵਦੇਸ਼ੀ ਜਾਗਰਣ ਮੰਚ ਤੋਂ ਇਹਨਾਂ ਦੀ ਸ਼ੁਰੂਆਤ ਹੋਈ। ਮੈਂ ਪਹਿਲਾਂ ਵੀ ਦੱਸਿਆ ਸੀ ਵਿਵੇਕਾਨੰਦ ਇੰਸਟੀਚਿਊਟ 'ਚੋਂ ਇਹ ਉੱਭਰੇ ਸੀਗੇ। ਫਿਰ ਉਹ ਜਿਹੜੀ ਲਹਿਰ ਉੱਠੀ ਸੀਗੀ, ਜਿਹੜੀ ਲੋਕਪਾਲ ਦੇ ਨਾਂ 'ਤੇ ਉੱਠੀ ਸੀ, ਹੁਣ ਲੋਕਪਾਲ ਦਾ ਕੋਈ ਜ਼ਿਕਰ ਹੀ ਨਹੀਂ ਹੁੰਦਾ ਅੱਜ ਕੱਲ੍ਹ। ਸੋ ਮੈਂ ਸੁਨੀਤਾ ਜੀ ਨੂੰ ਇੱਕ ਤਾਂ ਇਹ ਸਵਾਲ ਨੇ ਮੇਰੇ ਵੀ ਆਪਣੇ ਪਤੀ ਦੇਵ ਦੇ ਇਹਨਾਂ ਲਿੰਕਸ ਬਾਰੇ, ਕਿ ਉਹਨਾਂ ਨੂੰ ਪਤਾ ਹੈ ਕਿ ਕਿਤੇ ਇਹਨਾਂ ਦਾ ਐਕਸਟਰਾ ਮੈਰੀਟਲ ਅਫੇਅਰ ਤਾਂ ਨਹੀਂ ਹੈ, ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਸੁਨੀਤਾ ਜੀ ਨੂੰ ਕਿ ਮੇਰਾ ਪਤੀ ਦੇਵ ਕਰ ਕੀ ਰਿਹਾ ਔਰ ਕਿਤੇ ਹੋਰ ਹੀ ਘੁੰਮ ਰਿਹਾ। ਤੇ ਹੋ ਸਕਦਾ ਸੁਨੀਤਾ ਜੀ ਦੀ ਜਿਹੜੀ ਸੋਚ ਹੈ ਉਹ ਕੋਈ ਹੋਰ ਹੋਵੇ, ਕਿ ਉਹਨਾਂ ਨੂੰ ਪਤਾ ਹੈ ਕਿ ਮੇਰਾ ਪਤੀ ਦੇਵ ਜਿਹੜੇ ਆ ਕਿੱਦਾਂ ਦੀ ਆਈਡੀਓਲੋਜੀ ਨਾਲ ਫਲਰਟ ਕਰ ਰਹੇ ਆ। ਤੇ ਜੇ ਤਾਂ ਐਕਸਟਰਾ ਮੈਰੀਟਲ ਫਲਰਟੇਸ਼ਨ ਹੈ, ਫਿਰ ਤਾਂ ਆਈ ਥਿੰਕ ਉਹਨਾਂ ਨੂੰ ਚਾਹੀਦਾ ਇੱਥੇ ਪੰਜਾਬ ਤੋਂ ਆਉਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਸਬੂਤ ਦੇ ਸਮੇਤ ਜਵਾਬ ਲੈ ਕੇ ਆਉਣ ਔਰ ਆ ਕੇ ਪੰਜਾਬੀ 'ਚ ਬੋਲਣ। ਇਹ ਮੇਰੀ ਬੇਨਤੀ ਹੈ ਉਹਨਾਂ ਨੂੰ, ਕਿਉਂਕਿ ਉਹਨਾਂ ਦੇ ਪਤੀ ਦੇਵ ਵੀ ਹੁਣ ਪੰਜਾਬੀ ਬੋਲ ਰਹੇ ਆ। ਉਹ ਪਤੀ ਦੇਵ ਦਾ ਤਾਂ ਕਹਿੰਦੇ ਹੁੰਦੇ ਆ ਪਰਮੇਸ਼ਰ ਵਾਲਾ ਥਾਂ ਹੁੰਦਾ, ਤੇ ਹੁਣ ਉਹ ਪੰਜਾਬੀ ਬੋਲਣ ਲਾਤੇ ਆਪਾਂ ਤਾਂ ਤੁਸੀਂ ਵੀ ਬੋਲੋ ਪਲੀਜ਼। ਰਾਘਵ ਚੱਡਾ ਜੀ ਵਰਗੇ ਹੁਣ ਜਿਹੜੇ ਪਹਿਲਾਂ ਤਾਂ ਸ਼ੋਅ ਕਰਦੇ ਸੀ ਮੈਨੂੰ ਪੰਜਾਬੀ ਆਉਂਦੀ ਨਹੀਂ, ਲੇਕਿਨ ਹੁਣ ਲੱਗ ਪਏ ਬੋਲਣ। ਸੋ ਇੱਕ ਤਾਂ ਮੇਰੇ ਸਵਾਲ ਨੇ, ਲੇਕਿਨ ਦੂਜੇ ਸਵਾਲ ਮੇਰੇ ਉਹੀ ਨੇ ਸੁਨੀਤਾ ਜੀ ਨੂੰ ਜਿਹੜੇ ਮੈਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਕਰਦਾ ਰਿਹਾ, ਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ 'ਤੇ ਝੂਠ ਕਿਉਂ ਬੋਲਿਆ? ਤੁਸੀਂ ਕਿਉਂ ਕਿਹਾ ਕਿ ਦਿੱਲੀ ਸਰਕਾਰ, ਇਹ ਪਤੀ ਦੇਵ ਨੂੰ ਪੁੱਛਣ ਆਪਣੇ ਨੂੰ, ਕਿ ਤੁਸੀਂ ਪੰਜਾਬੀਆਂ ਦੇ ਨਾਲ ਇਹ ਝੂਠ ਕਿਉਂ ਬੋਲਿਆ ਸੀ ਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਰੋਕਿਆ ਮੇਰੀ ਸਰਕਾਰ ਨੇ? ਨਹੀਂ, ਇਹ ਮੇਰੀ ਸਰਕਾਰ ਨਾਲ ਕੋਈ ਸੰਬੰਧ ਨਹੀਂ। ਔਰ ਦਿੱਲੀ ਦੇ ਸਕੂਲਾਂ ਵਿੱਚ ਤੁਸੀਂ ਪੰਜਾਬ ਆ ਰਹੇ ਹੋ ਸੁਨੀਤਾ ਜੀ, ਪੰਜਾਬੀ ਇਹ ਪੁੱਛਣਾ ਚਾਹੁੰਦੇ ਆ ਕਿ ਉਹਨਾਂ ਦੀ ਮਾਂ ਬੋਲੀ ਦੀ ਪੜ੍ਹਾਈ ਦਿੱਲੀ ਦੇ ਸਕੂਲਾਂ ਵਿੱਚ ਬੰਦ ਕਿਉਂ ਕਰਤੀ ਗਈ ਹੈ? ਔਰ ਕੇਜਰੀਵਾਲ ਜੀ ਦੀ ਸਰਕਾਰ ਨੇ ਕੀਤੀ ਹੈ। ਮੈਂ ਉਹਦੇ ਆਰਡਰ ਤੁਹਾਡੇ ਨਾਲ ਸਾਂਝੇ ਕਰ ਚੁੱਕਾ ਹਾਂ। ਔਰ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਜਿਹੜੀਆਂ ਮਾਰਸ਼ਲ ਸਪੋਰਟਸ ਨੇ, ਉਹਨਾਂ ਦੀਆਂ ਜਿਹੜੀਆਂ ਅਕੈਡਮੀਜ਼ ਨੇ ਉਹ ਸਪੋਰਟਸ ਦੀਆਂ, ਉਹ ਸਾਲ ਤੋਂ ਵੱਧ ਸਮਾਂ ਹੋ ਗਿਆ, ਬਲਕਿ ਉਸ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ, ਸਾਲ ਤੋਂ ਚਿੱਠੀਆਂ ਲਿਖ ਰਹੇ ਨੇ। ਉਹ ਤੋਂ ਪਹਿਲਾਂ ਮਿਲ ਕੇ ਕਰ ਰਹੇ ਸੀ ਕੋਸ਼ਿਸ਼ਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਜਿਹੜੀਆਂ ਮਾਰਸ਼ਲ ਸਪੋਰਟਸ ਨੇ ਉਹਨਾਂ ਨੂੰ ਦਿੱਲੀ ਵਿੱਚ ਕੋਟੇ ਦੇ ਲਈ ਮਾਨਤਾ ਦਿੱਤੀ ਜਾਵੇ, ਕਿਉਂਕਿ ਪੂਰੇ ਦੇਸ਼ ਦੀ ਸਰਕਾਰ ਨੇ ਦਿੱਤੀ ਹੋਈ ਹੈ, ਗਵਰਨਮੈਂਟ ਆਫ ਇੰਡੀਆ ਨੇ ਦਿੱਤੀ ਹੋਈ ਹੈ, ਪੰਜਾਬ ਸਰਕਾਰ ਨੇ ਦਿੱਤੀ ਹੋਈ ਹੈ, ਹਰਿਆਣਾ ਸਰਕਾਰ ਨੇ ਦਿੱਤੀ ਹੋਈ ਹੈ, ਰਾਜਸਥਾਨ ਸਰਕਾਰ ਨੇ ਦਿੱਤੀ ਹੋਈ ਹੈ, ਬੰਗਾਲ ਨੇ ਦਿੱਤੀ ਹੋਈ ਹੈ, ਮਹਾਰਾਸ਼ਟਰ ਨੇ ਦਿੱਤੀ ਹੋਈ ਹੈ, ਦਿੱਲੀ ਜਿੱਥੇ ਸਭ ਤੋਂ ਵੱਧ ਪੰਜਾਬੀ ਰਹਿੰਦੇ ਆ ਪੰਜਾਬ ਤੋਂ ਬਾਹਰ, ਉੱਥੇ ਮਾਰਸ਼ਲ ਸਪੋਰਟਸ ਦੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਜਿਹੜੀਆਂ ਮਾਰਸ਼ਲ ਸਪੋਰਟਸ ਆ ਉਹਨਾਂ ਨੂੰ ਮਾਨਤਾ ਦੇਣ ਤੋਂ ਨਾ ਕੀਤੀ ਜਾ ਰਹੀ ਹੈ ਲਗਾਤਾਰ। ਨਾ ਇਹਦੇ ਬਾਰੇ ਭਗਵੰਤ ਮਾਨ ਜੀ ਕੁਛ ਬੋਲਦੇ ਆ, ਜਿਹਨੂੰ ਪੰਜਾਬ ਦਾ ਪੁੱਤਰ ਦੱਸਦੇ ਆ। ਯਾਨੀ ਪੰਜਾਬ ਦਾ ਪੁੱਤਰ ਉਹ ਨਹੀਂ ਹੁੰਦਾ ਜਿਹੜਾ ਗੈਰਾਂ ਦੀਆਂ ਮੋਢਿਆਂ 'ਤੇ ਚੜ੍ਹ ਕੇ ਆਪਣਿਆਂ ਨਾਲ ਲੜੇ। ਭਗਵੰਤ ਮਾਨ ਜੀ ਆਪਣਿਆਂ ਨਾਲ ਖੜੇ ਹੋਵੋ। ਇਹਨਾਂ ਬਾਰੇ ਅੱਜ ਤੁਸੀਂ ਵੀ ਜਵਾਬ ਦਿਓ ਜਰਾ। ਤੁਹਾਡਾ ਸਵਦੇਸ਼ੀ ਜਾਗਰਣ ਮੰਚ ਨਾਲ ਭਗਵੰਤ ਮਾਨ ਜੀ ਕੀ ਸੰਬੰਧ ਹੈ? ਤੁਹਾਡੀ ਵਿਚਾਰਧਾਰਾ ਕੀ ਸਵਦੇਸ਼ੀ ਜਾਗਰਣ ਮੰਚ ਵਾਲੀ ਹੈ ਜਿਹੜੀ RSS ਦੀ ਹੈ? ਤੁਹਾਡੀ ਵਿਚਾਰਧਾਰਾ ਦਵਿੰਦਰਪਾਲ ਸਿੰਘ ਜੀ ਭੁੱਲਰ ਬਾਰੇ ਉਹੀ ਹੈ ਜਿਹੜੀ ਇਹਨਾਂ ਦੀ ਹੈ? ਤੁਸੀਂ ਪੰਜਾਬੀ ਦੀ ਬੋਲੀ ਦੀ ਪੜ੍ਹਾਈ ਸਕੂਲਾਂ ਦੇ ਵਿੱਚ ਦਿੱਲੀ ਵਿੱਚ ਬੰਦ ਕਰਨ ਦੇ ਹੱਕ 'ਚੋਂ ਇਹਨਾਂ ਗੱਲਾਂ ਦਾ ਜਵਾਬ ਕਿਉਂ ਨਹੀਂ ਦਿੰਦੇ? ਪੰਜਾਬੀ ਅਕੈਡਮੀ ਦਾ ਚੇਅਰਮੈਨ ਇੱਕ ਗੈਰ ਸਿੱਖ ਗੈਰ ਪੰਜਾਬੀ, ਜਿਹਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ, ਪੜ੍ਹਨੀ ਨਹੀਂ ਆਉਂਦੀ, ਲਿਖਣੀ ਨਹੀਂ ਆਉਂਦੀ, ਉਹਨੂੰ ਲਾਇਆ ਹੋਇਆ। ਇਹਦੇ ਬਾਰੇ ਭਗਵੰਤ ਮਾਨ ਜੀ ਤੁਹਾਡਾ ਕੀ ਖਿਆਲ ਹੈ? ਪਰ ਮੈਂ ਇਹ ਸਵਾਲ ਅਜੇ ਅੱਜ ਭਗਵੰਤ ਮਾਨ ਨੂੰ ਨਹੀਂ ਪੁੱਛ ਰਿਹਾ, ਅੱਜ ਮੈਂ ਸੁਨੀਤਾ ਜੀ ਨੂੰ ਪੁੱਛ ਰਿਹਾ ਕਿ ਇਹਨਾਂ ਸਾਰਿਆਂ ਵਿਸ਼ਿਆਂ ਉੱਤੇ ਤੁਸੀਂ ਪੰਜਾਬ ਆ ਰਹੇ ਹੋ ਜੀ ਸਦਕੇ। मैं जो शुरू से कहा कि मेहमान जो हमारा होता है वो जान से प्यारा होता है, लेकिन जिन्ना चਿਰ मेहमान रहे, जो घर ते कब्जा करना चाहे तो वो अंग्रेज़ों वाली गल करना चाहे कि जी तुसीं आह राजा भी अपना लिया, तुसीं वो राजा भी अपना लिया, हुण सानूं मौका दिओ, असीं भारत नूं इंग्लैंड वर्गा बना दांगे। तो वो जिद्दां दा बनाया सी आपां सारे जानदे, महाराजा रणजीत सिंह दा राज आपां गवा लिया सी उसे गल 'च, क्योंकि महाराजा रणजीत सिंह तो बाद जदों इत्थे रौला गौला जिहा पिया तो अंग्रेज़ों ने यही कहा कि आपस 'च ਤੁਸੀਂ ਆ ਵੀ ਦੇਖ ਲਿਆ, ਤੁਸੀਂ ਉਹ ਵੀ ਦੇਖ ਲਿਆ, ਹੁਣ ਸਾਨੂੰ ਮੌਕਾ ਦਿਓ, ਅਸੀਂ ਪੰਜਾਬ ਨੂੰ ਇੰਗਲੈਂਡ ਤੋਂ ਵਧੀਆ ਬਣਾ ਦਾਂਗੇ। ਉਹ ਕਿਵੇਂ ਬਣਾਇਆ? ਫਿਰ ਸ਼ਹੀਦ ਆਜ਼ਮ ਭਗਤ ਸਿੰਘ ਹੁਣਾਂ ਨੇ ਸਾਨੂੰ ਦੱਸਿਆ ਸੀ, ਕਰਤਾਰ ਸਿੰਘ ਸਰਾਭਾ ਨੇ, ਸਰ ਊਧਮ ਸਿੰਘ ਨੇ, ਲਾਲਾ ਲਾਜਪਤ ਰਾਏ ਜੀ ਨੇ, ਇੱਦਾਂ ਦੇ ਬੰਦਿਆਂ ਨੇ ਫਿਰ ਸਾਨੂੰ ਦੱਸਿਆ ਸੀ ਕਿ ਅੰਗਰੇਜ਼ਾਂ ਨੇ ਤੁਹਾਡੇ ਨਾਲ ਮੌਕੇ ਦੇ ਨਾਂ 'ਤੇ ਧੋਖਾ ਕੀਤਾ। ਤਾਂ ਮੈਂ ਪਹਿਲੇ ਦਿਨ ਇਹ ਗੱਲ ਕਹੀ ਸੀ ਨਾ ਕਿ ਦਿਓਗੇ ਕੇਜਰੀਵਾਲ ਨੂੰ ਮੌਕਾ ਅਤੇ ਖਾਓਗੇ ਉਹੀ ਧੋਖਾ ਜਿਹੜਾ ਕਿ ਅੰਨਾ ਹਜ਼ਾਰੇ ਜੀ ਨੇ ਖਾਧਾ ਸੀ, ਜਿਹੜਾ ਪ੍ਰਸ਼ਾਂਤ ਭੂਸ਼ਣ ਨੇ ਖਾਧਾ ਸੀ, ਜਿਹੜਾ ਕੁਮਾਰ ਵਿਸ਼ਵਾਸ ਨੇ ਖਾਧਾ ਸੀ, ਜਿਹੜਾ ਸੁੱਚਾ ਸਿੰਘ ਛੋਟੇਪੁਰ ਨੇ, ਫੂਲਕਾ ਸਾਹਿਬ ਨੇ, ਖਹਿਰਾ ਸਾਹਿਬ ਨੇ, ਹੋਰ ਸਾਰੇ ਪੰਜਾਬੀ ਜਿਹੜੇ ਜ਼ਲੀਲ ਹੋ ਚੁੱਕੇ ਨੇ। ਅਤੇ ਭਗਵੰਤ ਮਾਨ ਦੀ ਵੀ ਵਾਰੀ ਲਾਈਨ 'ਚ ਲੱਗੀ ਹੋਈ ਹੈ, ਹੁਣ ਨੈਕਸਟ ਵਾਰੀ ਭਗਵੰਤ ਮਾਨ ਦੀ ਹੈ।
ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਕਿ ਆਮ ਆਦਮੀ, ਮੈਂ ਤੁਹਾਨੂੰ ਪਤਾ ਮੈਂ ਰੋਜ਼ ਇਹ ਗੱਲ ਕਹਿ ਰਿਹਾ ਕਿ ਤੁਸੀਂ ਬਹੁਤ ਵੱਡੇ ਹੋ ਕੇਜਰੀਵਾਲ ਜੀ, ਤੁਸੀਂ ਮੁੱਖ ਮੰਤਰੀ ਹੋ, ਔਰ ਭਗਵੰਤ ਮਾਨ ਜੀ ਤੁਸੀਂ ਵੀ ਬਹੁਤ ਵੱਡੇ ਹੋ ਕਿਉਂਕਿ ਤੁਸੀਂ ਗੈਰਾਂ ਦੇ ਮੋਢਿਆਂ 'ਤੇ ਚੜ੍ਹੇ ਹੋਏ ਹੋ। ਆਪਣਿਆਂ ਦੇ ਖਿਲਾਫ, ਕਿਸਾਨਾਂ ਦੇ ਖਿਲਾਫ ਪਰਾਲੀ ਦੇ ਉੱਤੇ ਸੁਪਰੀਮ ਕੋਰਟ 'ਚ ਕੇਸ ਕੀਤਾ ਹੋਇਆ ਕੇਜਰੀਵਾਲ ਨੇ ਕਿ ਪੰਜਾਬ ਦੇ ਕਿਸਾਨਾਂ ਨੂੰ 1 ਕਰੋੜ ਰੁਪਈਆ ਜੁਰਮਾਨਾ ਹੋਣਾ ਚਾਹੀਦਾ ਇਕੱਲੇ ਕਿਸਾਨ ਨੂੰ ਜਿਹੜਾ ਪਰਾਲੀ ਸਾੜੇ। ਔਰ ਸੁਪਰੀਮ ਕੋਰਟ ਨੇ ਇਹਨਾਂ ਨੂੰ ਕਿਹਾ ਕਿ ਉਹ ਕਿਹੜਾ ਫਲਾਈਓਵਰ ਹੈ ਜਿਹੜਾ ਹਰਿਆਣੇ ਦੇ ਉੱਪਰੋਂ ਧੂਏ ਨੂੰ ਲੈ ਜਾਂਦਾ ਸਿੱਧਾ ਦਿੱਲੀ, ਤੇ ਹਰਿਆਣੇ 'ਚ ਕੋਈ ਪੋਲਿਊਸ਼ਨ ਨਹੀਂ ਹੁੰਦੀ, ਦਿੱਲੀ ਹੋ ਜਾਂਦੀ ਹੈ। ਇਹਦਾ ਜਵਾਬ ਵੀ ਤੁਸੀਂ ਸੁਨੀਤਾ ਜੀ ਲੈ ਕੇ ਆਓ ਕਿ ਤੁਹਾਡੇ ਪਤੀ ਦੇਵ ਨੇ ਪੰਜਾਬ ਦੇ ਕਿਸਾਨਾਂ ਦੇ ਵਿਰੁੱਧ ਇਹ ਕੇਸ ਕਿਉਂ ਦਰਜ ਕੀਤਾ ਹੋਇਆ ਔਰ ਪੰਜਾਬ 'ਚ ਇਲੈਕਸ਼ਨ ਹੋਣ ਦੇ ਬਾਵਜੂਦ ਵਾਪਸ ਨਹੀਂ ਹੋ ਰਿਹਾ। ਹੁਣ ਤਾਂ ਤੁਹਾਨੂੰ ਵੈਸੇ ਹੀ ਚਾਹੀਦਾ ਸੀ ਵਿੱਚ ਪੰਜਾਬੀਆਂ ਦੀ ਮਦਦ ਲੈਣੀ, ਤਾਂ ਪੰਜਾਬੀਆਂ ਦੀ ਗੱਲ ਤਾਂ ਕਰੋ, ਉਹ ਨਹੀਂ ਹੋ ਰਿਹਾ। ਤਾਂ ਸੁਨੀਤਾ ਜੀ ਤੁਸੀਂ ਇਹ ਵੀ ਦੱਸੋ ਕਿ ਤੁਹਾਡੇ ਪਤੀ ਦੇਵ ਜਿਹੜੇ ਨੇ ਉਹ ਪੰਜਾਬੀ ਕਿਸਾਨਾਂ ਦੇ ਨਾਲ ਇੰਨੀ ਨਫ਼ਰਤ ਕਿਉਂ ਕਰ ਰਹੇ ਨੇ ਕਿ ਇਹਨਾਂ ਦੇ ਉੱਤੇ ਸੁਪਰੀਮ ਕੋਰਟ 'ਚ ਕੇਸ ਕੀਤਾ ਜਦ ਕਿ ਸੁਪਰੀਮ ਕੋਰਟ ਝਿੜਕ ਚੁੱਕੀ ਹੈ ਇਹਨਾਂ ਨੂੰ, ਫਿਰ ਵੀ ਵਾਪਸ ਨਹੀਂ ਹੋ ਰਹੇ। ਔਰ ਜਿਹੜੀ ਅਗਲੀ ਗੱਲ ਹੈ ਕਿ ਜਿਹੜਾ ਇਹਨਾਂ ਦਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਤੁਹਾਨੂੰ ਕੱਲ੍ਹ ਮੈਂ ਗੱਲ ਕੀਤੀ ਸੀ, ਮੈਂ ਤੁਹਾਨੂੰ ਦਿਖਾਉਂਦਾ ਇਹ ਸੋ ਦੈਟ ਐਵਰੀਥਿੰਗ ਇਜ਼ ਔਨ ਰਿਕਾਰਡ ਕਿ ਜਿਹੜਾ ਉਬਰ ਔਰ ਓਲਾ ਕੰਪਨੀਜ਼ ਆ ਉਹਨਾਂ ਨੂੰ ਦਿੱਲੀ ਦੇ ਵਿੱਚ ਸਾਰੀ ਪ੍ਰਾਈਵੇਟ ਟਰਾਂਸਪੋਰਟੇਸ਼ਨ ਸੰਭਾਲ ਦਿੱਤੀ ਹੈ ਔਰ DTC ਦੀਆਂ ਬੱਸਾਂ ਨਹੀਂ ਲੈ ਰਹੇ। ਮੈਂ ਕੱਲ੍ਹ ਵੀ ਦੱਸੀ ਸੀ ਗੱਲ ਇਹ। ਇਹਦੇ ਨਾਲ ਨਾਲ ਮੈਂ ਕਿਸਾਨਾਂ ਨੂੰ ਵੀ, ਪੰਜਾਬ ਦੇ ਕਿਸਾਨਾਂ ਨੂੰ ਸੁਚੇਤ ਕਰਨਾ ਚਾਹੁੰਦਾ ਕਿ ਤੁਹਾਡੇ ਨਾਲ, ਦੇਖੋ ਕਿਸਾਨਾਂ ਨਾਲ ਕਦੇ ਕੋਈ ਨਹੀਂ ਖੜਾ ਹੋਇਆ। ਮੈਂ ਰਾਜੇਵਾਲ ਜੀ ਨੂੰ ਸਿੱਧਾ ਐਡਰੈਸ ਕਰ ਲੈਣਾ। ਰਾਜੇਵਾਲ ਸਾਹਿਬ ਨੇ ਤੁਹਾਨੂੰ ਯਾਦ ਹੋਵੇ ਤਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਲੱਡੂ ਖਵਾਏ ਸੀ, ਤੇ ਜਿਸ ਗੱਲ ਲਈ ਖਵਾਏ ਸੀ ਉਹ ਅਜੇ ਤੱਕ ਲਾਗੂ ਨਹੀਂ ਹੋਈ। ਠੀਕ ਗੱਲ ਹੈ ਨਾ। ਉਸ ਤੋਂ ਬਾਅਦ ਇਹ ਕੇਜਰੀਵਾਲ ਸਾਹਿਬ ਨੂੰ ਮਿਲੇ ਸੀ, ਬਲਕਿ ਉਹ ਤੋਂ ਬਾਅਦ ਚੰਨੀ ਸਾਹਿਬ ਨੂੰ ਮਿਲੇ ਸੀ। ਚੰਨੀ ਸਾਹਿਬ ਕੋਲ ਜਾ ਕੇ ਚਾਹ ਪੀ ਕੇ ਆਏ ਸੀਗੇ ਕਿ ਜੀ ਤੁਸੀਂ ਕਰੋਗੇ ਕਿਸਾਨਾਂ ਦਾ ਕੁਝ। ਚੰਨੀ ਸਾਹਿਬ ਨੇ ਕੁਛ ਨਹੀਂ ਕੀਤਾ, ਧੋਖਾ ਦਿੱਤਾ। ਅਮਰਿੰਦਰ ਸਿੰਘ ਨੇ ਪਹਿਲਾਂ ਧੋਖਾ ਦਿੱਤਾ, ਚੰਨੀ ਸਾਹਿਬ ਨੇ ਬਾਅਦ ਦਿੱਤਾ। ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਨਾਲ ਤਾਂ ਪਤਾ ਨਹੀਂ ਕਿੰਨੀਆਂ ਮੀਟਿੰਗਾਂ ਹੋ ਰਹੀਆਂ, ਮੁੱਖ ਮੰਤਰੀ ਹੀ ਬਣ ਗਏ। ਉਹ ਭੁੱਲ ਗਏ ਕਿ ਪਹਿਲਾਂ ਫੂਲਕਾ ਸਾਹਿਬ ਵੀ ਮੁੱਖ ਮੰਤਰੀ ਬਣਾਤੇ ਗਏ ਸੀਗੇ, ਖਹਿਰਾ ਸਾਹਿਬ ਵੀ ਬਣਾਤੇ ਗਏ ਸੀ, ਕੰਵਰ ਸੰਧੂ ਨੂੰ ਵੀ ਬਣਾਤਾ ਗਿਆ ਸੀ। ਬੜੇ ਬੰਦੇ ਮੁੱਖ ਮੰਤਰੀ ਬਣ ਚੁੱਕੇ ਨੇ ਆਮ ਆਦਮੀ ਪਾਰਟੀ ਵੱਲੋਂ। ਹੁਣ ਭਗਵੰਤ ਮਾਨ ਵੀ ਉਸੇ ਕਤਾਰ 'ਚ ਸ਼ਾਮਲ ਹੈ ਜਿਹੜੇ ਮੁੱਖ ਮੰਤਰੀ ਬਣ ਚੁੱਕੇ ਪੰਜਾਬ ਦੇ, ਉਹ ਐਕਸ ਹੋ ਚੁੱਕੇ ਸਾਰੇ। ਤਾਂ ਸੁਨੀਤਾ ਜੀ ਤੁਸੀਂ ਇਹ ਗੱਲਾਂ ਦੇ ਜਵਾਬ ਲੈ ਕੇ ਆਓ ਮੇਰੇ ਕੋਲੇ। ਤਾਂ ਮੈਂ ਪਰ ਪੰਜਾਬ ਦੇ ਕਿਸਾਨਾਂ ਨੂੰ ਵੀ ਕਹਿਣਾ ਕਿ ਤੁਸੀਂ ਵੀ ਪੁੱਛੋ ਕਿ ਤੁਹਾਡੇ ਖਿਲਾਫ ਕੇਸ ਕੀਤੇ ਹੋਏ ਨੇ। ਔਰ ਰਾਜੇਵਾਲ ਜੀ ਤੁਸੀਂ ਵੀ ਸੋਚੋ ਤੁਹਾਡੇ ਨਾਲ ਖੜਦਾ ਅਖੀਰ 'ਚ ਕੌਣ ਹੈ। ਤੁਸੀਂ ਸਾਡੇ ਖਿਲਾਫ ਵੀ ਚਲੇ ਜਾਓ, ਖੜਨਾ ਤੁਹਾਡੇ ਨਾਲ ਅਸੀਂ ਹੈ। ਬਾਹਾਂ ਆਪਣੀਆਂ ਹੀ ਹੁੰਦੀਆਂ ਜਿਹੜੀਆਂ ਆਪਣੇ ਗੱਲ ਨੂੰ ਆਉਂਦੀਆਂ ਹੁੰਦੀਆਂ, ਅਖੀਰ ਦੇ ਵਿੱਚ ਉਹੀ ਬਚਾਉਂਦੀਆਂ ਹੁੰਦੀਆਂ ਨੇ। ਤਾਂ ਇਹ ਸਾਰੇ ਸਵਾਲ ਜਿਹੜੇ ਨੇ ਉਹ ਮੈਂ ਸੁਨੀਤਾ ਜੀ ਨੂੰ ਕਹਿਣਾ ਕਿ ਪੰਜਾਬ ਦੇ ਵਿੱਚ ਆਉਣ ਤੋਂ ਪਹਿਲਾਂ ਇੱਕ ਤਾਂ ਸਭ ਤੋਂ ਵੱਡੀ ਬੇਨਤੀ ਮੇਰੀ ਇਹ ਹੈ ਕਿ ਇਹ ਤਾਂ ਨੰਗ ਜ਼ਾਹਰ ਹੋ ਚੁੱਕਾ ਹੁਣ ਕਿ ਤੁਹਾਨੂੰ ਪੰਜਾਬੀ ਆਉਂਦੀ ਹੈ ਸਾਰਿਆਂ ਨੂੰ, ਤੇ ਇੰਨੇ ਦਿਨ ਤੁਸੀਂ ਇਹ ਡਰਾਮੇ ਕਰਦੇ ਰਹੇ। ਹੁਣ ਜੋ ਪੰਜਾਬੀ ਬੋਲਣੀ ਸ਼ੁਰੂ ਕਰਤੀ ਸਾਡੇ ਰੋਜ਼ ਰੌਲਾ ਪਾਉਣ ਤੋਂ ਬਾਅਦ, ਐਂਡ ਥੈਂਕਸ ਟੂ ਯੂ ਮੀਡੀਆ, ਤੇ ਤੁਸੀਂ ਹੁਣ ਘੱਟੋ ਘੱਟ ਸੁਨੀਤਾ ਜੀ ਤੁਸੀਂ ਪਹਿਲੇ ਦਿਨ ਹੀ ਇਹ ਕੁੰਡ ਲਾ ਕੇ ਆਇਓ ਕਿ ਮੈਨੂੰ ਪੰਜਾਬੀ ਨਹੀਂ ਆਉਂਦੀ। ਪਹਿਲੇ ਦਿਨ ਹੀ ਜਿਹੜਾ ਮੂੰਹ ਦਿਖਾਈ ਦਾ ਸ਼ਗਨ ਹੁੰਦਾ ਅਸੀਂ ਦੇ ਦਾਂਗੇ। ਤਾਂ ਇਹ ਮੇਰੇ ਸਵਾਲ ਨੇ ਸੁਨੀਤਾ ਜੀ ਨੂੰ, ਔਰ ਮੇਰੀ ਅਪੀਲ ਹੈ ਕਿਸਾਨਾਂ ਨੂੰ, ਕਿਸਾਨ ਜਥੇਬੰਦੀਆਂ ਨੂੰ, ਖਾਸ ਤੌਰ 'ਤੇ ਰਾਜੇਵਾਲ ਜੀ ਨੂੰ, ਉਹਨਾਂ ਨਾਲ ਖੜੋ ਜਿਹੜੇ ਹਮੇਸ਼ਾ ਤੁਹਾਡੇ ਨਾਲ ਖੜਦੇ ਆਏ ਆ। ਇਸ ਜਿਹੜੀ ਇਹ ਗੱਲ ਹੈ ਨਾ ਕਿ ਸਾਰੇ ਅਜ਼ਮਾ ਲਏ, ਉਹ ਅਜ਼ਮਾ ਲਏ, ਤੁਸੀਂ ਦੇਖ ਲਏ ਕਿ ਲੱਡੂ ਵੀ ਖਾ ਲਏ, ਚਾਹਾਂ ਵੀ ਪੀ ਲਈਆਂ, ਔਰ ਧੋਖੇ ਵੀ ਖਾ ਲਏ ਕਿ ਮੁੱਖ ਮੰਤਰੀ ਦਾ ਚਿਹਰਾ ਬਣ ਲਏ, ਕੁਛ ਨਹੀਂ ਬਣਿਆ। ਮਾਣ ਸਤਿਕਾਰ ਤੁਹਾਨੂੰ ਆਪਣਿਆਂ ਨਹੀਂ ਦੇਣਾ ਅਖੀਰ ਦੇ ਵਿੱਚ। ਔਰ ਮੈਂ ਜਿਹੜੇ RSS ਵਾਲੇ ਸਵਾਲ ਨੇ, ਭੁੱਲਰ ਸਾਹਿਬ ਵਾਲੇ ਸਵਾਲ ਨੇ, ਪਾਣੀਆਂ ਬਾਰੇ ਸਵਾਲ ਨੇ, ਦਰਿਆਈ ਪਾਣੀਆਂ ਉੱਤੇ ਕੇਸ ਕੀਤਾ ਹੋਇਆ ਉਹਦੇ ਬਾਰੇ ਸੁਨੀਤਾ ਜੀ ਤੁਸੀਂ, ਕਿਉਂਕਿ ਜੇ ਤਾਂ ਘਰ ਬੈਠੇ ਹੁੰਦੇ ਫਿਰ ਮੈਂ ਸਵਾਲ ਨਹੀਂ ਕਰਦਾ, ਲੇਕਿਨ ਹੁਣ ਤੁਸੀਂ ਜਨਤਕ ਕੈਂਪੇਨ ਕਰਨ ਆ ਰਹੇ ਹੋ ਇੱਕ ਐਸੇ ਆਦਮੀ ਲਈ ਜਿਹੜਾ ਕਹਿੰਦਾ ਕਿ ਕਿਸੇ ਲੀਡਰ ਦਾ ਪਰਿਵਾਰ ਸਿਆਸਤ 'ਚ ਨਹੀਂ ਹੋਣਾ ਚਾਹੀਦਾ। ਉਹਦੀ ਆਪਣੀ ਵਾਈਫ ਇੱਥੇ ਕੈਂਪੇਨ ਕਰਨ ਆ ਰਹੀ ਹੈ, ਤਾਂ ਪਰਿਵਾਰਵਾਦ ਦਾ ਕੀ ਬਣਿਆ ਫਿਰ। ਤਾਂ ਇਹ ਸਾਰੇ ਸਵਾਲ ਮੇਰੇ ਸੁਨੀਤਾ ਜੀ ਨੂੰ ਪੂਰੀ ਨਿਮਰਤਾ ਨਾਲ ਹੈ। ਜੋ ਨਹੀਂ ਵੀ ਜਵਾਬ ਦੇਣਗੇ ਸ਼ੀ ਸਟਿਲ ਵੈਲਕਮ, ਅਸੀਂ ਉਹਨੂੰ ਅੱਖਾਂ ਵਿਛਾਵਾਂਗੇ ਉਹਨਾਂ ਦੇ ਰਸਤਿਆਂ ਦੇ ਵਿੱਚ, ਕਿਉਂਕਿ ਮਹਿਮਾਨ ਦੀ ਗੱਲ ਜਿਹੜੀ ਉਹ ਮਹਿਮਾਨ ਦੀ ਹੁੰਦੀ ਹੈ। ਥੈਂਕ ਯੂ ਵੈਰੀ ਮਚ। ਐਨੀ ਕੁਐਸਚਨਸ ਪਲੀਜ਼। ਜਿਹੜਾ ਤੁਸੀਂ ਦੱਸਿਆ ਕਿਆ ਸੀਗਾ ਬਿੱਲ ਵਾਲਾ ਦਿੱਲੀ ਦੇ ਵਿੱਚ ਲਾਗੂ ਹੈਗੇ, ਤੁਸੀਂ 24 ਘੰਟੇ ਦਾ ਟਾਈਮ ਦਿੱਤਾ ਸੀਗਾ, ਕੋਈ ਅਜੇ ਤੱਕ ਤਾਂ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ, ਲੇਕਿਨ ਮੈਨੂੰ ਇੱਕ ਮੈਸੇਜ ਆਇਆ ਪੱਤਰਕਾਰ ਦੇ ਥਰੂ
ਕਿ ਜੀ ਉਹ ਕੁਛ ਦੱਸਣਾ ਚਾਹੁੰਦੇ ਆ ਕਿ ਭਾਰਤੀ ਉਹ ਤਾਂ ਕਹਿੰਦੇ ਨਹੀਂ, ਉਹਦਾ ਸਬੂਤ ਉਹਨਾਂ ਕੋਲ ਹੈ ਨਹੀਂ ਕਿ ਲਾਗੂ ਨਹੀਂ ਕੀਤਾ, ਲਾਗੂ ਕੀਤਾ ਹੋਇਆ, ਉਹ ਤਾਂ ਮੁੱਕਰ ਨਹੀਂ ਸਕਦੇ। ਲੇਕਿਨ ਕੋਈ ਹੋਰ ਐਕਸਪਲੇਨੇਸ਼ਨ ਤਿਆਰ ਕਰ ਰਹੇ ਨੇ, ਕਹਿੰਦੇ ਵੀ ਅੱਜ ਸ਼ਾਮ ਤੱਕ ਰੁਕ ਜਾਓ, ਸ਼ਾਮ ਮੀਨਸ ਕਿ ਅੱਜ ਸਮਝ ਲਓ ਹੋਰ ਘੰਟਾ 2 ਘੰਟੇ, ਕਿ ਕੋਈ ਭਾਰਤੀ ਸੰਵਿਧਾਨ ਦੀ ਗੱਲ ਆ ਵੀ ਜੇ ਕੇਂਦਰ ਰੱਦ ਕਰਦਾ ਹੈ ਤਾਂ ਫਿਰ ਆਟੋਮੈਟਿਕਲੀ ਰੱਦ ਹੋ ਜਾਂਦੇ ਆ। ਇੱਦਾਂ ਨਹੀਂ ਹੁੰਦਾ, ਕਿਉਂਕਿ ਜਿਹੜਾ ਕਿਸਾਨਾਂ ਦਾ ਸਭ ਤੋਂ ਵੱਡੀ ਆਰਗੂਮੈਂਟ ਸੀ ਔਰ ਸਾਡੀ ਵੀ ਇਹੀ ਸੀ ਕਿ ਇਹ ਜਿਹੜੇ ਕਾਨੂੰਨ ਬਣਾਏ ਗਏ ਆ ਇਹ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਬਣਾਏ ਗਏ ਆ। ਇਹਦੇ ਉੱਤੇ ਸੁਪਰੀਮ ਕੋਰਟ ਕੇਸ ਵੀ ਹੈ ਔਰ ਪਲੱਸ ਉੱਤੋਂ ਇਹ ਹੈ ਕਿ ਪ੍ਰਾਈਮ ਮਿਨਿਸਟਰ ਸਾਹਿਬ ਇਜ਼ ਔਨ ਰਿਕਾਰਡ, ਮੋਦੀ ਸਾਹਿਬ ਰਿਕਾਰਡ ਦੇ ਉੱਤੇ ਗੱਲ ਕਹਿ ਚੁੱਕੇ ਨੇ ਕਿ ਅਸੀਂ ਸਾਰੇ ਰਾਜਾਂ ਨੂੰ ਅਧਿਕਾਰ ਦਿੰਦੇ ਹਾਂ ਕਿ ਉਹ ਜਿਹੜਾ ਚਾਹੇ ਲਾਗੂ ਕਰਦਾ, ਜਿਹੜਾ ਚਾਹੇ ਨਾ ਲਾਗੂ ਕਰੇ। ਉਹਨਾਂ ਨੇ ਤਾਂ ਵਾਪਸ ਲੈ ਲਿਆ, ਦਿੱਲੀ 'ਚ ਲਾਗੂ ਨੇ। ਦਿੱਲੀ ਦੇ ਵਿੱਚ ਉਹਨੂੰ ਰੱਦ ਕਰਨ ਦੇ ਲਈ ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ ਪਏਗਾ, ਵਿਧਾਨ ਸਭਾ ਦੇ ਸੈਸ਼ਨ 'ਚ ਇੱਕ ਰੈਜ਼ੋਲੂਸ਼ਨ ਪਾਸ ਕਰਨਾ ਪਏਗਾ, ਉੱਦਾਂ ਹੀ ਜਿਵੇਂ ਪਾਰਲੀਮੈਂਟ ਨੇ ਕੀਤਾ। ਉਹਨੂੰ ਫਿਰ ਉੱਥੋਂ ਦੇ ਲੈਫਟੀਨੈਂਟ ਗਵਰਨਰ ਜਿਹੜੇ ਨੇ ਉਹਨਾਂ ਵੱਲੋਂ ਪਾਸ ਕਰਨਾ ਪਏਗਾ। ਫਿਰ ਉਹਦੇ 'ਤੇ ਸਟੇਟ ਗਵਰਨਮੈਂਟ ਦੀ ਨੋਟੀਫਿਕੇਸ਼ਨ ਹੋਏਗੀ ਚੀਫ ਸੈਕਟਰੀ ਵੱਲੋਂ, ਤਾਂ ਉਹ ਵਿਡਰੋ ਗਿਣੇ ਜਾਣਗੇ। ਪਰ ਉਹ ਕਹਿੰਦੇ ਸ਼ਾਮ ਨੂੰ ਕੁਝ ਦੱਸਾਂਗੇ, ਅੱਜ ਮੈਂ ਵੇਟ ਕਰ ਲੈਣਾ। ਪਰ ਉਹ ਤਾਂ ਦੇਖੋ, ਉਹ ਤਾਂ ਸਾਰਾ ਕਲੀਅਰ ਹੈ, ਸਾਰੀ ਦੁਨੀਆ ਨੂੰ ਪਤਾ ਹੈ ਕਿ ਦਿੱਲੀ ਵਿੱਚ ਉਹ ਜਿਹੜਾ ਕਾਨੂੰਨ ਹੈ, 3 ਕਾਨੂੰਨ ਜਿਹੜੇ ਰੱਦ ਕੀਤੇ ਮੋਦੀ ਸਾਹਿਬ ਨੇ, ਜਿਹੜੇ ਉਹ ਕਿਸਾਨਾਂ ਦੇ ਦਬਾਅ ਦੇ ਹੇਠ ਕਰਨੇ ਪਏ ਸੀ ਅਖੀਰ ਦੇ ਵਿੱਚ, ਉਹਨਾਂ ਦਾ ਵਿੱਚੋਂ ਜਿਹੜਾ ਸਭ ਤੋਂ ਖਤਰਨਾਕ ਕਾਨੂੰਨ ਹੈ ਉਹ ਹੈਗਾ ਕਿ ਜਿਹੜਾ ਪ੍ਰਾਈਵੇਟ ਅਦਾਰੇ ਹੈ, ਕਾਰਪੋਰੇਟ ਹਾਊਸਿਸ ਜਿਹੜੇ ਅਦਾਨੀ ਅੰਬਾਨੀ ਵਗੈਰਾ ਸਾਰੇ, ਇਹ ਕਿਸਾਨਾਂ ਦੀ ਉਪਜ ਨੂੰ ਮੰਡੀਆਂ ਤੋਂ ਬਾਹਰ ਖਰੀਦ ਸਕਦੇ ਆ ਵਿਦਆਊਟ ਪੇਇੰਗ ਐਨੀ ਟੈਕਸ। ਉਹਨਾਂ ਮੰਡੀਆਂ ਆਪੇ ਕੋਲੈਪਸ ਹੋ ਜਾਣਗੀਆਂ। 2-4 ਸਾਲ ਤੁਹਾਨੂੰ ਕਿਸਾਨਾਂ ਨੂੰ 100-100 200 ਰੁਪਏ ਵੱਧ ਦੇ ਦਿਆ ਕਰਨਗੇ। ਉਸ ਤੋਂ ਬਾਅਦ ਮੰਡੀਆਂ ਖਤਮ ਹੋ ਜਾਣਗੀਆਂ, ਕਿਸਾਨ ਸਿੱਧੇ ਜਿਵੇਂ ਟੈਲੀਫੋਨ ਪਹਿਲਾਂ ਫਰੀ ਦਿੰਦੇ ਸੀਗੇ ਉੱਦਾਂ ਹੀ ਇਹ ਮਤਲਬ ਇੱਦਾਂ ਇਹ ਸੀਗਾ। ਉਹ ਦਿੱਲੀ ਇਕੱਲੀ ਸਟੇਟ ਆ ਹੁਣ ਇਸ ਵੇਲੇ ਜਿੱਥੇ ਉਹ ਕਾਨੂੰਨ ਲਾਗੂ ਹੈ ਔਰ ਅਰਵਿੰਦ ਕੇਜਰੀਵਾਲ ਜੀ ਉਹਦੇ ਬਾਰੇ ਬਿਲਕੁਲ ਨਹੀਂ ਬੋਲ ਰਹੇ। ਔਰ ਤੁਸੀਂ ਇੱਕ ਹੋਰ ਗੱਲ ਨੋਟ ਕੀਤੀ ਹੋਣੀ ਆ ਕਿ ਮੇਰੇ ਦਬਾਅ ਦੇ ਹੇਠ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਦਬਾਅ ਦੇ ਹੇਠ ਪੰਜਾਬੀ ਬੋਲਣੀ ਤਾਂ ਸ਼ੁਰੂ ਕਰਤੀ ਹੈ। ਇਹਦਾ ਮਤਲਬ ਪਤਾ ਤਾਂ ਹੈ ਅਸੀਂ ਗੱਲਾਂ ਕੀ ਕਰ ਰਹੇ ਹਾਂ, ਲੇਕਿਨ ਹੋਰ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਦੇ ਰਹੇ। ਨਾ ਹੀ ਮੇਰੀ ਬਾਰ-ਬਾਰ ਜਿਹੜੀ ਮੈਂ ਚੁਣੌਤੀ ਦੇ ਰਿਹਾ ਵੀ ਤੁਸੀਂ ਆਪ ਨਹੀਂ ਆਉਣਾ ਤਾਂ ਮੇਰੇ ਕੋਲ ਲੈਵਲ ਦਾ ਛੋਟਾ ਮੋਟਾ ਬੰਦਾ ਭੇਜ ਦਿਓ ਨਹੀਂ, ਮੈਂ ਆ ਜਾਣਾ, ਦੱਸੋ ਕਿੱਥੇ ਆਵਾਂ। ਤੁਸੀਂ ਇਹਨਾਂ ਇਸ਼ੂਜ਼ ਦੇ ਉੱਤੇ ਜਨਤਕ ਬਹਿਸ ਕਰ ਲਓ, ਲਾਈਵ ਟੈਲੀਵਿਜ਼ਨ 'ਤੇ ਕਰ ਲਓ। ਤੁਸੀਂ ਕਹਿ ਦਿਓ ਵੀ ਸ਼੍ਰੋਮਣੀ ਅਕਾਲੀ ਦਲ ਦੇ ਬੰਦੇ ਨੂੰ ਅਸੀਂ ਚੈਲੰਜ ਕਰਦੇ ਹਾਂ, ਰੋਜ਼ ਸਾਡੇ 'ਤੇ ਇਲਜ਼ਾਮ ਲਾਉਂਦਾ, ਤਾਂ ਫਿਰ ਮਜ਼ਾ ਆਏਗਾ ਗੱਲ ਦਾ। ਅੱਛਾ ਬੈਂਸ ਸਾਹਿਬ ਜੀ, ਮੋਦੀ ਜੀ ਨੇ ਕੱਲ ਇੰਟਰਵਿਊ ਦਿੱਤਾ, ਉਹ ਕਹਿ ਰਹੇ ਸੀ ਕਿ ਜਿਹੜਾ ਸਾਡਾ ਗੱਠਜੋੜ ਸੀ ਪੰਜਾਬ ਵਿੱਚ, ਉਹ ਪੰਜਾਬ ਦੀ ਖੁਸ਼ਹਾਲੀ ਲਈ ਸੀ, ਚਾਹੇ ਇਸ ਵਿੱਚ ਬੀਜੇਪੀ ਨੂੰ ਲਾਸ ਹੋਇਆ। ਮਤਲਬ ਇਨਡਾਇਰੈਕਟ ਵੇ ਨਾਲ ਇਹ ਹੋਇਆ ਕਿ ਤੁਹਾਡੇ ਨਾਲ ਰਹਿ ਕੇ ਉਹਨਾਂ ਦਾ ਲਾਸ ਹੀ ਹੋਇਆ। ਹਾਂ, ਲਾਸ ਉਹਨਾਂ ਦਾ ਇਹ ਹੋਇਆ ਕਿ ਜਦ ਤੱਕ ਸਾਡੇ ਨਾਲ ਗੱਠਜੋੜ ਨਹੀਂ ਸੀ, ਉਹਨਾਂ ਦੀਆਂ 4 ਤੋਂ ਵੱਧ ਸੀਟਾਂ ਪੰਜਾਬ 'ਚ ਕਦੇ ਨਹੀਂ ਸੀ ਆਈਆਂ। ਸਾਡੇ ਨਾਲ ਰਲ ਕੇ ਉਹਨਾਂ ਦੀਆਂ 19 ਸੀਟਾਂ ਆਈਆਂ ਸੀ ਔਰ ਸਾਨੂੰ ਕਈ ਵਾਰੀ ਬਹੁਤ ਬੰਦਿਆਂ ਨੂੰ ਨਾਰਾਜ਼ ਵੀ ਕਰਨਾ ਪੈਂਦਾ ਸੀਗਾ। ਲੇਕਿਨ ਉਸ ਵੇਲੇ 1997 ਦੇ ਵਿੱਚ ਆਪਾਂ ਨੂੰ ਯਾਦ ਹੋਵੇ, ਪੰਜਾਬ ਦੇ ਹਾਲਾਤ ਨੂੰ ਨੋਰਮਲਾਈਜ਼ ਕਰਨ ਦੀ ਲੋੜ ਸੀ, ਬਹੁਤ ਜ਼ਿਆਦਾ ਇੱਥੇ ਟੈਨਸ਼ਨ ਸੀਗੀ। ਔਰ ਉਸ ਵੇਲੇ ਅਕਾਲੀ ਭਾਜਪਾ ਗੱਠਜੋੜ ਜਿਹੜਾ ਹਿੰਦੂ ਸਿੱਖ ਯੂਨਿਟੀ ਦਾ ਇੱਕ ਸਿੰਬਲ ਬਣਿਆ ਸੀ ਤੇ ਉਸ ਵੇਲੇ ਉਹ ਠੀਕ ਸੀ। ਹਾਂ, ਜੇ ਮੋਦੀ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਨੁਕਸਾਨ ਹੋਇਆ ਤਾਂ ਫਿਰ ਮੈਂ ਸਮਝਦਾ ਮੋਦੀ ਸਾਹਿਬ ਬਹੁਤ ਸਿਆਣੇ ਨੇ ਤੇ ਉਹਨਾਂ ਦਾ ਆਪਣੀ ਪਾਰਟੀ ਵਿੱਚ ਬਹੁਤ ਦੇਰ ਦੀ ਚੱਲਦੀ ਹੈ ਤੇ ਉਹ ਬਹੁਤ ਪਹਿਲਾਂ ਫਿਰ ਉਹਨੂੰ ਤੋੜ ਦੇਣਾ। ਹੁਣ ਵੀ ਤਾਂ ਅਸੀਂ ਤੋੜਿਆ, ਇਹਨਾਂ ਨੇ ਥੋੜ੍ਹੇ ਤੋੜਿਆ। ਜੇ ਉਹਨਾਂ ਨੂੰ ਨੁਕਸਾਨ ਹੋ ਰਿਹਾ ਸੀ ਤੋੜ ਦਿੰਦੇ, ਫਿਰ ਕਿਉਂ ਤੋੜਿਆ, ਕਿਉਂ ਨਹੀਂ ਤੋੜਿਆ? ਅਖੀਰ ਵਿੱਚ ਤਾਂ ਅਸੀਂ ਛੱਡਿਆ ਨਾ, ਅਸਤੀਫਾ ਅਸੀਂ ਦਿੱਤਾ ਨਾ, ਅਲਾਇੰਸ ਅਸੀਂ ਛੱਡਿਆ ਨਾ, ਤੇ ਫਿਰ ਛੱਡ ਦਿੰਦੇ। ਉਹ ਤਾਂ ਦੇਖੋ ਦੁਨੀਆ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਖੜ੍ਹਨ ਜੋਗੀ ਨਹੀਂ ਹੈ, ਇਹ ਤਾਂ ਸਭ ਨੂੰ ਪਤਾ। ਮੋਦੀ ਸਾਹਿਬ ਕੋਈ ਭਰਮ ਰੱਖਣਾ ਚਾਹੁੰਦੇ ਆ ਤਾਂ ਚਲੋ, ਜੇ ਐਡੀ ਹੀ ਗੱਲ ਸੀ ਤੇ ਪਿਛਲੇ ਰਿਕਾਰਡ ਚੱਕ ਲੈਣ। ਵੱਧ ਤੋਂ ਵੱਧ ਮੈਂ 5 ਸੀਟਾਂ ਆਈਆਂ ਇਹਨਾਂ ਨੂੰ ਅਕਾਲੀ ਦਲ ਤੋਂ ਬਿਨਾਂ ਅੱਜ ਤੱਕ, ਪੂਰੇ ਇਤਿਹਾਸ 'ਚ 1947 ਤੋਂ ਲੈ ਕੇ ਅੱਜ ਤੱਕ। ਜੀ ਮੈਂ ਸਾਹਿਬ ਕੇਜਰੀਵਾਲ ਦੇ ਪਤਨੀ ਆ ਰਹੇ ਨੇ ਪ੍ਰਚਾਰ ਕਰਨ ਦੇ ਲਈ, ਇਹਨੂੰ ਔਨ ਕਰ ਲਓ ਪਲੀਜ਼। ਤੇ ਤੁਸੀਂ ਕਈ ਮੁੱਦੇ ਰੱਖੇ ਆ, 5-6 ਗੱਲਾਂ ਰੱਖੀਆਂ, ਉਹਨਾਂ ਦੇ ਵਿੱਚੋਂ ਜਿਹੜਾ ਭਾਸ਼ਾ ਨੂੰ ਲੈ ਕੇ ਤੁਸੀਂ ਗੱਲ ਕੀਤੀ ਹੈ ਕਿ ਵੀ ਉਹ ਪੰਜਾਬੀ ਦੇ ਵਿੱਚ ਗੱਲ ਕਰਨ। ਨਹੀਂ, ਭਾਜਪਾ ਨੂੰ ਨਹੀਂ, ਸੁਨੀਤਾ ਜੀ ਨੂੰ ਲੈ ਕੇ। ਸੁਨੀਤਾ, ਹਾਂਜੀ, ਉਹਨਾਂ ਦੀ ਪਤਨੀ ਨੂੰ ਲੈ ਕੇ ਗੱਲ ਰੱਖੀ ਆ ਕਿ ਵੀ ਉਹ ਹਿੰਦੀ ਦੇ ਵਿੱਚ ਨਾ ਗੱਲ ਕਰਨ, ਉਹ ਪੰਜਾਬੀ ਦੇ ਵਿੱਚ ਗੱਲ ਕਰਨ। ਨਹੀਂ, ਜੇ ਉਹਨਾਂ ਨੂੰ ਪੰਜਾਬੀ ਆਉਂਦੀ ਹੈ ਉਹ ਤਾਂ ਆਉਂਦੀ ਹੈ, ਸਾਫ਼ ਹੋ ਗਿਆ। ਹਾਂ, ਦੇਖੋ ਮੈਂ ਕਹਿੰਦਾ ਇਹ ਗੱਲ ਕਿ ਤੁਸੀਂ ਸਰਦਾਰ ਸਾਹਿਬ, ਤੁਸੀਂ ਜੇ ਤਾਮਿਲਨਾਡੂ ਜਾ ਕੇ ਕਹੋ ਕਿ ਵੋਟ ਮੈਨੂੰ ਇੱਕ ਮੌਕਾ ਦਿਓ, ਤੁਸੀਂ ਇੱਕ ਵਾਰੀ ਕਹਿ ਕੇ ਦੇਖ ਲਿਓ, ਦੂਜੀ ਵਾਰੀ ਤੁਸੀਂ ਤਾਮਿਲਨਾਡੂ 'ਚ ਅੰਦਰ ਐਂਟਰ ਨਹੀਂ ਕਰ ਪਾਓਗੇ। ਉਹ ਕਹਿਣਗੇ ਤੂੰ ਕਿੱਥੋਂ ਆ ਗਿਆ, ਤੁਸੀਂ ਸਾਡੇ ਬੰਦੇ ਨਹੀਂ, ਸਾਡੇ ਨਾਲ ਜੰਮੇ ਪਲੇ ਨਹੀਂ, ਸਾਡੇ ਰਹਿਣੇ ਵਾਲੇ ਨਹੀਂ, ਸਾਡੀ ਬੋਲੀ ਨਹੀਂ ਤੁਹਾਨੂੰ ਆਉਂਦੀ, ਤੇ ਤੁਸੀਂ ਸਾਡੇ ਤੋਂ ਮੌਕਾ ਕਿੱਦਾਂ ਮੰਗ ਰਹੇ ਹੋ?
ਤੁਸੀਂ ਜਿਹੜੇ 5-6 ਮੁੱਦੇ ਰੱਖੇ ਆ, ਤੁਸੀਂ ਕਹਿ ਰਹੇ ਹੋ ਕਿ ਵੀ ਉਹਨਾਂ ਤੇ ਉਹ ਆਪਣਾ ਪ੍ਰਤੀਕਰਮ ਦੇਣ, ਕੀ ਉਹ ਉਹਨਾਂ ਦਾ ਸਟੈਂਡ ਹੈ। ਨਾਲ ਹੀ ਤੁਸੀਂ ਭਾਸ਼ਾ ਦੀ ਵੀ ਗੱਲ ਕੀਤੀ ਹੈ ਕਿ ਵੀ ਉਹ ਪੰਜਾਬੀ ਦੇ ਵਿੱਚ ਗੱਲ ਕਰਨ, ਜੇਕਰ ਉਹਨਾਂ ਨੂੰ ਪੰਜਾਬੀ ਆਉਂਦੀ ਹੈ। ਤੁਸੀਂ ਕਹਿ ਰਹੇ ਕਿ ਉਹਨਾਂ ਨੂੰ ਪੰਜਾਬੀ ਆਉਂਦੀ ਹੈ। ਨਹੀਂ ਮੈਂ ਨਹੀਂ, ਉਹ ਤਾਂ ਸਾਬਤ ਹੋ ਗਿਆ ਨਾ। ਮੁੱਦਾ ਹੀ ਸਮਝੀਏ, ਸੌਰੀ, ਇਹ ਮੁੱਦਾ ਹੀ ਸਮਝੀਏ ਵੀ ਸ਼੍ਰੋਮਣੀ ਅਕਾਲੀ ਦਲ ਦਾ ਕਿ ਉਹ ਮੰਗ ਕਰਦੀ ਹੈ ਕਿ ਪਈ ਹੈ ਕਿ ਵੀ ਸੁਨੀਤਾ ਜੀ ਜਦੋਂ ਆਉਂਦੇ ਨੇ ਉਹ ਪੰਜਾਬੀ ਦੇ ਵਿੱਚ ਹੀ ਭਾਸ਼ਣ। ਜਿਹੜਾ ਬੰਦਾ ਵੀ ਪੰਜਾਬੀਆਂ ਤੋਂ ਆਪਣੀ ਪੰਜਾਬ ਦੇ ਉੱਤੇ ਰਾਜ ਭਾਗ ਦੀ ਮੰਗ ਕਰਦਾ, ਉਹਨੂੰ ਪੰਜਾਬੀ ਬੋਲਣੀ ਚਾਹੀਦੀ ਹੈ, ਚਾਹੇ ਉਹ ਭਾਜਪਾ ਦਾ ਹੋਵੇ, ਚਾਹੇ ਉਹ ਕਿਸੇ ਪਾਰਟੀ ਦਾ ਵੀ ਹੋਵੇ। ਠੀਕ ਜੀ। ਤੇ ਮਾਇਆਵਤੀ ਆਉਂਦੇ ਨੇ, ਉਹਨਾਂ ਦਾ ਸਾਰਾ ਹੀ ਭਾਸ਼ਣ ਹਿੰਦੀ ਦੇ। ਮਾਇਆਵਤੀ ਜੀ ਜਿਹੜੇ ਨੇ, ਉਹਨਾਂ ਨੇ ਪੰਜਾਬ ਦੇ ਰਾਜ ਭਾਗ ਦੇ ਵਿੱਚ ਕਦੇ ਹਿੱਸਾ ਨਹੀਂ ਮੰਗਿਆ। ਮਤਲਬ ਰਾਜ ਭਾਗ ਦੇ ਉੱਤੇ ਵੀ ਜੀ ਸਾਨੂੰ ਮੌਕਾ ਦਿਓ, ਇੱਦਾਂ ਕਦੇ ਨਹੀਂ ਕਿਹਾ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਲ ਕੇ ਅਸੀਂ ਕਰਾਂਗੇ। ਉਹ ਤਾਂ ਸਾਡੇ ਨਾਲ TMC ਆ ਜਾਏ, ਅਸੀਂ ਜੇ ਉਸ ਵੇਲੇ ਦੇ ਜਿਸ ਹਾਲਾਤ ਹੋਣਗੇ, ਅਸੀਂ ਇਸ ਕਰਕੇ ਥੋੜ੍ਹੇ ਮਨਾ ਕਰ ਦਾਂਗੇ ਕਿ ਬੰਗਾਲੀ ਹੈ। ਹਾਂ, ਲੇਕਿਨ ਜੇ ਉਹ ਪੰਜਾਬੀਆਂ ਨੂੰ ਸਿੱਧਾ ਕਹਿਣਗੇ ਫਿਰ ਸਾਨੂੰ ਮੌਕਾ ਦਿਓ, ਅਸੀਂ ਪੰਜਾਬੀ ਕਿਸੇ ਨੂੰ ਨਾਲ ਨਹੀਂ ਰੱਖਣਾ, ਸਾਨੂੰ ਸਿੱਧਾ ਮੌਕਾ ਦਿਓ, ਫਿਰ ਅਸੀਂ ਕਹਾਂਗੇ ਕਿ ਤੁਸੀਂ ਘੱਟੋ ਘੱਟ ਪੰਜਾਬੀ ਤਾਂ ਬੋਲੋ। ਅੱਛਾ, ਮੋਦੀ ਜੀ ਕਹਿ ਰਹੇ ਸੀ ਕਿ ਮੈਂ ਕਿਸਾਨਾਂ ਦਾ ਦਿਲ ਜਿੱਤਣ ਲਈ ਨਿਕਲਿਆ ਹਾਂ, ਅਸੀਂ ਜੋ ਕੁਝ ਵੀ ਕਰ ਸਕਦੇ ਹੋਏ ਅਸੀਂ ਕੀਤਾ, ਕਾਨੂੰਨਾਂ ਤੇ ਗੱਲਬਾਤ ਨਹੀਂ ਬਣੀ, ਅਸੀਂ ਵਾਪਸ ਲੈ ਲਏ। ਕੁੱਲ ਮਿਲਾ ਕੇ ਉਹਨਾਂ ਨੇ ਬਿਲਕੁਲ ਕਿਸਾਨ ਹਿਤੈਸ਼ੀ ਹੋਣ ਦਾ ਹਵਾਲਾ ਦਿੱਤਾ। ਮੈਨੂੰ ਉਹਨਾਂ ਦਾ ਇੱਕ ਬਿਆਨ ਬੜਾ ਇੰਟਰਸਟਿੰਗ ਲੱਗਾ, ਟੈਲੀਵਿਜ਼ਨ 'ਤੇ ਆ ਰਿਹਾ ਸੀਗਾ। ਉਹ ਕਹਿੰਦੇ ਕਿ ਕਿਸਾਨਾਂ ਦੇ ਹਿੱਤਾਂ ਵਿੱਚ ਅਸੀਂ ਬਿੱਲ ਪਾਸ ਕੀਤੇ ਸੀ, ਦੇਸ਼ ਦੇ ਹਿੱਤ ਵਿੱਚ ਵਾਪਸ ਲੈ ਲਏ। ਇਹਦਾ ਮਤਲਬ ਕਿਸਾਨਾਂ ਦਾ ਹਿੱਤ ਤੇ ਦੇਸ਼ ਦੇ ਹਿੱਤ ਅਲੱਗ-ਅਲੱਗ ਸੀਗੇ। ਮਤਲਬ ਕਿਸਾਨ ਦੇ ਹਿੱਤਾਂ ਤੁਸੀਂ ਪਾਸ ਕੀਤੇ ਸੀਗੇ ਤਾਂ ਫਿਰ ਦੇਸ਼ ਦਾ ਹਿੱਤ ਖਰਾਬ ਹੋ ਰਿਹਾ ਸੀ। ਇਹਦਾ ਮਤਲਬ ਕਿਸਾਨ ਹਿੱਤ ਜਿਹੜੇ ਨੇ ਉਹ ਐਂਟੀ ਨੈਸ਼ਨਲ ਹੋ ਗਏ। ਅਮਨ ਸਿੱਧਾ ਇਹਦਾ ਮੈਨਾਂ ਤਾਂ ਇੱਕੋ ਹੀ ਬਣਦਾ ਕਿ ਦੇਸ਼ ਦੇ ਹਿੱਤ 'ਚ ਵਾਪਸ ਲੈ ਲਏ, ਕਿਸਾਨਾਂ ਦੇ ਹਿੱਤ 'ਚ ਜਾਰੀ ਕੀਤੇ ਸੀ। ਇਹਦਾ ਮਤਲਬ ਇਹ ਹਿੱਤ ਕਿਸਾਨਾਂ ਦੇ ਤੇ ਦੇਸ਼ ਦੇ ਸਾਂਝੇ ਨਹੀਂ ਗੇ। ਇਹ ਮੁਲਕ ਤਾਂ 70% ਕਿਸਾਨਾਂ ਦਾ ਹੈ। ਇੱਥੇ ਸਭ ਤੋਂ ਵੱਡਾ ਨਾਅਰਾ ਤਾਂ ਜੈ ਜਵਾਨ ਜੈ ਕਿਸਾਨ ਦਾ ਹੈ। ਤਾਂ ਇਹ ਗੱਲ ਕੀ ਹੋਈ ਕਿ ਜਿਹੜੀ ਚੀਜ਼ ਕਿਸਾਨਾਂ ਦੇ ਹਿੱਤ ਸੀ ਉਹ ਦੇਸ਼ ਦੇ ਹਿੱਤ 'ਚ ਨਹੀਂ ਹੈ, ਜਾਂ ਦੇਸ਼ ਦੇ ਹਿੱਤ 'ਚ ਕਿਸਾਨਾਂ ਦੇ ਹਿੱਤ 'ਚ ਨਹੀਂ ਹੈ। ਇਹ ਪ੍ਰਧਾਨ ਮੰਤਰੀ ਸਾਹਿਬ ਦਾ ਪਤਾ ਨਹੀਂ ਕਿਸ ਸਪੀਚ ਰਾਈਟਰ ਨੇ ਲਿਖ ਕੇ ਦਿੱਤਾ ਉਹਨਾਂ ਨੂੰ, ਮੇਰੇ ਵਰਗੇ ਨੇ ਕਿਸੇ ਨੇ। ਪੋਸਟ ਪੋਲ ਅਲਾਈਅੰਸ ਜਿਹੜਾ ਹੈ ਉਹ ਪੱਕਾ ਹੈ ਫਿਰ, ਜਿਸ ਤਰੀਕੇ ਨਾਲ ਮਿੱਠੀਆਂ Sorry? ਕਿਹੜਾ? ਪੋਸਟ ਪੋਲ ਅਲਾਈਅੰਸ ਪੱਕਾ ਹੈ ਬੀਜੇਪੀ ਨਾਲ? ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ, ਮੈਂ ਆਮ ਆਦਮੀ ਪਾਰਟੀ ਨੂੰ ਚੈਲੰਜ ਕਰਦਾ ਕਿ ਉਹ ਕਿਸੇ 10 ਸੀਟਾਂ ਦਾ ਲਿਸਟ ਜਾਰੀ ਕਰਨ ਵੀ ਆਹ ਸੀਟਾਂ ਸਾਡੀਆਂ ਪੱਕੀਆਂ। ਅਲਾਇੰਸ ਦੀ ਗੱਲ ਤਾਂ ਫਿਰ ਬਾਅਦ ਸ਼ੁਰੂ ਹੋਏਗੀ ਨਾ, ਕਿ ਜਦ ਅਕਾਲੀ ਦਲ ਇਜ਼ ਏਮਿੰਗ ਫॉर ਮੋਰ ਦੈਨ 2/3 ਮੈਜੋਰਿਟੀ। ਹਾਂ, ਸੋਸ਼ਲ ਮੀਡੀਆ ਉੱਤੇ ਬਬਲ ਇੱਕ ਬਣਾਇਆ ਹੋਇਆ ਉਹਨਾਂ ਨੇ, ਉਹ ਜਿੱਦਾਂ ਪਿਛਲੀ ਵਾਰੀ ਬਣਾਇਆ 100 ਸੀਟਾਂ 100 ਸੀਟਾਂ 100 ਸੀਟਾਂ। ਉਹਨਾਂ ਨੂੰ ਲੱਗਦਾ ਵੀ ਇੱਦਾਂ ਕਰ ਕਰਾ ਕੇ ਰੌਲਾ ਪਾ ਕੇ ਉਹ ਇੱਥੋਂ ਤੱਕ ਹੈ ਕਿ ਜਿਹੜੀਆਂ ਉਹ ਕੇਬਲ ਆਪਰੇਟਰਸ ਹੁੰਦੇ ਨਾ ਪਿੰਡਾਂ ਦੇ ਵਿੱਚ, ਉਹਨਾਂ ਨਾਲ ਸਿੱਧੀਆਂ ਡੀਲਾਂ ਕਰ ਲਈਆਂ। ਚਲੋ ਮੈਂ ਖਿਲਾਫ ਨਹੀਂ ਗਾ, ਚਲੋ 4 ਪੈਸੇ, ਮੈਂ ਤਾਂ ਕਹਿੰਦਾ ਤੁਸੀਂ ਖਾਓ ਪੀਓ ਮੌਜਾਂ ਕਰੋ, ਇਹਨਾਂ ਨੇ ਤਾਂ ਜਾਣਾ ਹੀ ਜਾਣਾ ਹੈ ਨਾ। ਇਹ ਅੰਗਰੇਜ਼ ਕਿੱਦਾਂ ਆਏ ਸੀ ਤੇ ਗਏ ਸੀ, ਇਹਨਾਂ ਨੇ ਵੀ ਜਾਣਾ ਹੀ ਜਾਣਾ। ਇਹ ਉਹ ਤਾਂ ਕਿਉਂਕਿ ਉਸ ਵੇਲੇ ਦੇਸ਼ ਨਵਾਂ ਧੋਖੇ 'ਚ ਆਇਆ ਸੀਗਾ, ਆ ਗਿਆ ਸੀਗਾ। ਹੁਣ ਤਾਂ ਬਹੁਤ ਵਾਰੀ ਆਪਾਂ ਦੇਖ ਲਿਆ, ਹੁਣ ਕਿਸੇ ਨੇ ਧੋਖੇ 'ਚ ਨਹੀਂ ਆਉਣਾ। ਪਿਛਲੀ ਵਾਰੀ ਦੇਖੋ, ਆਮ ਆਦਮੀ ਪਾਰਟੀ ਕਹਿੰਦੀ ਸਾਨੂੰ ਮੌਕਾ ਦਿਓ, ਪੰਜਾਬੀਆਂ ਨੇ ਮੌਕਾ ਦਿੱਤਾ ਪਿਛਲੀ ਵਾਰੀ ਕਿ ਅਪ੍ਰੈਂਟਿਸਸ਼ਿਪ ਕਰ ਲਓ, ਤੁਹਾਨੂੰ ਮੇਨ ਅਪੋਜੀਸ਼ਨ ਪਾਰਟੀ ਬਣਾ ਦਿੰਦੇ ਆ। ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਕਾਸ਼ ਸਿੰਘ ਬਾਦਲ ਵਰਗੇ 5 ਵਾਰੀ ਮੁੱਖ ਮੰਤਰੀ ਰਹੇ ਬੰਦੇ ਨੂੰ ਕਿਹਾ ਤੁਸੀਂ ਪਿੱਛੇ ਬੈਠੋ ਜੀ, ਅਸੀਂ ਇਸ ਵਾਰੀ ਆਮ ਆਦਮੀ ਪਾਰਟੀ ਨੂੰ ਲੀਡਰ ਬਣਾਉਣਾ, ਅਪੋਜੀਸ਼ਨ ਪਾਰਟੀ ਦਾ ਬਣਾਇਆ। ਬਤੌਰ ਲੀਡਰ ਆਫ ਅਪੋਜੀਸ਼ਨ, ਬਤੌਰ ਅਪੋਜੀਸ਼ਨ ਪਾਰਟੀ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਪ੍ਰਤੀ ਕੀ ਕੰਟਰੀਬਿਊਸ਼ਨ ਆ ਦੱਸਣ, ਐਕਸੈਪਟ ਇਹਦੇ ਕਿ 20 ਦੇ ਮੈਂਬਰ ਜਿਹੜੇ ਲੋਕਾਂ ਨੇ ਚੁਣ ਕੇ ਭੇਜੇ ਸੀ ਉਹ ਤੁਹਾਡੇ 9 ਰਹਿ ਗਏ, 11 ਤੁਹਾਨੂੰ ਛੱਡ ਕੇ ਚਲੇ ਗਏ। ਜਿਹੜੇ 4 ਉਹ ਤੋਂ ਪਹਿਲਾਂ ਵੀ ਇੱਕ ਮੌਕਾ ਦਿੱਤਾ ਸੀਗਾ, ਜਿਹੜੇ 4 ਤੁਹਾਡੇ MP ਚੁਣੇ ਸੀਗੇ ਉਹ 3 ਛੱਡ ਗਏ ਤੁਹਾਨੂੰ, ਸਣੇ ਧਰਮਵੀਰ ਗਾਂਧੀ, ਸਣੇ ਹਰਿੰਦਰ ਖਾਲਸਾ, ਜਿਨ੍ਹਾਂ ਨੇ ਆਪਰੇਸ਼ਨ ਬਲੂ ਸਟਾਰ ਦੇ ਖਿਲਾਫ ਅਸਤੀਫਾ ਦਿੱਤਾ ਸੀਗਾ IFS ਤੋਂ। ਇਹ IRS ਆ, ਉਹ ਤੋਂ 3 ਡਿਗਰੀ ਥੱਲੇ ਹੁੰਦਾ ਹੈ। ਤੋ ਉਹ ਜਿਹੜਾ ਮੌਕਾ ਦਿੱਤਾ ਸੀਗਾ, ਉਸ ਮੌਕੇ ਦਾ ਕੀ ਕੀਤਾ ਤੁਸੀਂ? ਪੰਜਾਬੀਆਂ ਨੇ ਦਿੱਤਾ ਮੌਕਾ, ਤੁਹਾਨੂੰ 20 ਸੀਟਾਂ ਦਿੱਤੀਆਂ, ਅਕਾਲੀ ਦਲ ਤੋਂ ਜ਼ਿਆਦਾ ਸੀਟਾਂ ਦਿੱਤੀਆਂ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪਿਛਲੀ ਸੀਟ 'ਤੇ ਬਿਠਾਇਆ, ਤੁਹਾਨੂੰ ਅਗਲੀ ਸੀਟ 'ਤੇ ਬਿਠਾਇਆ। ਤੁਸੀਂ ਉਸ ਮੌਕੇ ਦਾ ਕੀ ਕੀਤਾ? ਹੁਣ ਤੁਸੀਂ ਮੌਕਾ ਨਵਾਂ ਥੋੜ੍ਹੇ ਮੰਗ ਰਹੇ ਹੋ, ਤੁਸੀਂ ਮੌਕਾ ਤੁਹਾਨੂੰ ਦੇ ਚੁੱਕੇ ਨੇ ਪੰਜਾਬੀ। ਇਹ ਸੋਚਦੇ ਆ। ਦੂਜੀ ਗੱਲ ਹੈ, ਮੌਕਾ ਕੋਈ 2 ਮਿੰਟ ਦੀ ਥੋੜ੍ਹੀ ਚੀਜ਼ ਹੈ, ਜਾਂ 1 ਦਿਨ ਲਈ ਥੋੜ੍ਹੇ ਮੌਕਾ ਦੇ ਕੇ ਦੇਖ ਲਓ, ਨਹੀਂ ਹੋਇਆ ਵਾਪਸ ਲੈ ਲਿਓ, ਇੱਦਾਂ ਤਾਂ ਨਹੀਂ ਨਾ ਹੈ। 5 ਸਾਲ ਲਈ ਹੁੰਦਾ ਹੈ ਮੌਕਾ। 5 ਸਾਲ ਦੇ ਵਿੱਚ ਤਾਂ ਮੁੰਡਾ ਜਵਾਨ ਹੋ ਜਾਂਦਾ। ਜਿਹੜਾ ਬੰਦਾ 14 ਸਾਲ ਦਾ ਜਾਂ 15 ਸਾਲ ਦਾ ਹੈ, ਉਹ 19-20 ਸਾਲ ਦਾ ਹੋ ਜਾਏਗਾ। ਬੈਂਸ ਸਾਹਿਬ, ਮੈਂ ਅਕਾਲੀ BJP ਦੀ ਗੱਲ ਕਰ ਰਿਹਾ ਸੀ ਜਾਂ ਕਾਂਗਰਸ, ਪਰ ਤੁਹਾਡੀਆਂ ਗੱਲਾਂ 'ਚ ਮੁੜ ਕੇ ਆਮ ਆਦਮੀ ਪਾਰਟੀ ਨਹੀਂ, ਮੈਂ ਉਹਦਾ ਜਵਾਬ ਦੇਤਾ ਨਾ BJP ਵਾਲਾ। ਤੁਹਾਨੂੰ ਦੱਸਤਾ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਜਿਹੜਾ ਉਹ ਬਿਆਨ ਹੈ ਕਿ ਕਿਸਾਨ ਹਿੱਤਾਂ ਲਈ ਜਾਰੀ ਕੀਤਾ ਸੀ, ਦੇਸ਼ ਹਿੱਤਾਂ ਲਈ ਵਾਪਸ ਲੈ ਲਿਆ, ਉਹ ਜਿਹੜਾ ਬਿਆਨ ਹੈ ਉਹ ਬਹੁਤ ਹੀ ਬੇਤੁਕਾ ਹੈ। ਕਿਉਂਕਿ ਇਹ ਕਿੱਦਾਂ ਹੋਇਆ ਤੁਹਾਨੂੰ ਲੱਗੇ? ਇਹ ਕਿਹੜੀ ਗੱਲ ਤੋਂ ਲੱਗਾ ਜੀ? ਕਿਸਾਨਾਂ ਦਾ ਹਿੱਤ ਜਿਹੜਾ ਸੀਗਾ ਉਹ ਦੇਸ਼ ਦੇ ਹਿੱਤ ਤੋਂ ਅਲੱਗ ਸੀਗਾ।
ਜਦ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਇਸ ਦੇਸ਼ ਦੀ ਜਿਹੜੀ ਆਬਾਦੀ ਹੈ ਔਰ ਇਕਨੋਮੀ ਜਿਹੜੀ ਹੈ 100% ਕਿਸਾਨੀ ਤੇ ਨਿਰਭਰ ਹੈ। ਕਿਉਂਕਿ ਜੇ ਕਿਸਾਨ ਬਰਬਾਦ ਹੋਏਗਾ ਤਾਂ ਮਾਰਕੀਟ ਨਹੀਂ ਚੱਲੇਗੀ, ਕੋਈ ਇੱਥੇ ਦੁਕਾਨਾਂ ਨਹੀਂ ਚੱਲਣਗੀਆਂ, ਕੁਝ ਨਹੀਂ ਚੱਲੇਗਾ ਜੇ ਕਿਸਾਨ ਦੇ ਕੋਲ ਪੈਸਾ ਨਹੀਂ ਹੋਏਗਾ। ਤਾਂ ਇਹ ਇਕਨੋਮੀ ਇੰਡੀਆ ਦੀ ਚੱਲ ਹੀ ਨਹੀਂ ਸਕਦੀ ਵਿਦਆਊਟ ਫਾਰਮਿੰਗ। ਮਤਲਬ ਇਹ ਤਾਂ ਇਸ ਭੁਲੇਖੇ 'ਚ ਤਾਂ ਕੋਈ ਰਹੇ ਹੀ ਨਾ ਵੀ ਕਿਸਾਨ ਜਿਹੜੇ ਨੇ ਉਹ ਅਲੱਗ ਨੇ ਤੇ ਦੇਸ਼ ਅਲੱਗ ਹੈ। ਬੈਂਸ ਸਾਹਿਬ, ਅਰਵਿੰਦ ਕੇਜਰੀਵਾਲ ਤੇ ਪਹਿਲਾਂ ਵੀ ਐਲੀਗੇਸ਼ਨ ਲੱਗਦੇ ਆਏ ਨੇ ਕਿ ਐਨਆਰਆਈ ਦੀ ਜਿਹੜੀ ਫੰਡਿੰਗ ਹੁੰਦੀ ਹੈ ਉਸ ਦੇ ਥਰੂ ਇਹ ਚੋਣਾਂ ਲੜਦੇ। ਪੰਜਾਬ ਦੇ ਵਿੱਚ ਵੀ ਐਨਆਰਆਈ ਦਾ ਜਿਹੜਾ ਪੈਸਾ ਉਹ ਲਗਾਇਆ ਜਾ ਰਿਹਾ ਹੈ। ਅੱਜ ਇੱਕ ਹੋਰ ਐਨਆਰਆਈ ਭਰਾ ਆਏ ਨੇ ਪ੍ਰੈਸ ਕਲੱਬ 'ਚ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਵੱਡੇ ਐਲੀਗੇਸ਼ਨ ਲਗਾਏ ਕਿ 1 ਲੱਖ ਰੁਪਏ ਤੋਂ ਲੈ ਕੇ 99 ਲੱਖ ਤੱਕ ਦੀ ਜਿਹੜੀ ਹੈ ਟ੍ਰਾਂਜੈਕਸ਼ਨ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਖਾਤੇ ਦੇ ਵਿੱਚ ਕੀਤੀ ਗਈ ਹੈ, ਐਨਆਰਆਈ ਤੋਂ ਆਈ ਹੈ ਫੰਡਿੰਗ। लेकिन अरविंद केजरीवाल या आम आदमी पार्टी कह रही है कि साढ़े को कोई फॉरेन फंडिंग नहीं आती। इसी के एलिगेशन पहले भी लगते हैं, आज फिर एलिगेशन लगाए गए। देखो, पिछली वारी अरविंद केजरीवाल ने पब्लिकली ये गल मन्नी सी कि सानू NRI वीरां वल्लों हर तरह की मदद मिल रही है। हर तरह की मदद की होंदी है, जो तो कलियां ही वोटां होण तो फिर कह सकदा सानू वोटां मिल रही ने। हर तरह की मदद की होंदी है, मॉरल एंड मटीरियल। NRI भरावां ने इत्थे आके वोटां तां पाणियां नहीं सीगियां कि वो तां वोटां तां उधर ने, तां फिर वो मदद की दे रहे सीगे। एक चीज़, दूजी चीज़, ये इल्ज़ाम कोई श्रोमणी अकाली दल ने थोड़े लाए ने, इन्हां दे हर उस बंदे ने लाए ने जिहड़ा इन्हां तो मायूस होकर निकल के यही इस करके निकल के गया कि तुसीं पंजाबियां नूं लुट रहे हो। पिछली वारी टिकटां विकियां संजय और दुर्गेश के थ्रू, की इस गल बारे किसी नूं पता नहीं गा। जिहड़े इन्हां ने कहा सीगा कि असीं किहड़े आम आदमी नूं इन्हां ने टिकट दित्ती है दसो मैनूं। ना इन्हां ने किसी रिक्शे वाले, कहंदे सी रिक्शे वाले नूं देवांगे, रेहड़ी वाले नूं देवांगे, कॉलेज स्टूडेंट्स नूं देवांगे, ਜਿਹੜੀਆਂ ਸੋਸ਼ਲ ਐਕਟਿਵਿਸਟ ਕੁੜੀਆਂ ਉਹਨਾਂ ਨੂੰ ਦੇਵਾਂਗੇ, ਜਰਨਲਿਸਟ ਨੂੰ ਦੇਵਾਂਗੇ, ਟੀਚਰਸ ਨੂੰ ਦੇਵਾਂਗੇ, ਹਾਂਜੀ ਰੇਹੜੀ ਵਾਲਿਆਂ ਨੂੰ ਦੇਵਾਂਗੇ। ਕਿਸੇ ਨੂੰ ਨਹੀਂ ਦਿੱਤੀ ਕਿਹਨਾਂ ਨੂੰ ਆ? ਸਰਦਾਰ ਕੁਲਵੰਤ ਸਿੰਘ ਵਰਗਿਆਂ ਨੂੰ, ਉਹ ਅਮਿਤ ਰਤਨ ਵਰਗਿਆਂ ਨੂੰ, ਜਿਹੜੇ ਅਰਬਾਂ ਦੇ ਬੰਦੇ ਮਾਲਕ ਨੇ ਉਹਨਾਂ ਨੂੰ ਮਤਲਬ ਇਹ ਟਿਕਟਾਂ ਦਿੱਤੀਆਂ ਨੇ। ਅਤੇ ਉਹ ਜਿਹੜੀ ਅੱਛਾ ਜਿਹੜੀ ਫੰਡਿੰਗ ਦੀ ਗੱਲ ਕਰ ਰਹੇ ਹੋ, ਦੈਟਸ ਅ ਵੈਰੀ ਇੰਪੋਰਟੈਂਟ ਐਲੀਗੇਸ਼ਨ। ਇੱਕ ਬੰਦੇ ਨੇ ਨਹੀਂ ਲਾਇਆ। ਮੈਂ ਕਹਿੰਦਾ ਜਿਹੜਾ ਬੰਦਾ ਇਹਨਾਂ 'ਤੇ ਐਲੀਗੇਸ਼ਨ ਲਾਉਂਦਾ ਜੇ ਉਹ ਝੂਠਾ ਆ ਅਤੇ ਉਹ 'ਤੇ ਡੈਫੇਮੇਸ਼ਨ ਕਿਉਂ ਨਹੀਂ ਕਰਦੇ? ਮੈਨੂੰ ਕੋਈ ਕਹੇ ਅੱਜ ਕਹੇ ਕਿ ਬੈਂਸ ਸਾਹਿਬ ਤੁਸੀਂ ਟਿਕਟਾਂ ਦੀ ਖਰੀਦੋ ਫਰੋਖਤ 'ਚ ਕਰੋੜਾਂ ਰੁਪਏ ਲਏ ਆ, ਮੈਂ ਤਾਂ ਸ਼ਾਮ ਨਹੀਂ ਪਹਿਣ ਦਊਂਗਾ, ਮੈਂ ਤਾਂ ਸਿੱਧਾ ਹਾਈ ਕੋਰਟ ਜਾਊਂਗਾ, ਡੈਫੇਮੇਸ਼ਨ ਕਰਾਂਗਾ। ਕਿਉਂਕਿ ਮੇਰੀ ਇੱਜ਼ਤ ਦਾ ਸਵਾਲ ਆ, ਮੈਂ ਆਪਣੇ ਬੱਚੇ ਨੂੰ ਅੱਖਾਂ ਦਿਖਾਉਣੀਆਂ ਜਾ ਕੇ ਘਰ, ਮੈਂ ਉਹਨੇ ਅੱਖ ਚੱਕ ਪਾਈ ਗੱਲ ਕਰਨੀ ਆ। ਮੇਰਾ ਬੇਟਾ ਹੀ ਮੈਨੂੰ ਕਹੂਗਾ ਵੀ ਡੈਡ ਤੁਸੀਂ ਇੰਨੀ ਇਮਾਨਦਾਰੀ ਦੀਆਂ ਗੱਲਾਂ ਕਰਦੇ ਹੋ, ਇੰਨੇ ਵੱਡੇ ਬਣੇ ਫਿਰਦੇ ਹੋ, ਅਤੇ ਤੁਹਾਡੇ 'ਤੇ ਇਲਜ਼ਾਮ ਲੱਗਾ ਰਿਹਾ, ਤੁਸੀਂ ਐਕਸ਼ਨ ਨਹੀਂ ਲੈ ਰਹੇ, ਤਾਂ ਮੈਂ ਆਪਣੇ ਘਰ ਕਿਵੇਂ ਜਾਊਂਗਾ? ਠੀਕ ਹੈ ਨਾ। तो ये केजरीवाल साहब क्यों नहीं कर रहे फिर? जे इन्हों ते एडे सीरीयस लगता, एक बंदे ने नहीं लाए, सैकड़े बंदियां ने लाए ने, कईयां ने विद प्रूफ लाए ने। उन्होंने अपनियां सुखपाल खैरा इन्हों दे सीगे, वो लगा चुके हैं। अन्ना हज़ारे कह चुके हैं कि सिर्फ ये बंदा सत्ता का भुखा नहीं, पैसे का भुखा भी है, एक दिन गल बाहर आएगी। अन्ना हज़ारे गल कह चुके हैं, छोटे लीडर नहीं गए, इन्होंने बापू कहते सी केजरीवाल साहब। और जो कहते थे भी मेरा जिदा इतने कहते ना, तो मेरा छोटा भाई है, वो उधर उन्होंने बेचारे कुमार विश्वास को कहते थे कि मुझे अगर मेरा खून टेस्ट किया गया और इसका टेस्ट किया गया तो हमारा DNA एक ही निकलेगा। ये अपनी साइंस की भी ऐसी तैसी करता बंदा, तो वो कुमार विश्वास ये कह रहा कि ये बंदे ने मेरे को गल एडमिट की है। वो कह रहा पब्लिकली कही है, उन्होंने ले जावे कोर्ट में, उन्हें कहा भी मेरे को एडमिट की है कि मैं पंजाब में हिंदू सिखा पाड़ा पाऊँगा और सिखा के मोहरे सिख चेहरा पेश करूँगा, हिंदुओं के मोहरे मैं अपना चेहरा पेश करूँगा, तो अखीर च मुख्य मंत्री मैं बनूँगा। और किवें बनूँगा? वो कुमार विश्वास की वीडियो यूट्यूब पर चल रही है। वो कहता भी फूलका भी कह देंगे तेनों बना रहे हैं, भगवंत भी कह देंगे तेनों बना रहे हैं, आपसी लड़ पैणगे। फिर आप जाना और आप कहना कि क्यों लड़ते हो भाई, हम केजरीवाल से रिक्वेस्ट कर लेते हैं कि आप थोड़ी कुर्बानी दे दो तो पंजाब के मुख्यमंत्री बन जाओ, फिर मैं भारी मन से पंजाब का मुख्यमंत्री बन जाऊँगा। ये वीडियो चेक कर लो, कुमार विश्वास की अवेलेबल है। शमशेर दुल्लो वालों भी आज एलिगेशन लगाए गए ने। सॉरी, शमशेर सिंह दुल्लो वालों भी एलिगेशन लगाए गए ने। हरीश चौधरी ते नवजोत सिंह सिद्धू दे उत्ते उन्होंने तो सीधे तौर पर कहा गया कि टिकटां वंडियां नहीं है, टिकटां वेचियां गई हैं कांग्रेस दियां। देखो, सिर्फ एक पार्टी है श्रोमणी अकाली दल, जे ते कदे इल्जाम नहीं लग्या कि इन्हां दी टिकटां दे विच कोई इदां दी गल हुई है, कदे इल्जाम नहीं, अज तक कदे नहीं लग्या। कांग्रेस पार्टी दे विच तां पहलां तां नवजोत कौर सिद्धू जी ने कहता कि ये फैसला गलत होया, रेत माफिया। सिद्धू साहब ने साफ ये गल कही सी कि जां सिद्धू ते जां रेत माफिया। हाँ तो सिद्धू तो है नहीं, फिर कौन रह गया? वही रह गया।
ਆਮ ਆਦਮੀ ਪਾਰਟੀ ਦੇ ਉੱਤੇ ਇਲਜ਼ਾਮ ਕਿਸੇ ਬਾਹਰਲੀ ਪਾਰਟੀ ਨੇ ਨਹੀਂ ਲਾਏ, ਉਹਨਾਂ ਦੇ ਆਪਣੇ ਬੰਦਿਆਂ ਨੇ ਲਾਏ ਅੱਜ ਤੱਕ ਸਾਰਿਆਂ ਨੇ, ਔਰ ਵਿਦ ਪ੍ਰੂਫ ਲਾਇਆ, ਸਲਿੱਪਾਂ ਦਿਖਾਈਆਂ, ਟ੍ਰਾਂਸਫਰ ਸਲਿੱਪਸ ਦਿਖਾਈਆਂ, ਪਿਆ ਕਰੋੜਾਂ ਰੁਪਏ ਇਹਨਾਂ ਨੂੰ ਦਿੱਤੇ ਆ। ਲੇਕਿਨ ਇਹ ਇਹਨਾਂ ਦੀ ਖੂਬਸੂਰਤੀ ਹੈ, ਮੈਂ ਇਹਨਾਂ ਦੀ ਸਲੂਟ ਕਰਦਾ ਇਹਨਾਂ ਨੂੰ ਵੀ ਇਹਨੇ ਮੀਸਨਾਪਣ ਪੰਜਾਬੀ 'ਚ ਕਹਿੰਦੇ ਨਾ ਆਪਾਂ, ਮੱਕਾਰੀ, ਉਹ ਸਿਰੇ ਦੀ ਆ। ਜਾਣੀ ਇਹ ਇੱਦਾਂ ਗੱਲ ਕਰਦੀ, ਜਿਹੜੀ ਗੱਲ ਇਹਨਾਂ ਦੇ ਟਿਕਦੀ ਹੈ ਨਾ, ਉਹਦਾ ਜਵਾਬ ਹੀ ਨਹੀਂ ਦਿੰਦੇ ਹੈ। ਤੁਸੀਂ ਦੇਖਿਆ ਮੈਂ ਰੋਜ਼ ਸਵਾਲ ਕਰ ਰਿਹਾ, ਕੋਈ ਤਾਂ ਬੋਲਦਾ ਹੋਵੇ ਵੀ ਤੁਹਾਡੇ ਤੇ ਰੋਜ਼ ਹਮਲੇ ਹੋ ਰਹੇ ਨੇ, ਤੁਹਾਨੂੰ ਰੋਜ਼ ਕਿਹਾ ਜਾ ਰਿਹਾ ਕਿ ਤੁਸੀਂ ਨਫ਼ਰਤ ਫੈਲਾ ਰਹੇ ਹੋ, ਤੁਹਾਨੂੰ ਰੋਜ਼ ਕਿਹਾ ਜਾ ਰਿਹਾ ਤੁਸੀਂ ਗੈਰ ਸਿੱਖ ਹੋ, ਐਂਟੀ ਸਿੱਖ ਹੋ ਔਰ ਐਂਟੀ ਪੰਜਾਬੀ ਹੋ, ਤੁਸੀਂ ਜਵਾਬ ਹੀ ਨਹੀਂ ਦੇ ਰਹੇ। ਮਤਲਬ ਇਹ ਚਾਲਬਾਜ਼ੀ ਹੈ ਨਾ ਵੀ ਅਸੀਂ ਜਵਾਬ ਦੇਵਾਂਗੇ ਤਾਂ ਕਾਊਂਟਰ ਹਮਲਾ ਫੇਰ ਆਊਗਾ, ਹੈ ਨਾ। ਕੋਈ ਜਵਾਬ ਨਹੀਂ। ਤੁਸੀਂ ਦੇਖ ਲਓ, ਮੈਂ ਹੁਣ ਤੁਹਾਨੂੰ ਦਿਖਾ ਰਿਹਾ ਵੀ ਗੋਬਿੰਦਚਾਰੀਆ ਦਾ ਬਿਆਨ ਆ, ਔਰ ਕੇਜਰੀਵਾਲ ਸਾਹਿਬ ਜਿਹੜੇ ਸਵਦੇਸ਼ੀ ਮੰਚ 'ਚ ਬੈਠੇ ਸਪੀਚ ਦੇ ਰਹੇ ਨੇ, ਔਰ ਇੱਕ ਐਸਾ ਬੰਦਾ ਜਿਹੜਾ ਕਿ ਬਜਰੰਗ ਦਲ ਦਾ ਕੈਂਡੀਡੇਟ ਹੈ ਔਰ ਸਵਦੇਸ਼ੀ ਜਾਗਰਣ ਮੰਚ ਦਾ ਕੈਂਡੀਡੇਟ ਹੈ, ਬੀਜੇਪੀ ਦਾ ਕੈਂਡੀਡੇਟ ਹੈ। ਉਹਦੇ ਇੱਕ ਪਾਸੇ ਮੋਦੀ ਸਾਹਿਬ ਦੀ ਫੋਟੋ ਲੱਗੀ ਹੋਈ ਹੈ, ਇੱਕ ਪਾਸੇ ਕੇਜਰੀਵਾਲ ਸਾਹਿਬ ਦੀ ਲੱਗੀ ਹੋਈ ਹੈ, ਔਰ ਬੰਦਾ ਕਹਿ ਰਿਹਾ ਕਿ ਇਹ ਦੋਨੋਂ ਮੈਨੂੰ ਸਪੋਰਟ ਕਰਦੇ ਆ। ਅਤੇ ਇੱਥੇ ਆ ਕੇ ਕਹਿ ਰਹੇ ਨੇ ਕਿ ਅਸੀਂ ਜਿਹੜਾ ਹੈਗਾ ਪੰਜਾਬੀਆਂ ਦੇ ਭਗਵੰਤ ਮਾਨ ਜੀ ਜਿਹੜੇ ਨੇ, ਮੈਂ ਉਹਨੂੰ ਦੱਸਣਾ ਚਾਹੁੰਦਾ ਕਿ ਗੈਰਾਂ ਦੀ ਚੱਕ ਵਿੱਚ ਆ ਕੇ ਜਿਹੜਾ ਬੰਦਾ ਜਾਏਗਾ ਉਹ ਆਪਣਿਆਂ ਦੇ ਵਿੱਚੋਂ ਮਾਰਿਆ ਜਾਂਦਾ ਹੁੰਦਾ ਅਖੀਰ ਦੇ ਵਿੱਚ। ਔਰ ਪੰਜਾਬ ਨੇ ਛੱਡੋ, ਦੁਨੀਆ ਵਿੱਚ ਇਹ ਗੱਲ, ਟਰੋਜਨ ਹਾਰਸ ਆਪਾਂ ਜਾਣਦੇ ਹਾਂ ਨਾ, ਠੀਕ ਹੈ ਨਾ। ਜੀਸਸ ਕ੍ਰਾਈਸਟ ਦਾ ਵੀ ਆਪਾਂ ਜਾਣਦੇ ਹਾਂ, ਉਹਨੂੰ ਧੋਖਾ ਕਿਹਨੇ ਦਿੱਤਾ ਸੀਗਾ? ਜੂਡਸ ਨੇ। ਸੋ ਡੋਂਟ ਬੀ ਜੂਡਸ। ਜੇ ਨਹੀਂ ਪੜ੍ਹਿਆ ਹੋਇਆ ਤਾਂ ਪੁੱਛ ਲਓ ਕਿਸੇ ਨੂੰ ਕਿ ਜੂਡਸ ਦੀ ਕਹਾਣੀ ਕੀ ਹੈ। ਆਪਣਿਆਂ ਨੂੰ ਧੋਖਾ ਨਹੀਂ ਦੇਈਦਾ। ਹਾਂ, ਦੋ ਗੱਲਾਂ ਨੇ, ਇੱਕ ਤਾਂ ਆਮ ਆਦਮੀ ਪਾਰਟੀ ਨੂੰ ਬੀਜੇਪੀ ਦੀ ਬੀ ਟੀਮ ਕਿਹਾ ਜਾਂਦਾ, ਦੂਜੇ ਪਾਸੇ ਗੱਲ ਇਹ ਕਿ ਜਦੋਂ ਈਡੀ ਦੀ ਰੇਡ ਹੁੰਦੀ ਹੈ ਤਾਂ ਅਰਵਿੰਦ ਕੇਜਰੀਵਾਲ ਕੋਲੋਂ ਮਫਲਰ ਤੋਂ ਇਲਾਵਾ ਕੁਝ ਨਹੀਂ ਮਿਲਦਾ। ਕਿ ਇਹਨਾਂ ਦੋਨਾਂ ਗੱਲਾਂ ਨਾਲ ਆਪਸ ਦੇ ਵਿੱਚ ਹਾਂ, ਥੈਂਕ ਯੂ ਸੋ ਮਚ। ਇੱਕ ਸੀ ਨਾ, कितने आदमी थे, तो ये क्या कितने मफलर थे। केजरीवाल साहब का मैं थोड़ा वीडियो शेयर कर देना, केजरीवाल साहब का अपना, कि मेरे घर ईडी ने छापा मारा, सारा घर टटोल मारा और कितना क्या मिला? एक मफलर एक टेलीविजन चैनल पर क्या, वो तो दूजे ते जाके चले गए, भुल गए, कहते 2 मफलर मिले सिर्फ। 4-5 दिन बाद ये तीजे चैनल पर चले गए, सारा हैगा यूट्यूब पर उन्होंने अपना। तीजे चैनल पर गए, फिर भुल गए भी मैं पहला 1 भी कहा 2 भी कहा, क्या मिला आखिर में? 7 मफलर। अच्छा, पहले गल तो 7 मफलर बंदे को की करने यार, चलो कोई नहीं, तेरी मर्जी, शौक होएगा। लेकिन चौथे दे गए 11 हो गए, वो तो अगले दे गए 14 हो गए, तो कितने मफलर थे? यही कहानी नहीं पता है, यू नो। सो मफलर वाली देखो, जो बंदा मफलर वाले झूठ बोल सकता कि 1 मिले कि 14 मिले कि 7 मिले कि 2 मिले सी, ये तो मतलब एक आदतन झूठ है। कहते होंगे ना भी लाइंग इज़ अ कंपलसिव हैबिट, यू नो, जिन्हों पै जाती है वो फिर बिना लोड़ तो भी झूठ बोलता है। ये तो इन्हों तो लोड़ सी ने लोगों को गुमराह करना सी जी। ਬੈਂਸ ਸਾਹਿਬ ਕਿਵੇਂ ਦੇਖਦੇ ਹੋ? ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਹੈ, ਦੂਜੇ ਪਾਸੇ ਕਾਂਗਰਸ ਦਾ ਸੀਐਮ ਜਿਹੜਾ ਉਮੀਦਵਾਰ ਹੈਗਾ ਉਹ ਦਲਿਤ ਭਾਈਚਾਰੇ ਦੇ ਵਿੱਚੋਂ ਆ, ਇਹ ਚੁਣੌਤੀ ਹੈ ਸ਼੍ਰੋਮਣੀ? ਮੈਂ ਇਹਨੂੰ ਇੱਕ ਤਰ੍ਹਾਂ, ਮੈਂ ਪਹਿਲਾਂ ਚੰਨੀ ਸਾਹਿਬ ਦੀ ਗੱਲ ਆਈ ਹੈ, ਉਹ ਦੱਸ ਤੁਹਾਨੂੰ। ਚੰਨੀ ਸਾਹਿਬ ਨੇ ਖੁਦ ਇਹ ਗੱਲ ਕੀਤੀ ਹੈ। ਚੰਨੀ ਸਾਹਿਬ ਕਹਿੰਦੇ ਅੱਜ ਟੈਲੀਵਿਜ਼ਨ ਤੇ ਚੱਲਿਆ ਉਹਨਾਂ ਦਾ ਕਿ ਕਾਂਗਰਸ ਪਾਰਟੀ ਦੀ ਆਮ ਲੜਾਈ, ਮੇਨ ਲੜਾਈ ਆਮ ਆਦਮੀ ਪਾਰਟੀ ਨਾਲ ਹੈ। ਇਹੀ ਸ਼ਬਦ ਜਿਹੜੇ ਨੇ ਸੀਐਮ ਚੰਨੀ ਦੇ ਅੰਦਾਜ਼ ਨੇ ਮੋਹ ਲਿਆ ਲੋਕਾਂ ਦਾ ਦਿਲ। ਸਟੇਜ ਤੋਂ ਉਤਰ ਕੇ ਭੀੜ 'ਚ ਪਾਇਆ ਭੰਗੜਾ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਧਾਨ ਸਭਾ ਹਲਕਾ ਵਿਖੇ ਬੀਤੀ ਰਾਤ 10 ਵਜੇ ਰੈਲੀ ਨੂੰ ਸੰਬੋਧਨ ਕਰਨ ਪੁੱਜੇ। ਇੱਥੇ ਮੁੱਖ ਮੰਤਰੀ ਨੇ ਆਪਣੇ ਸੰਬੋਧਨ ਤੋਂ ਪਹਿਲਾਂ ਸਟੇਜ ਤੋਂ ਛਾਲ ਮਾਰ ਸਰਪੰਚੀ ਗਾਣੇ ਤੇ ਲੋਕਾਂ 'ਚ ਜਾ ਕੇ ਭੰਗੜਾ ਪਾਇਆ। ਰੈਲੀ ਦੌਰਾਨ ਮੁੱਖ ਮੰਤਰੀ ਨੇ ਇੱਥੋਂ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੂੰ ਕਾਂਗਰਸ ਦੀ ਸਰਕਾਰ ਆਉਣ ਤੇ ਮੰਤਰੀ ਬਣਾਉਣ ਦਾ ਐਲਾਨ ਵੀ ਕੀਤਾ। ਵਿਧਾਨ ਸਭਾ ਹਲਕਾ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਸ਼ਾਮ 4 ਵਜੇ ਆਉਣਾ ਸੀ, ਪਰ ਉਹਨਾਂ ਦਾ ਰੂਟ ਬਦਲਣ ਕਰਕੇ ਮੁੱਖ ਮੰਤਰੀ ਇੱਥੇ 10 ਵਜੇ ਪਹੁੰਚੇ। ਲੋਕ ਲੰਬਾ ਸਮਾਂ ਉਹਨਾਂ ਨੂੰ ਸੁਣਨ ਦੀ ਉਡੀਕ ਕਰਦੇ ਰਹੇ ਅਤੇ ਮੁੱਖ ਮੰਤਰੀ ਨੇ ਆਉਂਦੇ ਸਾਰ ਹੀ ਪਹਿਲਾਂ ਦੇਰੀ ਲਈ ਮਾਫੀ ਮੰਗੀ। ਇਸ ਮਗਰੋਂ ਲੋਕਾਂ ਦਾ ਜੋਸ਼ ਦੇਖ ਕੇ ਮੁੱਖ ਮੰਤਰੀ ਨੇ ਖੁਦ ਕਿਹਾ ਕਿ ਪਹਿਲਾਂ ਉਹ 2 ਗਾਣੇ ਸੁਣਨਗੇ ਅਤੇ ਫਿਰ ਰੈਲੀ ਨੂੰ ਸੰਬੋਧਨ ਕਰਨਗੇ। ਦੂਜੇ ਸਟੇਜ ਉੱਪਰ ਖੜੀ 2 ਗਾਣਾ ਜੋੜੀ ਨੇ ਜਿਵੇਂ ਹੀ ਸਰਪੰਚੀ ਗਾਣਾ ਸ਼ੁਰੂ ਕੀਤਾ ਤਾਂ ਮੁੱਖ ਮੰਤਰੀ ਕੁਰਸੀ ਤੋਂ ਖੜੇ ਹੋ ਕੇ ਸੁਰੱਖਿਆ ਹਟਾ ਕੇ ਸਟੇਜ ਤੋਂ ਛਾਲ ਮਾਰ ਕੇ ਭੀੜ ਅੰਦਰ ਚਲੇ ਗਏ ਅਤੇ ਗਾਣੇ ਤੇ ਭੰਗੜਾ ਪਾਇਆ। ਇਸ ਮਗਰੋਂ ਮੁੱਖ ਮੰਤਰੀ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਇੱਥੋਂ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੂੰ ਕਾਂਗਰਸ ਦੀ ਸਰਕਾਰ ਆਉਣ ਤੇ ਮੰਤਰੀ ਬਣਾਉਣ ਦਾ ਐਲਾਨ ਵੀ ਕੀਤਾ। ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਰਾਤ ਤੱਕ ਲੋਕਾਂ 'ਚ ਜਾਣ ਵਾਲਾ ਮੁੱਖ ਮੰਤਰੀ ਸੂਬੇ ਨੂੰ ਪਹਿਲੀ ਵਾਰ ਮਿਲਿਆ ਹੈ। ਉਹਨਾਂ ਨੂੰ ਖੁਸ਼ੀ ਹੈ ਕਿ ਮੁੱਖ ਮੰਤਰੀ ਰਾਤ ਨੂੰ ਵੀ ਉਹਨਾਂ ਦੇ ਹਲਕੇ 'ਚ ਰੈਲੀ ਕਰਨ ਆਏ ਅਤੇ ਲੋਕਾਂ ਨੇ ਵੀ
ਉਤਸੁਕ ਹੋ ਕੇ ਮੁੱਖ ਮੰਤਰੀ ਦੀ ਉਡੀਕ ਕੀਤੀ। सरदार चरणजीत सिंह चन्नी, सरदार चरण पीछे हो सीएम के माइक दो माइक देखो ਤੁਸੀਂ ਮੇਰੇ ਇੰਤਜ਼ਾਰ ਦੇ ਵਿੱਚ ਮੇਰੇ ਇੰਤਜ਼ਾਰ 'ਚ ਤੁਸੀਂ ਇਹਦੀ ਆਵਾਜ਼ ਚੱਕ ਕੇ ਮੜੀ ਜੀ ਆ ਜਲਰੀ ਦੀ ਜਗ੍ਹਾ ਹੀ ਨਹੀਂ ਹੈ ਸਾਊਂਡ ਦੀ ਆਵਾਜ਼ ਕਰਿਓ ਉਹ ਆਵਾਜ਼ ਨਾ ਕਰਦੇ ਸਾਊਂਡ ਦੀ ਮੜੀ ਜੀ ਉਹ ਮਾਈ ਮਾਈਕ ਦਿਓ ਮਾਈਕ ਆ ਮਾਈਕ ਦਿਓ ਮਾਈਕ ਆ ਮਾਈਕ ਦਿਓ ਹੈਲੋ ਆ ਮਾਈਕ ਦਿਓ ਤੁਸੀਂ ਮੇਰੇ ਇੰਤਜ਼ਾਰ 'ਚ 5 ਘੰਟੇ ਗਾਣੇ ਸੁਣੇ ਐ ਹੁਣ ਇੱਕ ਦੋ ਗਾਣੇ ਮੇਰੇ ਨਾਲ ਵੀ ਸੁਣ ਲਓ ਇਸ ਕਰਕੇ ਮੈਂ ਬੈਠਣ ਲੱਗਿਆ ਗਾਣਾ ਚੱਲੂਗਾ 2 ਗਾਣੇ ਸੁਣੂਗੇ ਫਿਰ ਗੱਲ ਕਰਾਂਗੇ ਇੱਕ ਵਾਰੀ ਸੀਐਮ ਸਾਹਿਬ ਦੇ ਜ਼ੋਰਦਾਰ ਨਾਂ ਤੇ ਤਾੜੀਆਂ ਤੁਸੀਂ ਲਾਓ ਜੀ ਤਾੜੀਆਂ ਪਲੀਜ਼ ਔਰ ਨਾਲ ਉਹਨਾਂ ਦੇ ਪੰਜਾਬੀ ਫਿਲਮਾਂ ਦੇ ਬੇਤਾਜ ਬਾਦਸ਼ਾਹ ਸਰਦਾਰ ਜੋਗਾ ਸਿੰਘ ਜੀ ਉੱਤੇ ਜਦਾਰ ਤੇ ਬੰਦਰ ਉਹਨਾਂ ਦੇ ਨਾਂ ਤੇ ਵੀ ਤਾੜੀਆਂ ਦੀ मैं बेनती करांगा भाई जी जो बैठ जाओ हुण बहुत मेहरबानी है जी थोड़ी देर बैठ जाओ जिथे खड़े उत्थे बह जाओ हुण बहुत मेहरबानी है जी आओ जी हाँ जी तो बात हेलो हाँ जी नहीं हिल गया सब कुछ भेजदा मैं आओ जी सरपंच जी ये सारे घर घर गल्लां करवा दियां वड्डे शाहूकारां दियां गोडियां लवा दियां पिंड विच घर घर गल्लां करवा दियां वड्डे शाहूकारां दियां गोडियां लवा दियां कोले हुंदे ने शरीक विक के मैं सड़ के नहीं तेरे यार ने ढोली लड़ियां सरपंच अड़ के नहीं तेरे यार ने ओ यार लड़ियां सरपंच अड़ के नहीं तेरे माही ने सुनिया मैं लीडरी सुना दी हुंदी सहज वे घर तुक गंडियां दे दुख सुत भेज वे सुनिया मैं लीडरी सुना दी हुंदी सहज वे घर तुक गंडियां दे दुख सुत भेज वे मेरी बाजी सरपंची अखां विच रहने कत मुੱਲ ले लड़ाई वट विच खाने कत मुੱਲ ले लड़ाई वट विच खाने कत मुੱਲ ले लड़ाई मर्दान हुंदा बिल्लो भीड़ा पिछे हटना मर्दान हुंदा बिल्लो भीड़ा पिछे हटना हुक के ताली तक दे सखियां दा चकना मर्दान हुंदा बिल्लो भीड़ा पिछे हटना हुक के ताली तक दे सखियां दा चकना कोई बड़ दींदे हाय नी कोई बड़ दींदे कोई बड़ दींदा हाय नी कोई बड़ दींदे कोई बड़ दींदे विच हाय वेखे बड़ के नी तेरे यार ने ढोले लड़ियां सरपंच अड़ के नी तेरे यार ने ओ यार ने लड़ियां सरपंच अड़ के नी तेरे माही ने ये चकी ना पूजे लगदे न पैर वे जापदी नाच तेरी पिंड विच घर वे
ਖਾਲਸਾ ਸਰੂਪ ਸਿੰਘ ਜੀ ਮਾਨਪੁਰ ਤੋਂ ਬਹੁਤ ਸਾਰਾ ਮਾਣ ਭੇਜਦੇ ਨੇ। ਸੋ ਵੋਟਾਂ ਵਾਲਾ ਗਾਣਾ ਪੇਸ਼ ਕਰ ਲੇਗਾ ਜੀ। ਵੋਟਾਂ ਸੋਹਣਿਆਂ ਵੇ ਨੇੜੇ ਹੁਣ ਆ ਗਈਆਂ। ਅੱਜ ਫਿਰ ਵੋਟਾਂ ਸੋਹਣਿਆਂ ਵੇ ਨੇੜੇ ਹੁਣੀ ਆ ਗਈਆਂ। सीएम साहब ਨੂੰ ਦੱਸ ਦੋ ਅਸੀਂ ਫੋਟੇ ਕਰਕੇ ਪੰਜੇ ਖੜੇ ਕੀਤੇ 20 ਫਰਵਰੀ ਪੰਜੇ ਤੇ ਮਾਰ ਲਾ ਕੇ ਜਤੌਣੀ ਕਰਕੇ ਰਸ ਢੋਲਣਾ 20 ਫਰਵਰੀ ਪੰਜੇ ਤੇ ਮਾਰ ਲਾ ਕੇ ਜਤੌਣੀ ਕਰਕੇ ਰਸ ਢੋਲਣਾ ਤੈਨੂੰ ਘਰ ਵੱਜ ਤੀਰੇ ਦਿੱਤਾ ਪਾਣੀ ਉਹ ਪਤੇੜੀਆਂ ਨੇ ਨੇੜੀਆਂ ਲਿਆ ਨੀ ਤੈਨੂੰ ਘਰ ਵੱਜ ਤੀਰੇ ਦਿੱਤਾ ਪਾਣੀ ਉਹ ਪਤੇੜੀਆਂ ਨੇ ਨੇੜੀਆਂ ਲਿਆ ਨੀ ਇਸ ਵਾਰੀ ਚੋਣ ਹੋਣੀ ਸਾਫ ਸੁਥਰੀ ਇਸ ਵਾਰੀ ਚੋਣ ਹੋਣੀ ਸਾਫ ਸੁਥਰੀ ਨਾ ਚੱਲਣੀ ਚਲਾਕੀ ਬੱਲੀਏ ਉਹ ਪੰਜਾ ਜਿੱਤਿਆ ਉਹ ਲੱਖਾ ਜਿੱਤਿਆ ਉਹ ਤੁੰਨੀ ਜਿੱਤਿਆ ਪਿਆਂ ਨੇ ਲੋਕੀ ਆਖਦੇ ਅਲਾਰ ਹੋਣਾ ਬਾਕੀ ਬੱਲੀਏ ਉਹ ਪੰਜਾ ਜਿੱਤਿਆ ਪਿਆਂ ਨੇ ਲੋਕੀ ਆਖਦੇ ਅਲਾਰ ਹੋਣਾ ਬਾਕੀ ਬੱਲੀਏ ਹੈਲੋ ਮਾਈਕ ਭੇਜ ਦੇ ਮਾਈਕ। ਸੀਐਮ ਸਾਹਿਬ ਤੁਹਾਡੀ ਵੇਟ ਦੇ ਵਿੱਚ 6 ਘੰਟੇ ਗਾਇਆ ਜੀ ਅੱਜ ਪੂਰਾ ਲਗਾਤਾਰ। ਆ ਮਾਈਕ ਬਹੁਤ ਮਿਹਰਬਾਨੀ, ਥੈਂਕ ਯੂ। ਆ ਮਾਈਕ ਭੇਜ ਦੋ ਮਾਈਕ। ਆ ਮਾਈਕ ਦੇ ਦੋ ਯਾਰ ਆਵਾਜ਼ ਖਰਾਬ ਹੋ ਗਈ। ਆ ਲਿਆ ਯਾਰ ਇਹਦੀ ਆਵਾਜ਼ ਚੱਕੀ ਜਰਾ ਮੇਰੀ ਖਰਾਬ ਹੋ ਗਈ। ਆ ਮੈਚ ਦੂਜਾ ਦੇ ਦਿਓ ਪਲੀਜ਼। भैया 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 पीछे 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 आ जाओ यार। सीएम का नहीं बेटा साइड पे हो जा साइड। अरे ओ हेलो भाई जी आवाज। हेलो भाई जी 2 मिनट चुप कर जाओ। हेलो हेलो चुप कर जाओ। ਜਿਹੜਾ ਸੀਐਮ ਸਾਹਿਬ ਨੂੰ ਪਿਆਰ ਕਰਦਾ ਚੁੱਪ ਕਰ ਜਾਓ ਵੀਰੇ। ਹੱਥ ਬੰਨ ਕੇ ਬੇਨਤੀ ਆ ਜੋ ਸੀਐਮ ਸਾਹਿਬ ਨੂੰ ਪਿਆਰ ਕਰਦੇ ਨੇ ਬਹਿ ਜਾਓ ਬਹਿ ਜਾਓ। थोड़ा पीछे होना पड़ेगा। सीएम का नहीं थोड़ा यार इस मुद्दे में चुप कराओ तुम। बहुत ही सत्कारयोग कांग्रेस पार्टी के वर्कर साथियों मैं बेनती करता भी चन्नी साहब के विचार सुनने लई पिछले 7 घंटिया तो तुसी उरे बैठे हो। बोले सोनिहाल तुसी हुण सारे हाथ जोड़ के बेनती आ इन्ना लंबा समा पंजाब के इतिहास में पहली बार होया हो भी एक काम करता मुख्यमंत्री रात के 10 बजे अपने वर्करां नूं संबोधन करना है। आ एक मिनट गल सुन लो फिर दोबारा तुहानूं दसदा। मैं धन्नवादी हां तुहाडा सारिआं दा। मैं माफी भी मंगदा कि मैं लेट हो गया। रूट थोड़ा जिहा ऐसे कि मैं लेट हो गया। सो मैं ज्यादा गल्लां नहीं कर रही। किसी दिन फिर दिन विच आ जाऊंगा। लेकिन थोड़ी एक बेनती करनी है कि लखे ने मेरे वांगू गरीब परिवार च पैदा होके बहुत मेहनत की है। तुहाडे सारिਆਂ वास्ते दिन रात लग्या रहंदा है। जद भी चंडीगढ़ आउंदा है तां कच्छ विच पहले ही लेके आउंदा है ते इलाके दे काम दी गल करदा है। इस लई
ਅੱਜ ਤੁਹਾਡਾ ਫਰਜ਼ ਬਣਦਾ ਹੈ ਕਿ ਆਪਾਂ ਘਰ ਘਰ ਜਾ ਕੇ ਕਾਂਗਰਸ ਪਾਰਟੀ ਵਾਸਤੇ ਵੋਟ ਮੰਗੀਏ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇੱਕ ਇੱਕ ਜਾਣਾ ਆਪਣੇ ਆਪਣੇ ਪਿੰਡ ਦੇ ਵਿੱਚ ਘਰ ਘਰ ਜਾ ਕੇ ਇੱਧਰ ਭੈਣ ਜੀ ਨਾਲ ਬੜਾ ਧੰਨਵਾਦ ਭੈਣ ਜੀ, ਤੁਸੀਂ ਬੜੀ ਰਾਤ ਤੱਕ ਬੈਠੀ ਹੋ, ਤੁਹਾਡਾ ਦੇਣਾ ਨਹੀਂ ਅਸੀਂ ਦੇ ਸਕਦੇ, ਬਹੁਤ ਧੰਨਵਾਦ ਤੁਹਾਡਾ। ਸੋ ਸਾਰੇ ਜਾਣੇ ਆਪਣੇ ਆਪਣੇ ਪਿੰਡ ਨੂੰ ਸੰਭਾਲੋ, ਪਿੰਡ ਦੇ ਵਿੱਚ ਘਰ ਘਰ ਜਾਓ। ਲੱਖਾ ਤੁਹਾਡਾ 5 ਸਾਲ ਦਾ ਹੋਕਾ ਦੇ ਰਿਹਾ ਹੈ, ਆ 10 ਦਿਨ ਤੁਸੀਂ ਲਖਵੀਰ ਸਿੰਘ ਲੱਖੇ ਵਾਸਤੇ, ਕਾਂਗਰਸ ਪਾਰਟੀ ਵਾਸਤੇ, ਮੇਰੇ ਵਾਸਤੇ ਲਗਾਓ। ਅਸੀਂ ਅਗਲੇ 5 ਸਾਲ ਤੁਹਾਡੇ ਨਾਲ ਖੜੇ ਹਾਂ। 5 ਸਾਲ ਤੁਹਾਨੂੰ ਲਵਾਂਗੇ। और मैं इस दोनों बेनती करना चाहता हूँ, भाई जी सुन लो वीरे, सुन लो भाई जी, सुन लो, छोटे ही ने सीएम साहब सुन लो वीरे, प्लीज रिक्वेस्ट है, सुन लो। अखीर जी एक बेनती करनी है, पिछली बार तुसी लखे नूं MLA वास्ते वोट पाई थी। ओ भाई इधर सुन लो, पिछली बारी तुसी लखे नूं MLA वास्ते वोट पाई थी, ऐसी मंत्री वास्ते वोट बोले सो निहाल। सीएम साहब थोड़ा बहुत बहुत धन्यवाद आ किन्ने ਵਿੱਤ ਮੰਤਰੀ ਨੇ ਰਾਜ ਸਭਾ 'ਚ ਕਿਹਾ ਕਿ ਸਾਡੇ ਤੋਂ ਜ਼ਿਆਦਾ ਮਹਿੰਗਾਈ ਕਾਂਗਰਸ ਸਮੇਂ ਸੀ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਰਾਜ ਸਭਾ ਵਿੱਚ ਕੇਂਦਰੀ ਬਜਟ 2022 ਤੇ ਚਰਚਾ ਦਾ ਜਵਾਬ ਦੇ ਰਹੀ ਹੈ। ਚਰਚਾ ਦੌਰਾਨ ਵਿੱਤ ਮੰਤਰੀ ਨੇ ਕਿਹਾ ਹੈ ਕਿ ਇਹ ਬਜਟ ਨਿਰੰਤਰਤਾ ਲਿਆਵੇਗਾ ਤੇ ਇਹ ਬਜਟ ਆਰਥਿਕਤਾ ਵਿੱਚ ਸਥਿਰਤਾ ਲਿਆਵੇਗਾ। Resulted in a reduced gain because it wasn't a negative growth. It was still a small growth, but it was a constricted growth. The reduced gain in the in the GDP was 2.21 lakh crores in 2008 and 9. Compared to that, the lost GDP now is 9.57 lakh crores. So that is the extent to which we have lost in this pandemic compared to the recently, meaning a decade ago, the global financial crisis. That resulted in 2.212 lakh, whereas now the reduction was far more, it is 9.57 lakh crore. Despite, sorry? I'll tell you. Sir, despite significant supply side disruptions, India's CPI inflation, I'm picking that up for a minute, was 6.2% in 2020-21 as compared to 9.1% in 2008-9. Look at the intensity and the scope and the depths to which Indian economy had to contract. We lost 9.57 lakh crores worth in this global financial crisis, whereas the loss earlier, which is the global financial crisis, was 2.12 lakhs crore. But the CPI inflation now, because I'm purposely bringing this, because CPI inflation is the index with which we measure how prices affect common man. It's the consumer price index. Now that contracted only 6.2 now. Whereas for a smaller contraction, which was not even a negative contraction in the global financial crisis period, the inflation, the CPI was 9.1%. What does it mean? That today, in spite of this intense crisis, in spite of the reduction in the GDP to the extent of 9.57 lakh crores, the CPI is well contained and it is only 6.2%, showing that we have managed the economy much better now than it's easy to say now
than a smaller crisis of that time when the contraction was. ਪੰਜਾਬ ਦੇ ਮੈਦਾਨ 'ਚ ਸਰਗਰਮ ਹੋਏ ਸੁਨੀਲ ਜਾਖੜ, ਸੰਭਾਲਿਆ ਚੋਣ ਕਮਾਨ। ਪੰਜਾਬ ਕਾਂਗਰਸ ਕੰਪੇਨ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਇੱਕ ਵਾਰ ਫਿਰ ਤੋਂ ਪੰਜਾਬ ਦੇ ਚੋਣ ਮੈਦਾਨ 'ਚ ਸਰਗਰਮ ਹੋ ਗਏ ਹਨ। ਉਹਨਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਚੋਣ ਪ੍ਰਚਾਰ 'ਚ ਹਿੱਸਾ ਲਿਆ। ਲੁਧਿਆਣਾ 'ਚ ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਤੋਂ ਬਾਅਦ ਇਹ ਖਬਰਾਂ ਸਾਹਮਣੇ ਆਈਆਂ ਸੀ ਕਿ ਜਾਖੜ ਨੇ ਸਰਗਰਮ ਸਿਆਸਤ ਤੋਂ ਸੰਨਿਆਸ ਲੈ ਲਿਆ ਹੈ। ਜਾਖੜ ਦੇ ਨੇੜਲੇ ਸੂਤਰਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਸਿਰਫ ਇਹ ਕਿਹਾ ਸੀ ਕਿ ਉਹ ਖੁਦ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਲੜ ਰਹੇ ਹਨ। ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਪੰਜਾਬ 'ਚ ਕਾਂਗਰਸ ਦੇ ਪੱਖ 'ਚ ਚੋਣ ਪ੍ਰਚਾਰ ਨਹੀਂ ਕਰਨਗੇ। ਜਾਖੜ ਨੇ ਜਿੱਥੇ ਚੋਣ ਪ੍ਰਚਾਰ ਕਾਰਜਾਂ 'ਚ ਹਿੱਸਾ ਲਿਆ, ਉੱਥੇ ਹੀ ਦੂਜੇ ਪਾਸੇ ਉਹਨਾਂ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਨ ਅਤੇ ਉਸ ਤੋਂ ਬਾਅਦ ਕਾਂਗਰਸ ਉਮੀਦਵਾਰਾਂ ਦੇ ਪੱਖ 'ਚ ਚੋਣ ਪ੍ਰਚਾਰ ਕਰਨ ਦਾ ਵੀ ਫੈਸਲਾ ਲਿਆ ਹੈ। ਤੁਸੀਂ ਕੀਮਤੀ ਸਮਾਂ ਕੱਢ ਕੇ ਇੱਕ ਬੜੇ ਸ਼ਾਰਟ ਨੋਟਿਸ ਤੇ ਸਾਰੇ ਇੱਥੇ ਆਏ ਹੋ। ਇੱਕ ਅਹਿਮ ਮੁੱਦਾ ਹੈ, ਇਨਫੈਕਟ ਦੋ ਮੁੱਦੇ ਹੈ ਬਟ ਦੇ ਆਰ ਇੰਟਰ ਰਿਲੇਟਡ। बेसिकली होया की है, कहना जिसका शक था बेदर्दी वही बात हो गई। जेड़ा हुण ताईं शक हुंदा सीगा भी आ किते ना किते कुंडियां फसियां, वो सारियां गल्लां सच हो गईयां विद सबूत प्रूफ। इस करके मैं कोई भी गल कहण तो पहला, क्योंकि मेरी अपनी कई कमजोरियां, मैं कोशिश करदा जिहड़ी भी गल कहां दैट शुड बी बेस्ड ऑन फैक्ट्स, तत्थ के आधार पर गल करिए। एवं आपस च एक दूजे ते चिकड़बाजी लांछन करना मेरा है नहीं किरदार। इस करके मैं पहला साडे जनरल सैक्रटरी रहे, वाइस प्रेजिडेंट रहे हिमांशु पाठक जी, उन्होंने बेनती करूँगा क्योंकि वो बड़े डूंघे रिसर्च करके गल करते हैं। इन्हां दा थोड़ा परिचय करा दिया मैं। साडे नाल जुड़न तो पहला कांग्रेस पार्टी च आके अपनी जिम्मेवारी जुड़न तो पहला यह कांग्रेस पार्टी के फाउंडर मैंबर रहे हिमांशु पाठक जी, हाँ सॉरी आम आदमी पार्टी दे। ते उत्थे उन्हां दी जिहड़ी कोर बॉडी सी जिन्हों प्रेसिडियम कहंदे हैं, 150-135 बंदे सी जिन्हां ने इहदा कॉन्स्टिट्यूशन ड्राफ्ट कीता, उहदे भी मैंबर रहे है। ते उहदे उत्ते इन्हां ने जिहड़ा सोशल मीडिया की स्ट्रैटेजी प्लैनिंग सारा कुछ करते सी, वो हिमांशु पाठक जी सीगे। बट दोज वर गुड ओल्ड डेज। उसदे बाद जिवें आ पार्टी जिवें तिल्ले खिल रहे है, उसदे बाद यह भी उन्हों का सच्चाई जिस तरह सामने आई देख के ते इन्हां ने बनदी जिहड़ी पंजाब की गल कर सकते हैं, जिहड़े पंजाब दे हित है, नैशनल पार्टी है, कांग्रेस के नाल आके जुड़े है। इस करके मैं विदाउट एनी मच एडो आई वुड लाइक हिमांशु जी नूं मैं रिक्वेस्ट करूँगा भी इस मुद्दे के उत्ते जिहड़ा लैके आए है रिकॉर्ड इन्हां कोल है, अथेंटिसिटी इन्हां ने चैक करके उसदे बाद गल कर रहे हैं। सो एक मिनट इन्हां दी तुसी आई विल रिक्वेस्ट यू टू प्लीज बेयर विद मी जी। हिमांशु जी। थैंक यू डॉक्टर साहब। एक तो इस प्रेस कॉन्फ्रेंस में आप सबका वेलकम है। जैसा कि आप केजरीवाल और नरेंद्र मोदी, अब शुरू हो गया, केजरीवाल और नरेंद्र मोदी एक कोलिशन है इनके बीच में। और किस तरह का कोलिशन है, किस तरह से स्ट्रेटेजिकली और टैक्टफुली ये एक दूसरे को कॉम्प्लीमेंट करते हैं, इसके एविडेंस आपके सामने रखेंगे एक एक करके। और एक इंडिया में एक तरह का जो एक कैंपेन चलाया हुआ है, मार्केटिंग करी गई है एक स्ट्रेटजी के तहत, आप इसको चाहे नाम दे दो मार्केटिंग ऑफ नेशनलिज्म। और उसी की लाइन पे, उसी की तर्जुमानी पे अरविंद केजरीवाल साहब ने जो एक कैंपेन चलाया, वो पावर में आए, उसका स्टेप बाय स्टेप आपको दिखाते हैं। स्लाइड नंबर 1। ये अरविंद केजरीवाल की आम आदमी पार्टी की नेशनल वेबसाइट है जिसका नाम है amadmiparty.org। ये 2014 7 नवंबर का स्क्रीनशॉट है वेबसाइट का। इसका रिपोजिटरी में भी डेटा मौजूद है। इस वेबसाइट पर यह बैनर अपलोडेड किया गया था जिस बैनर में लिखा हुआ है दिल्ली स्पीक्स फॉर मोदी, मोदी फॉर पीएम, अरविंद फॉर सीएम। ये बैनर बनाया इन्होंने, ये बैनर आम आदमी पार्टी ने बनाया। और लोकसभा इलेक्शंस जो थंपिंग मेजोरिटी से जिसमें मोदी साहब जीते, उस इलेक्शंस के बाद दिल्ली के विधानसभा इलेक्शंस आए और उस इलेक्शन में अपनी ऑफिशियल वेबसाइट amadmiparty.org के ऊपर ये बैनर अपलोड किया गया।
जिसके ऊपर क्लियरली इन्होंने अपना फोटो लगा करके लिखा हुआ है मोदी फॉर पीएम एंड अरविंद फॉर सीएम। सारा कुछ आ रहा है बैकग्राउंड एडी बड़ी स्क्रीन पे। सेकंड स्लाइड, एविडेंस नंबर 2, आम आदमी पार्टी फाइटिंग अगेंस्ट बीजेपी, नॉट प्राइम मिनिस्टर नरेंद्र मोदी, सेज अरविंद केजरीवाल, इकोनॉमिक्स टाइम्स। हेडलाइन है, ये कभी प्रोपिगेट नहीं होने दिया जाता। एक बॉर्न होमी है बीच में, एक अंदर खाते अलायंस है इनका, टैक्टिकल अलायंस। अरविंद केजरीवाल आप खुद कह रहे हैं मैं मोदी के खिलाफ नहीं हूं, इससे बड़ा एविडेंस तो मुझे लगता है कोई हो नहीं सकता। किस डेट का डेट? ये डेटेड है इसमें 6 नवंबर 2014, जब प्राइम मिनिस्टर बन गए मोदी साहब। 14। नेक्स्ट स्लाइड, ये बहुत डेंजरस है, देखिए आप। केस अगेंस्ट फॉर्मर एड ऑफ अरविंद केजरीवाल राजेंद्र कुमार स्टॉल बाय मिनिस्ट्री ऑफ होम अफेयर्स, क्लेम सीबीआई। राजेंद्र कुमार एक आईएएस ऑफिसर थे जो केजरीवाल साहब के चीफ प्रिंसिपल सेक्रेटरी थे। अरविंद केजरीवाल ने पूरे इंडिया से सारे ऑफिसर्स को शॉर्टलिस्ट किया और ऐलान किया कि राजेंद्र कुमार पूरे इंडिया में सबसे ईमानदार आईएएस ऑफिसर है और ये मुझको दे दिया जाए। जब ये ऑफिसर इनको मिला, कुछ टाइम बाद इनको करप्शन के चार्जेस में सीबीआई ने अरेस्ट किया, इनके ऊपर एफआईआर लॉन्च हुआ। सीबीआई का स्टेटमेंट है कि मिनिस्ट्री ऑफ होम अफेयर्स, जिसको अमित शाह जी चलाते हैं, उसने इनके ऊपर इंक्वायरी रुकवा ली। अरविंद केजरीवाल को प्रोटेक्ट करने के लिए राजेंद्र कुमार के ऊपर जो इंक्वायरी चल रही थी उसको होल्ड किया। ये सीबीआई कह रही है, वी आर नॉट सेइंग दिस, स्टेटमेंट सीबीआई का है, सीबीआई उन्हीं की है, जब उनके ही लोग ये बात कह रहे हैं। सेकंड थर्ड स्लाइड, केजरीवाल क्लेवरली कन्वेड द मैसेज, ऊपर मोदी नीचे केजरीवाल। 15 फरवरी 2020, ये सेकंड इलेक्शन है दिल्ली की। इंडियन एक्सप्रेस में डिटेल्ड आर्टिकल भी इस पे पब्लिश हुआ, जिसमें पूरा का पूरा एक कैंपेन जो दिल्ली विधानसभा इलेक्शंस के लिए डिजाइन किया गया था, क्योंकि नरेंद्र मोदी वहां सेंटर में बैठे थे, तो केजरीवाल साहब ने नारा दिया, ऊपर मोदी नीचे केजरीवाल। इसके ऊपर भी आर्टिकल्स हो रखे विद एविडेंस। नेक्स्ट स्लाइड, ये केजरीवाल और बीजेपी का एक कंपैरिजन है। बीजेपी ने पूरे इंडिया में नेशनलिज्म को मार्केटिंग टूल बना करके पोर्ट्रे किया तिरंगा यात्रा। उनका मॉड्यूल है, उनका मॉडस ऑपरेंडी है, वो करें जो मर्जी करना है, लेकिन आप उस मॉड्यूल को आम आदमी पार्टी और केजरीवाल साहब ने तिरंगा यात्रा के रूप में कॉपी किया। अरविंद केजरीवाल का स्टार्ट जो हुआ था वो था झाड़ू चलाओ यात्रा, कन्वर्टिंग फ्रॉम झाड़ू चलाओ यात्रा टू तिरंगा यात्रा। पंजाब में पठानकोट, गुरदासपुर, जलंधर, सब जगह ये तिरंगा यात्रा करी गई। फर्स्ट फेज में बीजेपी ने पंजाब में तिरंगा यात्रा करी, बीजेपी की तिरंगा यात्रा फ्लॉप हो गई, किसानों के साथ एजिटेशन में क्लैश हुआ, वो बंद करनी पड़ी। उसके बाद उन्होंने जो उनका एजेंट था छोटा मोदी, उसने तिरंगा यात्रा यहां पे कंटिन्यू करी। उनके एविडेंस है ये फोटो, ये उनके कैंपेन को ही फॉलो करते हैं। नेक्स्ट स्लाइड, ये द प्रिंट की न्यूज है, इसमें मोर कॉपरेशन लेस कन्फ्रंटेशन, ये बहुत सारे रिसर्च करके लोगों ने इसमें आर्टिकल दिया था कि अब ये कन्फर्ट नहीं करते मोदी साहब से, केजरीवाल साहब। नेक्स्ट, ये 2 दिन पहले की आर्टिकल है, मम ऑन मोदी। जब से इलेक्शन कोड ऑफ कंडक्ट लगा इन सारी स्टेट्स में, कोड ऑफ कंडक्ट लगने के बाद अरविंद केजरीवाल ने नरेंद्र मोदी पे एक भी अटैक नहीं किया, उन्होंने अटैक करना छोड़ रखा है। 2019 के पहले थोड़ा बहुत अटैक करते थे, वैसे तो 14 से ही अटैक नहीं करते, 14 में क्योंकि उनके नाम पे ही वोट मांग रहे हैं, अभी मैंने आपको दिखाया। 2020 में भी उनके नाम पे वोट मांग रहे हैं, अब अटैक करना भी बंद कर दिया। ये उनके सारे ट्वीट्स, सोशल मीडिया और उनके अकाउंट्स का एनालिसिस है, एक भी लाइन नहीं है नरेंद्र मोदी के खिलाफ। नेक्स्ट, ये जब किसान पंजाब के एजिटेशन कर रहे थे दिल्ली में, तो दिल्ली ट्रांसपोर्ट की बसेस मुहैया कराई गई थी दिल्ली पुलिस को मोबिलाइज करने के लिए और फार्मर्स को रोकने के लिए। आप देखो पुलिस ड्यूटी लिखा भी हुआ है।
दिल्ली ट्रांसपोर्ट की बसेस टोटल अंडर कंट्रोल ऑफ दिल्ली ट्रांसपोर्ट मिनिस्ट्री है, जो कि केजरीवाल साहब का है। हमने इसके ऊपर फरवरी में प्रेस कॉन्फ्रेंस भी की थी लास्ट ईयर। इमीडिएटली आफ्टर अवर प्रेस कॉन्फ्रेंस ऑफ कांग्रेस पार्टी ये बसेस विड्रॉ करी थी केजरीवाल ने दिल्ली पुलिस से। इसके साथ ही अरविंद केजरीवाल ने जो किसानों के ऊपर चार्जशीट फाइल हुए हैं, जो पर्चे हुए हैं, उनमें जो वकीलों ने जो चार्जशीट कोर्ट में फाइल किए हैं, वो वकील भी दिल्ली सरकार के ही हैं, जिनको तनख्वाह सैलरी गवर्नमेंट ऑफ दिल्ली देती है अरविंद केजरीवाल की। एक तरफ ये फार्मर्स की बात करते हैं, फार्मर्स के प्रोटेक्शन की बात करते हैं, और उन्हीं फार्मर्स को रोकने के लिए, अरेस्ट करने के लिए मशीनरी जो दिल्ली गवर्नमेंट की है वो मुहैया कराते हैं, वकील्स प्रोवाइड कराते हैं, जो उनके केसेस, उनके ऊपर केसेस फाइल करती है। ऑन द अदर हैंड, अब ये एविडेंस के बाद अरविंद केजरीवाल हैज गिवन अ कवर फायर टू बीजेपी इन पंजाब। टैक्टिकली इन्होंने करा कैसे, जहां जहां पर भी पंजाब में बीजेपी का ग्राउंड है, पास्ट में सिटीज में जहां जहां उनको वोटें पड़ती हैं या पड़ सकती हैं, वहां वहां टैक्टफुली अरविंद केजरीवाल ने बीजेपी के सामने वीक कैंडिडेट्स दिए हैं। फॉर एग्जाम्पल, जलंधर वेस्ट की एक सीट है, वहां पे बीजेपी से 48 घंटे पहले एक कैंडिडेट लेके आते हैं जो बीजेपी का ही बंदा होता है, शीतल नाम का, उसको बीजेपी से ज्वाइन कराते हैं आम आदमी पार्टी, एंड विद इन 72 आवर्स उसको टिकट दे दी जाती है। टैक्टफुली सपोर्ट है कि जहां जहां बीजेपी स्ट्रांग है वहां आम आदमी पार्टी वीक कैंडिडेट देकर के उनकी मदद करने की। केजरीवाल साहब ने जब फार्म लॉस पास हुए तो सबसे पहली नॉन बीजेपी गवर्नमेंट जो थी जिसने इन फार्म लॉस को नोटिफाई किया दिल्ली विधानसभा में, वो अरविंद केजरीवाल थे। ये एक और प्रूफ है, दिस इज 11th एविडेंस जो इनकी आपस में तालमेल और आपस में मिली भगत को जस्टिफाई करता है। नेक्स्ट पॉइंट है एडीआर, एसोसिएशन ऑफ डेमोक्रेटिक रिफॉर्म्स ने रिपोर्ट जारी करके बताया है कि 100 करोड़ से ऊपर जो फंडिंग है कॉरपोरेट की, जो बीजेपी और नरेंद्र मोदी को फंडिंग करते हैं, वही लोग कहीं ना कहीं आम आदमी पार्टी को भी फंड कर रहे हैं। इसका लिंक, इसकी डिटेल आप पीसी के बाद हमसे ले सकते हो। दिल्ली के अंदर फार्मिंग बहुत कम होती है, लेकिन जितने भी लेवल पे होती है वहां पे जो एमएसपी ये दे रहे हैं वो 1650 टू 1750 है। एमएसपी प्राइस से भी कम पैसे मिल रहे हैं किसानों को। दिस इज अगेन द मॉड्यूल ऑफ कॉर्पोरेट सेगमेंट सपोर्टेड बाय नरेंद्र मोदी। एक्चुअल में फाइनल एंड कंक्लूजन इज, गुजरात मॉडल जिस तरह से इंडिया में एक फैलाया गया, एक डिलेमा क्रिएट किया गया, दैट इज सिमिलर टू दिल्ली मॉडल। दोनों एक लोगों को बेवकूफ बनाने का, एक बबल बनाने का मेथड है। ओवर टू जाखड़ साहब। थैंक यू हिमांशु जी, बड़े विस्तार नाल तुसी दस्सिया है, पर जिन्ना कि एक लेमैन नूं, मोटे दिमाग वाले साडे वर्गे बंदियां नूं समझ आंदी है, वो मैं एक लाइन से कहना चाहूंगा, नत्था सिंह और प्रेम सिंह बोथ आर द सेम थिंग। ਹੋਬੀ ਧਾਲੀਵਾਲ ਤੇ ਮਾਹੀ ਗਿੱਲ ਤੋਂ ਬਾਅਦ ਬੀਜੇਪੀ 'ਚ ਸ਼ਾਮਿਲ ਹੋਏ ਦੀ ਗ੍ਰੇਟ ਖਲੀ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਹੁਣ ਕੁਝ ਹੀ ਦਿਨ ਬਾਕੀ ਹਨ। ਚੋਣਾਂ ਦੇ ਮੱਦੇਨਜ਼ਰ ਨਵੇਂ-ਨਵੇਂ ਮਸ਼ਹੂਰ ਚਿਹਰੇ ਸਿਆਸੀ ਪਾਰਟੀਆਂ 'ਚ ਸ਼ਾਮਿਲ ਹੋ ਰਹੇ ਹਨ। ਇਸ ਵਿਚਾਲੇ ਹੁਣ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਰੈਸਲਰ ਦੀ ਗ੍ਰੇਟ ਖਲੀ ਅੱਜ ਭਾਜਪਾ 'ਚ ਸ਼ਾਮਿਲ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਥੋੜੀ ਦੇਰ ਪਹਿਲਾਂ खली ने बीजेपी आगू कैलाश चौधरी नाल मुलाकात की। दस दिए कि बीते दिनी बॉलीवुड अदाकार माही गिल, पंजाबी अदाकार होबी धालीवाल भी बीजेपी च शामिल हुए हैं। वेलकम टू आवर फैमिली। मित्रों, भारतीय जनता पार्टी विश्व की सबसे बड़ी पार्टी है और भारतीय जनता पार्टी के परिवार में द ग्रेट खली, जो विश्व के महान रेसलर और जिन्होंने द अंडरटेकर, जॉन साइना, केन, इनके साथ कड़ा मुकाबला किया और कईयों को विश्व स्तरीय जो रेसलर थे उनको हराने का काम किया। आप किसान के बेटा हैं, बचपन में पत्थर भी तोड़ने का काम किया, लोगों की मदद करते थे, एक सामान दूसरे सामान कहाँ रखना है, और आपके मेहनत और प्रतिभा के कारण ही पंजाब पुलिस में आपको नौकरी मिली।
उसमें अधिकारी थे, पुलिस ऑफिसर थे। उसके बाद आपने WWE प्रतियोगिताओं में भाग लेने का काम किया। जापान हो, जर्मनी हो, अमेरिका हो, फ्रांस हो, हर देश में आपका भ्रमण हुआ और आपने विश्व स्तरीय जब जो रेसलर थे उनको हराने का काम किया तो सभी भारत के लोग गर्वान्वित महसूस किए। प्रधानमंत्री जी की नीतियों और कार्य जो उनकी योजना है, पार्टी के सिद्धांत है, विचार, उससे प्रभावित होकर के आज आपने पार्टी ज्वाइन कर रहे हैं। आप सदैव प्रधानमंत्री नरेंद्र मोदी जी के जो कार्य योजना है, गरीबों के प्रति जो काम कर रहे हैं, देश के लिए काम कर रहे हैं, उससे प्रभावित हुए हैं। हम भारतीय जनता पार्टी परिवार में और पार्टी के मुख्यालय में द ग्रेट खली, जिनका पहले नाम दिलीप सिंह राणा और बाद में द ग्रेट खली की उपाधि मिली, उनका स्वागत अभिनंदन करते हैं। और इसी के साथ साथ आप ही के साथ बलवान सिंह जी और सत्यवेंद्र सिंह जी भी आज पार्टी को ज्वाइन कर रहे हैं। आपसे भी निवेदन है, आप आइए, आपको पार्टी की सदस्यता देते हैं। सत्यवेंद्र सिंह जी अमेरिका से हैं और जी जी लीजिए भाई साहब, कहाँ गए? आइए, इधर आ जाइए। आप पटका पकड़ लो। जितेंद्र सिंह भाई, केंद्रीय मंत्री आदरणीय जितेंद्र सिंह जी हैं, वो बलवान सिंह जो ज्वाइन कराएंगे। भाई साहब आप ज्वाइन करें। कहाँ गए बलवान सिंह जी? भाई साहब आप बलवान सिंह जी, अच्छा कोई बलवान जी, कोई बात नहीं, कोई बात नहीं। द ग्रेट खली जी हैं, वह अपनी बात रखेंगे। भाई साहब आप माननीय जितेंद्र सिंह जी केंद्रीय मंत्री यहाँ पे हैं, वह बात रखेंगे। उसके बाद द ग्रेट खली जी अपनी बात रखेंगे। सबसे पहले तो अभिनंदन है खली द ग्रेट उर्फ दिलीप सिंह राणा जी का और उनके साथियों का। आज वो भारतीय जनता परिवार के सदस्यता ग्रहण कर रहे हैं। मेरा व्यक्तिगत भी इनके साथ कुछ एक वर्षों से परिचय रहा है। निष्ठावान व्यक्ति, प्रतिबद्धता के कायम रहने वाले ऐसे व्यक्ति, राष्ट्रवादी सोच के, भले ही इन्होंने राष्ट्रीय एवं अंतर्राष्ट्रीय ख्याति प्राप्त की, दूर पार देशों में इनका प्रवास रहा, अपने व्यवसाय के संबंध में अन्य कारणों से, फिर भी इनका दिल हमेशा हिंदुस्तान में बसता रहा। और जैसा कि आपने देखा, इनका आकार, इनका व्यक्तित्व इस प्रकार का है कि सारा विश्व इनको जानता है। अभी मैंने पटका पहनाना था तो मुझे अनुरोध करना पड़ा कि थोड़ा सर झुकाइए, क्योंकि मेरा सर तो इतना ऊंचा हो नहीं सकता। तो इन्होंने बड़ी विनम्रता से हमारी बात स्वीकार की। तो शरीर में भी बलवान, विचार में भी बलवान, और मुझे विश्वास है कि भारतीय जनता पार्टी को बलवान बनाने में भी इनका महत्वपूर्ण योगदान रहेगा। इसके अतिरिक्त ये इस बात का भी प्रतीक है कि आदरणीय प्रधानमंत्री श्री नरेंद्र मोदी जी के नेतृत्व में अक्रॉस दी सेक्शंस, हर वर्ग के लोग प्रभावित होकर के इस परिवार के साथ जुड़ने के लिए तैयार हैं। चाहे वो फिल्म जगत के हैं, चाहे खेल जगत के हैं, चाहे कोई जात हो, कोई धर्म हो, कोई क्षेत्र हो। और जिस प्रकार एक सूत्र में मोदी जी ने सारे देश को बांधा है और एक लक्ष्य प्राप्ति की ओर ले जा रहे हैं, इस अमृत महाकाल से निकल करके आज़ादी के 100वें वर्ष में जब
एक विश्व मूर्ति के रूप में भारत अपनी प्राथमिक स्थान ग्रहण करेगा, उस यात्रा की ओर, उसमें सभी भारतवासी अपनी यथाशक्ति अपनी भूमिका निभाने के लिए आगे बढ़ रहे हैं। और दिलीप सिंह राणा उर्फ खलीदी ग्रेट, जिनको मेरे ख्याल से पहली बार मैं 2016 में मिला था, इनके आ जाने से मुझे लगता है कि एक प्रेरणा स्रोत भी रहेगा अन्य युवाओं के लिए और अन्य लोगों के लिए भी, कि यदि ये अपनी सेवाएं देते हैं तो क्यों कोई नागरिक पीछे रहे मोदी जी की इस यात्रा में हाथ बटाने के लिए। एक बार पुनः आपका बहुत बहुत अभिनंदन खली जी। ग्रेट खली जी अब भारतीय जनता पार्टी के सदस्य बन गए हैं। आपने विश्व स्तरीय रेसलर के साथ साथ कई फिल्मों में और टीवी सीरियल में भी अभिनय किया है। देश के कोने कोने के युवा आपको जानते हैं, आपसे प्रभावित होते हैं। अब ग्रेट खली जी, आप कुछ आपको मैं निमंत्रण करता हूं, कुछ अपनी बात रखें। सबसे पहले मैं मीडिया लोगों का और जो मंच पे बैठे मंत्री जी सभी का मैं बहुत बहुत धन्यवाद करता हूं। और बहुत अच्छा लगा है आज मैं भारतीय जनता पार्टी ज्वाइन करा है। और जैसे हमारे मंत्री जी ने बोला है कि भाई आपने रेसलिंग करी है, और मैंने बिल्कुल पूरे वर्ल्ड वाइज पे रेसलिंग करी है। सिर्फ शायद ही कोई कंट्री होगी जहाँ पर मैंने रेसलिंग ना करी होगी और कहीं किया नहीं होगा। सो मैं छोटी बात करता हूँ, मैं लंबी चौड़ी बात नहीं भी करूँगा क्योंकि आज मेरा फर्स्ट डे है। सो आई वांट कि भी जो अगर मैं कोई नाम, कोई ऐसा कोई धन दौलत पैसा, तो मैं WWE पे और अमेरिका पे रहता, मैं वहीं पर था मैं और वहीं रहता मैं। यहाँ पर मेरे ना भारत के प्रति मतलब एक प्यार और एक जो हमारे माननीय प्रधानमंत्री जी जो उन्होंने काम किया है देश के लिए, सो उसको देख के कि भी मतलब सही प्रधानमंत्री हमारे देश को मिला है, और क्यों नहीं मैं भी वापस जाऊँ और अपने हिंदुस्तान में और उनके साथ मतलब उनका एक हिस्सा बनूं कहीं ना कहीं, ताकि मतलब हमारा देश और तरक्की कर सके। मतलब सो उनके मैं जो ज्वाइन करी है भारतीय जनता पार्टी, उनके जो विचारधारा देश के प्रति 20-20 घंटा काम करना, और जो इनकी एक भारतीय जनता पार्टी की जो एक नीति है कि बहुत ही एक राष्ट्र नीति है कि भी राष्ट्र को कैसे, भारत को कैसे आगे बढ़ाना, तो उसके प्रभावित होके मैंने ज्वाइन करी है और बहुत अच्छा लग रहा है। और जहाँ भी मेरी भारतीय जनता पार्टी ड्यूटी लगाएंगे और कोशिश करूँगा वहाँ पर मैं खरा उतरूँगा। सो बाकी आप लोगों का सहयोग चाहिए। सो आई वांट से थैंक यू सो मच। जय हिंद, जय भारत। आप दोनों लोग आ जाओ, एक साथ फोटो करा लीजिए, आइए प्लीज। ਸੁਖਬੀਰ ਬਾਦਲ ਦਾ ਵੱਡਾ ਐਲਾਨ, ਸਰਕਾਰ ਆਉਣ ਤੇ ਪ੍ਰਤੀ ਏਕੜ 50,000 ਹੋਵੇਗਾ ਬੀਮਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਗੁਰੂ ਹਰਸਹਾਏ ਵਿਖੇ ਆਪਣੇ ਉਮੀਦਵਾਰ ਨੋਨੀ ਮਾਨ ਦੇ ਹੱਕ 'ਚ ਰੈਲੀ ਕੀਤੀ ਗਈ। ਇਸ ਦੌਰਾਨ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਤੇ ਸ਼ਬਦੀ ਹਮਲੇ ਕੀਤੇ, ਉੱਥੇ ਹੀ ਅਰਵਿੰਦ ਕੇਜਰੀਵਾਲ ਤੇ ਵੀ ਤੰਜ ਕੱਸੇ। ਆਪਣੇ ਸੰਬੋਧਨ ਦੌਰਾਨ ਸੁਖਬੀਰ ਬਾਦਲ ਨੇ ਵੱਡੇ ਐਲਾਨ ਕਰਦੇ ਹੋਏ ਕਿਹਾ ਹੈ ਕਿ ਅਕਾਲੀ ਬਸਪਾ ਦੀ ਸਰਕਾਰ ਆਉਣ ਤੇ ਪਹਿਲੇ ਮਹੀਨੇ 'ਚ ਹੀ ਗੁਰੂ ਹਰਸਹਾਏ ਵਿਖੇ ਕੁੜੀਆਂ ਦਾ ਕਾਲਜ ਖੋਲ੍ਹਣ ਦੀ ਮੰਗ ਪੂਰੀ ਕੀਤੀ ਜਾਵੇਗੀ। ਆਮ ਆਦਮੀ ਤਾਂ 7, 8, 9 ਦੇ ਵਿੱਚ ਹੀ ਖੜ ਜਾਣੀ ਹੈ ਗੱਡੀ ਇਹਨਾਂ ਦੀ। 80 ਸੀਟਾਂ ਤੋਂ ਵੱਧ ਥੋੜੀ ਆ ਰਹੀ ਹੈ, ਥੋੜੀ ਪਾਰਟੀ ਸ਼੍ਰੋਮਣੀ ਅਕਾਲੀ ਦਲ BSP। ਬੋਲੇ ਸੋਨ ਹੋ, ਕਿਉਂਕਿ ਲੋਕਾਂ ਨੂੰ ਵਿਸ਼ਵਾਸ ਸ਼੍ਰੋਮਣੀ ਅਕਾਲੀ ਦਲ ਤੇ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ, ਗਰੀਬ ਕਿਸਾਨ ਮਜ਼ਦੂਰ ਦੀ ਪਾਰਟੀ ਹੈ, ਤੁਹਾਡੀ ਆਵਾਜ਼ ਹੈ। ਅੱਜ ਜੋ ਕੁਝ ਵੀ ਪੰਜਾਬ 'ਚ ਬਣਿਆ, ਜੋ ਕੁਝ ਤਰੱਕੀ ਪੰਜਾਬ 'ਚ ਹੋਈ, ਉਦੋਂ ਹੀ ਹੋਈ ਜਦੋਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ। ਆ ਜਿਹੜੇ ਘਰਾਂ 'ਚ ਬਿਜਲੀ ਹੈ ਥਰਮਲ ਪਲਾਂਟਾਂ ਤੋਂ ਆਉਂਦੀ ਹੈ, ਜਿੰਨੇ ਥਰਮਲ ਪਲਾਂਟ ਪੰਜਾਬ ਦੇ ਹੈ ਸਾਰੇ ਹੀ ਬਾਦਲ ਸਾਹਿਬ ਨੇ ਬਣਾਏ।
ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ। ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਬਾਦਲ ਸਾਹਿਬ ਨੇ, ਅਕਾਲੀ ਦਲ ਨੇ ਬਣਾਏ। ਜਿੰਨੀਆਂ 4 ਤੇ 6 ਲੇਨੀਆਂ ਸੜਕਾਂ ਸਾਰੀਆਂ ਹੀ ਬਾਦਲ ਸਾਹਿਬ ਨੇ ਬਣਾਈਆਂ। ਪੂਰੇ ਪੰਜਾਬ ਜਿਹੜੀ ਮੰਡੀ ਬੈਠੇ ਹੋ ਤੁਸੀਂ, 2200 ਮੰਡੀ ਪੰਜਾਬ 'ਚ, 2100 ਤੋਂ ਵੱਧ ਮੰਡੀਆਂ ਕੱਲੀਆਂ ਬਾਦਲ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਨੇ ਬਣਾਈਆਂ। ਆ ਜਿਹੜੇ ਤੁਹਾਡੇ 16 ਲੱਖ ਟਿਊਬਵੈਲ ਕਨੈਕਸ਼ਨ ਪੰਜਾਬ 'ਚ ਹੈ, 13.5 ਲੱਖ ਟਿਊਬਵੈਲ ਕਨੈਕਸ਼ਨ ਦਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰਾਂ 'ਚ ਮਿਲੇ। ਮਾਮਲਾ ਮਾਫ ਸਾਹਿਬ ਬਾਦਲ ਨੇ ਕੀਤਾ। ਆ ਜਿਹੜੀਆਂ ਤੁਹਾਡੀਆਂ ਨਹਿਰਾਂ ਤੇ ਕੱਸੀਆਂ ਤੁਸੀਂ ਆਰਟੀਏ ਤੋਂ ਕਢਾ ਲਓ, 90% ਸਾਰੀਆਂ ਨਹਿਰਾਂ ਤੇ ਕੱਸੀਆਂ ਉਦੋਂ ਬਣੀਆਂ ਜਦੋਂ ਸਤਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ। ਤੁਹਾਡੇ ਟਿਊਬਲਾਂ ਦੇ ਬਿੱਲ ਮਾਫ ਕੀਤੇ ਬਾਦਲ ਸਾਹਿਬ ਨੇ। ਆਟਾ ਦਾਲ ਨੀਲੇ ਕਾਰਡ ਸਕੀਮ ਲਿਆਂਦੀ ਬਾਦਲ ਸਾਹਿਬ ਨੇ। ਸ਼ਗਨ ਸਕੀਮ ਲਿਆਂਦੀ ਬਾਦਲ ਸਾਹਿਬ ਨੇ। ਪੈਨਸ਼ਨ ਸਕੀਮ ਲਿਆਂਦੀ ਬਾਦਲ ਸਾਹਿਬ ਨੇ। ਐਸਸੀ ਬੀਸੀ ਭਾਈਚਾਰੇ ਦੇ 200 ਯੂਨਿਟ ਘਰ ਦੇ ਬਿਜਲੀ ਦੇ ਮਾਫ ਕੀਤੇ ਬਾਦਲ ਸਾਹਿਬ ਨੇ। ਐਸਸੀ ਬੱਚਿਆਂ ਨੂੰ ਮੁਫਤ ਪੜਾਉਂਦੇ ਸੀ, ਸਕਾਲਰਸ਼ਿਪ ਦਿੰਦੇ ਸੀ, ਜਿਹੜੀ ਕਾਂਗਰਸ ਨੇ ਬੰਦ ਕਰ ਦਿੱਤੀ। ਜਿਵੇਂ ਪਹਿਲੇ ਵੀ ਦੱਸਿਆ, ਲੜਕੀਆਂ ਨੂੰ ਸਾਈਕਲ, ਨੌਜਵਾਨਾਂ ਨੂੰ ਜਿਮ, ਖੇਡਾਂ ਦਾ ਸਮਾਨ, ਜਿਹੜਾ ਸਾਰਾ ਕੁਝ ਹੀ ਬੰਦ ਹੋ ਗਿਆ। ਸਭ ਤੋਂ ਮਾੜੀ ਕੰਮ ਕੀਤੀ ਇਸ ਕਾਂਗਰਸ ਦੀ ਸਰਕਾਰ ਨੇ। 4.5 ਲੱਖ ਬੱਚੇ ਅਸੀਂ ਮੁਫਤ ਪੜਾਉਂਦੇ ਸੀ ਐਸਸੀ ਪਰਿਵਾਰਾਂ ਦੇ ਕਾਲਜਾਂ ਵਿੱਚ, ਪਰ ਜਦੋਂ ਦੀ ਸਰਕਾਰ ਆਈ ਹੈ ਇਹਨਾਂ ਨੇ ਕਾਂਗਰਸ ਨੇ ਐਸਸੀ ਸਕਾਲਰਸ਼ਿਪ ਬੰਦ ਕਰ ਦਿੱਤੀ ਤੇ ਅੱਜ 4.5 ਲੱਖ ਪਿਛਲੇ 5 ਸਾਲਾਂ ਦੇ ਬੱਚੇ ਘਰੇ ਬੈਠੇ ਆ ਜਿਹੜੇ ਕੋਈ ਡਾਕਟਰ ਇੰਜੀਨੀਅਰ ਬਣ ਸਕਦਾ ਸੀ। ਕਾਂਗਰਸ ਨੇ ਦੇਣਾ ਕੀ ਹੈ? ਇੱਕ ਨਿਸ਼ਾਨੀ ਨਹੀਂ, ਇੱਕ ਕੰਮ ਨਹੀਂ, ਇੱਕ ਡੱਕਾ ਤੋੜਿਆ ਨਹੀਂ, ਪੈਸੇ ਕਮਾਉਣ ਤੇ ਲੱਗੇ ਰਹੇ। ਗੁਰੂ ਅਰਸਾਏ ਵਾਲਿਓ, ਤੁਹਾਡੇ ਤੇ ਮੈਨੂੰ ਬੜਾ ਮਾਣ ਹੈ। ਤੁਸੀਂ ਮੇਰੇ ਸਿਰ ਤੇ ਹੱਥ ਰੱਖਿਆ, ਪਾਰਲੀਮੈਂਟ ਇਲੈਕਸ਼ਨ 'ਚ ਵੀ ਜਿਤਾਇਆ। ਆਪਣਾ ਗਵਾਂਢੀ ਹਲਕਾ ਹੈ। ਮੈਂ ਤੁਹਾਨੂੰ ਪਾਰਲੀਮੈਂਟ 'ਚ ਵੀ ਇਲੈਕਸ਼ਨ ਦੌਰਾਨ ਕਹਿਦਾ ਸੀ ਕਿ ਇਸ ਹਲਕੇ ਵਾਲਿਆਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਕੱਲੀ ਸਰਕਾਰ ਬਣਾ ਦਿਓ, ਉਹਦੇ ਬਾਅਦ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ। ਜਿਵੇਂ ਜਲਾਲਾਬਾਦ ਦੇ ਪਿੰਡ ਹੈ, ਜਿਵੇਂ ਜਲਾਲਾਬਾਦ ਦਾ ਸ਼ਹਿਰ ਹੈ, ਉਹ ਜੇ ਤੁਹਾਡੇ ਸਾਰੇ ਗੁਰੂ ਅਰਸਾਏ ਦੇ ਪਹਿਲੇ 2 ਸਾਲਾਂ 'ਚ ਹੀ ਬਣ ਜਾਣਗੇ। ਇੱਥੇ ਬਾਰਡਰ ਇਲਾਕੇ ਵਿੱਚ ਜ਼ਮੀਨਾਂ ਦੀ ਸਮੱਸਿਆ ਜਿਹੜੀ ਕੱਚੀ ਕੀਤੀ ਗਈ ਹੈ, ਬਾਦਲ ਸਾਹਿਬ ਨੇ ਦਿੱਤੀ ਸੀ। ਜਿਸ ਦਿਨ ਸਰਕਾਰ ਬਣ ਗਈ, ਪਹਿਲੀ ਕੈਬਨਿਟ ਮੀਟਿੰਗ ਤੁਹਾਡੇ ਨਾਂ ਕਰਾ ਦਾਂਗੇ ਜ਼ਮੀਨ ਬਾਰਡਰ ਦੀ। ਹਲੇ ਇੱਥੇ ਬੜੇ ਟਿਊਬਵੈਲ ਕਨੈਕਸ਼ਨ ਦੇਣ ਦੀ ਲੋੜ ਹੈ। ਜਿਹਦੇ ਕੋਲੇ ਕੋਈ ਟਿਊਬਵੈਲ ਕਨੈਕਸ਼ਨ ਨਹੀਂ, ਪਹਿਲੇ ਮਹੀਨੇ ਨੌਣੀ ਮਾਨ ਜੀ ਨੂੰ ਮੈਂ ਬੇਨਤੀ ਕਰਦਾ, ਲਿਸਟ ਬਣਾ ਲਓ। ਜਿਹਦੇ ਕੋਲੇ ਕੋਈ ਟਿਊਬਵੈਲ ਕਨੈਕਸ਼ਨ ਨਹੀਂ, ਪਹਿਲੇ ਮਹੀਨੇ ਇੱਕ ਦਿੱਤਾ ਜਾਊਗਾ ਟਿਊਬਵੈਲ ਕਨੈਕਸ਼ਨ। ਕੱਲੇ ਟਿਊਬਵੈਲ ਕਨੈਕਸ਼ਨ ਨਹੀਂ, ਐਕਟੀ ਮੈਂ ਜ਼ੋਰ ਲਾ ਰਿਹਾ ਪੱਕੇ ਖਾਲੇ ਕਰਨੇ ਤੇ ਪਾਈਪਾਂ ਪਾ ਕੇ ਪਾਣੀ ਪਹੁੰਚਾਉਣ ਦਾ। ਘੱਟ ਤੋਂ ਘੱਟ 2000 ਕਰੋੜ ਰੁਪਇਆ ਕੱਲਾ ਪਾਈਪਾਂ ਨਾਲ ਪਾਣੀ ਪਹੁੰਚਾਉਣ ਤੇ ਮੈਂ ਲਾਉਣਾ ਐਕਟੀ। ਆ ਸਾਰੇ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਹੀ ਖਤਮ ਕਰ ਦੇਣੀ ਹੈ। ਇੱਕ ਅਸੀਂ ਐਕਟੀ, ਮੇਰਾ ਜੋੜ 2 ਗੱਲਾਂ ਤੇ ਪੂਰਾ ਜ਼ੋਰ ਲੱਗਣਾ ਹੈ। ਇੱਕ ਤਾਂ ਸਰਕਾਰੀ ਸਕੂਲ ਦੀ ਪੜ੍ਹਾਈ ਠੀਕ ਕਰਨੀ ਹੈ, ਇੱਕ ਹਰ ਹਲਕੇ 'ਚ ਹਸਪਤਾਲ ਚੰਗੇ ਬਣਾਉਣੇ ਹੈ। ਕਿਉਂਕਿ ਕਰੋਨਾ ਦੀ ਬਿਮਾਰੀ 'ਚ ਮੈਂ ਦੇਖ ਲਿਆ, ਮੈਂ ਕਰੋਨਾ ਦੀ ਬਿਮਾਰੀ 'ਚ ਦੇਖ ਲਿਆ ਬਹੁਤ ਮੌਤਾਂ ਹੋਈਆਂ ਕਿਉਂਕਿ ਹਸਪਤਾਲ ਨਹੀਂ ਸੀ। ਸਰਕਾਰੀ ਸਕੂਲ ਦਾ ਢਾਂਚਾ ਜਿਹੜਾ ਹੋਣਾ ਉਹ ਫੇਲ ਹੈ। ਪਿੰਡਾਂ ਵਿੱਚ 2-2, 4-4, 6-6 ਕਮਰਿਆਂ ਦੇ ਸਕੂਲ ਹੈ, ਕਿਤੇ 2 ਟੀਚਰ ਹੈ, ਕਿਤੇ 3 ਟੀਚਰ ਹੈ। ਪੰਜਾਬੀ ਦਾ ਟੀਚਰ ਅੰਗਰੇਜ਼ੀ ਕਿਵੇਂ ਪੜ੍ਹਾ ਸਕਦਾ? ਪੰਜਾਬੀ ਦਾ ਟੀਚਰ ਮੈਥਸ ਕਿਵੇਂ ਪੜ੍ਹਾ ਸਕਦਾ? ਪਰ ਕੋਈ ਪਰਵਾਹ ਨਹੀਂ ਕਰਦਾ। ਮੈਂ ਫੈਸਲਾ ਕਰ ਲਿਆ ਕਿ ਅਗਲੇ 5 ਸਾਲਾਂ ਦੇ ਅੰਦਰ 12,000 ਕਰੋੜ ਰੁਪਏ ਲਾ ਕੇ ਹਰ 25,000 ਆਬਾਦੀ ਦੇ ਅੰਦਰ ਇੱਕ 5,000 ਬੱਚੇ ਦਾ ਵੱਡਾ 10 ਏਕੜ ਸਕੂਲ ਬਣਾਉਣਾ ਹੈ, ਜਿਹਦੇ ਵਿੱਚ ਸਾਰੇ ਕਿਸਮ ਦੀਆਂ ਕਲਾਸਾਂ, ਲੈਬੋਰੇਟਰੀਆਂ, ਕੰਪਿਊਟਰ ਸਾਰੇ ਹੋਣਗੇ। 50 ਬੱਚਿਆਂ ਮਗਰ ਇੱਕ ਟੀਚਰ ਦੀ ਲੋੜ ਹੈ। ਸੋ ਉਸੇ ਸਕੂਲ 'ਚ 100 ਟੀਚਰ ਹੋਣਗੇ ਤੇ ਮਕਾਨ ਵੀ ਉਹਨਾਂ ਦੇ ਹੋਣਗੇ।
ਜਿਵੇਂ ਤੁਹਾਡੇ ਹਲਕੇ 2-2.5 ਲੱਖ ਆਬਾਦੀ ਹੈ ਤਾਂ ਤਕਰੀਬਨ 12 ਸਕੂਲ ਜਾਂ 10-12 ਸਕੂਲ ਤੁਹਾਡੇ ਵੱਡੇ ਬਣ ਜਾਣਗੇ। ਜਿਵੇਂ ਬਾਰਡਰ ਦਾ ਇਲਾਕਾ ਹੈ, ਮਤਲਬ ਇੱਥੇ 50-60 ਹਜ਼ਾਰ ਆਬਾਦੀ ਹੋਣੀ ਬਾਰਡਰ ਤੇ, ਇਹ ਜੇ 2 ਵੱਡੇ ਸਕੂਲ ਇੱਥੇ ਹੋ ਜਾਣਗੇ, ਘੱਟ ਤੋਂ ਘੱਟ ਜਿਹੜੀ ਪੜ੍ਹਾਈ ਹੋਏ ਉਹ ਚੰਗੀ ਟੌਪ ਦੀ ਹੋਏ। ਦੂਜੀ ਗੱਲ, ਸਰਕਾਰੀ ਸਕੂਲ ਦੇ ਪੜ੍ਹੇ ਹੋਏ ਬੱਚਿਆਂ ਵਾਸਤੇ ਮੈਂ ਉਹਨਾਂ ਨੂੰ ਅੱਗੇ ਪੜਾਉਣਾ ਚਾਹੁੰਦਾ। ਬਹੁਤ ਪਿੰਡਾਂ 'ਚ ਬੱਚੇ 10ਵੀਂ ਦੇ ਬਾਅਦ ਘਰੇ ਬਹਿ ਜਾਂਦੇ ਆ, ਵੱਧ ਤੋਂ ਵੱਧ 12ਵੀਂ ਕਰਦੇ ਆ। ਇੱਕ ਤਾਂ ਕਿਉਂਕਿ ਸਰਕਾਰੀ ਸਕੂਲ ਦੀ ਪੜ੍ਹਾਈ ਚੰਗੀ ਨਹੀਂ, ਦੂਜੀ ਉਹਨਾਂ ਕੋਲੇ ਪੈਸਾ ਨਹੀਂ। ਮੈਂ ਅਨੁਸਾਰ ਕਾਨੂੰਨ ਨੂੰ ਲੈ ਕੇ ਆ ਰਿਹਾ ਕਿ ਜਿੰਨੇ ਕਾਲਜ ਪੰਜਾਬ 'ਚ ਹੈ, ਭਾਵੇਂ ਸਰਕਾਰੀ ਹੈ ਭਾਵੇਂ ਪ੍ਰਾਈਵੇਟ ਹੈ, 33% ਸੀਟਾਂ ਸਾਰੇ ਕਾਲਜਾਂ ਵਿੱਚ ਸਰਕਾਰੀ ਸਕੂਲ ਦੇ ਪੜ੍ਹੇ ਹੋਏ ਬੱਚਿਆਂ ਵਾਸਤੇ ਰੱਖਣੀਆਂ ਪੈਣੀਆਂ ਉਹਨਾਂ ਨੂੰ, ਤੇ ਰੱਖਣੀਆਂ ਪੈਣੀਆਂ। ਨਾਲੇ ਉਹਨਾਂ ਦਾ ਖਰਚਾ ਸਾਰਾ ਪੰਜਾਬ ਸਰਕਾਰ ਦੇਊਗੀ। ਜਿਹੜਾ ਸਰਕਾਰੀ ਸਕੂਲ ਦਾ ਪੜ੍ਹਿਆ ਬੱਚਾ, ਉਹਨੂੰ ਕਾਲਜ ਵਿੱਚ ਪੈਸਾ ਦੇਣ ਦੀ ਲੋੜ ਨਹੀਂ, ਸਾਰਾ ਖਰਚਾ ਪੰਜਾਬ। ਮੇਰੀ ਸੋਚ ਹੈ ਕਿ ਗਰੀਬ ਬੱਚੇ ਪੜ੍ਹਾ ਲਈਏ ਤੇ ਆਪਣੇ ਆਪ ਪੈਰਾਂ ਤੇ ਖੜੇ ਹੋ ਜਾਣਗੇ। ਦੂਜੀ ਗੱਲ ਅਸੀਂ ਕਰਨ ਲੱਗੇ ਹਾਂ ਕਿ ਮੈਂ ਹਰ ਹਲਕੇ 'ਚ ਬਹੁਤ ਵੱਡਾ ਹਸਪਤਾਲ, ਇੱਕ ਹਲਕੇ 'ਚ ਇੱਕ ਹਸਪਤਾਲ ਬਣਾ ਕੇ ਦੇਣਾ ਹੈ। ਘੱਟ ਤੋਂ ਘੱਟ ਬਿਮਾਰੀ ਕਰਕੇ ਇਲਾਜ ਨਾ ਹੋਏ ਤੇ ਮੌਤਾਂ ਹੋ ਜਾਣ, ਉਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਸੋ ਇੱਕ ਹਸਪਤਾਲ ਬਹੁਤ ਵੱਡਾ ਹਰ ਅਸੈਂਬਲੀ ਹਲਕੇ ਅਸੀਂ ਬਣਾਵਾਂਗੇ ਤੇ ਇੱਕ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਬਣਾਇਆ ਜਾਊਗਾ, ਜਿਹੜੇ ਹਲਕੇ ਦੇ ਹਸਪਤਾਲਾਂ ਨੂੰ ਚਲਾਊਗਾ। ਘੱਟ ਤੋਂ ਘੱਟ ਤੁਹਾਡਾ ਇਲਾਜ ਆਪਣੇ ਹਲਕੇ ਚੰਗਾ ਹੋ ਜਾਏ। ਬਹੁਤ ਮੈਨੂੰ ਦੱਸਿਆ ਗਿਆ ਨੀਲੇ ਕਾਰਡ ਕੱਟੇ ਗਏ। ਜਦੋਂ ਸਰਕਾਰ ਬਣੀ ਪਹਿਲੇ ਹੀ ਮਹੀਨੇ ਜਿਨ੍ਹਾਂ ਦੇ ਨੀਲੇ ਕਾਰਡ ਕੱਟੇ ਗਏ, ਫਿਰ ਤੋਂ ਬਣਾਏ ਜਾਣਗੇ। ਜਿਹੜੇ ਨੀਲੇ ਕਾਰਡ ਪਰਿਵਾਰ ਹੈ, ਜਿਨ੍ਹਾਂ ਕੋਲ ਨੀਲੇ ਕਾਰਡ ਹੋਣਗੇ, ਉਹਨਾਂ ਦੀ ਜਿਹੜੀ ਮੁੱਖ ਔਰਤ ਹੈ ਘਰ ਚਲਾਉਂਦੀ ਹੈ, ਅਸੀਂ ਐਕਟੀ ਫੈਸਲਾ ਕੀਤਾ 2000 ਰੁਪਇਆ ਮਹੀਨਾ ਉਹਦੇ ਖਾਤੇ 'ਚ ਹਰ ਮਹੀਨੇ ਭੇਜਿਆ ਕਰਾਂਗੇ। ਘੱਟ ਤੋਂ ਘੱਟ ਜਿਹੜੀ ਜ਼ਰੂਰਤ ਹੈ ਉਸ ਔਰਤ ਦੀ, ਉਹ ਆਪਣੇ ਆਪ ਹੀ ਉਹਨਾਂ ਕੋਲ ਆਪਣਾ ਪੈਸਾ ਜ਼ਰੂਰ ਹੋਏ। ਬੋਲੋ ਸੋਨਿਹਾ। ਪਿਛਲੀ ਵਾਰ ਅਸੀਂ ਬਿਜਲੀ ਪੂਰੀ ਕੀਤੀ, ਐਕ ਦੀ ਸਸਤੀ ਕਰਾਂਗੇ। ਪਹਿਲੇ 400 ਯੂਨਿਟ ਸਾਰਿਆਂ ਵਾਸਤੇ, ਭਾਵੇਂ ਐਸਸੀ ਭਾਈਚਾਰਾ, ਭਾਵੇਂ ਬੀਸੀ ਭਾਈਚਾਰਾ, ਭਾਵੇਂ ਜਨਰਲ ਹੈ, ਘਰ ਦੇ ਪਹਿਲੇ 400 ਯੂਨਿਟ ਸਾਰਿਆਂ ਵਾਸਤੇ ਮੁਫਤ ਹੋਣਗੇ। ਉਹਦੇ ਉੱਤੇ ਬਿੱਲ ਆਇਆ ਕਰੂਗਾ। ਅਸੀਂ ਪਿਛਲੀ ਵਾਰ ਤੁਹਾਨੂੰ ਯਾਦ ਹੋਣਾ ਭਾਈ ਕਨਈਆ ਸਕੀਮ ਲਿਆਂਦੀ ਸੀ। ਭਾਈ ਕਨਈਆ ਸਕੀਮ ਲਿਆਂਦੀ ਸੀ ਪਿਛਲੀ ਵਾਰ, ਜਿਹਦੇ ਰਾਹੀਂ 2 ਲੱਖ ਰੁਪਏ ਦਾ ਕਾਰਡ ਬਣਾਇਆ ਗਿਆ ਸੀ, ਜਿੱਥੇ ਮਰਜ਼ੀ ਜਾ ਕੇ ਤੁਸੀਂ ਇਲਾਜ ਕਰਾ ਸਕਦੇ ਹੋ। ਬੜੀ ਕਾਮਯਾਬ ਸੀ, ਪਰ ਕਾਂਗਰਸ ਨੇ ਆ ਕੇ ਉਹ ਬੰਦ ਕਰ ਦਿੱਤੀ। ਅਸੀਂ ਫਿਰ ਤੋਂ ਭਾਈ ਕਨਈਆ ਸਕੀਮ ਲਾਗੂ ਕਰਾਂਗੇ, ਪਰ ਐਕਟੀ ਤੁਹਾਡਾ ਜਿਹੜਾ ਕਾਰਡ ਹੋਊਗਾ 10 ਲੱਖ ਰੁਪਏ ਤੱਕ ਦਾ ਹੋਊਗਾ, ਕਿਤੇ ਮਰਜ਼ੀ ਜਾ ਕੇ ਤੁਸੀਂ ਇਲਾਜ ਕਰਾ ਸਕੋਗੇ। ਬਹੁਤ ਨੌਜਵਾਨ ਬਾਹਰ ਪੜ੍ਹਨਾ ਚਾਹੁੰਦੇ ਹੈ। ਕਈ ਨੌਜਵਾਨ ਦਿੱਲੀ ਕਾਲਜ ਹੈ, ਕੋਈ ਚੰਗੇ ਬੰਬਈ ਕਾਲਜ ਹੈ, ਕੋਈ ਬਾਹਰਲੇ ਮੁਲਕ ਕਾਲਜ ਹੈ। ਉਹਨਾਂ ਵਾਸਤੇ, ਕਿਉਂਕਿ ਬਹੁਤ ਨੌਜਵਾਨਾਂ ਕੋਲ ਪੈਸਾ ਨਹੀਂ ਪਰ ਪੜ੍ਹਨਾ ਚਾਹੁੰਦੇ ਹੈ, ਹੁਣ ਪੈਸੇ ਦੀ ਕਮੀ ਨਹੀਂ ਹੋਊਗੀ। ਅਸੀਂ ਸਟੂਡੈਂਟ ਕਾਰਡ ਸਕੀਮ ਲਿਆਂਦੀ ਹੈ, ਜਿਹਦੇ ਰਾਹੀਂ 10 ਲੱਖ ਰੁਪਏ ਤੱਕ ਤੁਸੀਂ ਕਿਹੜੇ ਮਰਜ਼ੀ ਕਾਲਜ ਹਿੰਦੁਸਤਾਨ 'ਚ ਜਾਂ ਬਾਹਰਲੇ ਮੁਲਕ 'ਚ ਜਿੱਥੇ ਮਰਜ਼ੀ ਐਡਮਿਸ਼ਨ ਲੈਣਾ ਚਾਹੋ, ਉੱਥੋਂ ਦੀ ਚਿੱਠੀ ਲਿਆ ਦਿਓ ਤੇ ਅਸੀਂ 10 ਲੱਖ ਰੁਪਏ ਉਹਨਾਂ ਨੂੰ ਭੇਜ ਦੇਵਾਂਗੇ। ਕੋਈ ਉਹਦਾ ਵਿਆਜ ਨਹੀਂ, ਕੋਈ ਉਹਦਾ ਵਿਆਜ ਨਹੀਂ, ਕੋਈ ਉਹਦੀ ਗਾਰੰਟੀ ਨਹੀਂ। ਜਦੋਂ 4 ਸਾਲ ਬਾਅਦ ਪੜ੍ਹਾਈ ਖਤਮ ਹੋ ਜਾਂਦੀ ਹੈ, ਫਿਰ 15 ਸਾਲਾਂ 'ਚ ਤੁਸੀਂ ਉਹ ਪੈਸਾ ਲਾ ਸਕਦੇ ਹੋ। ਬਹੁਤ ਨੌਜਵਾਨ ਬੱਚੇ ਤੇ ਬੱਚੀਆਂ ਆਪਣਾ ਕੰਮ ਕਰਨਾ ਚਾਹੁੰਦੇ ਆ। ਜਿਵੇਂ ਆਪਣੇ ਪਿੰਡਾਂ 'ਚ ਲੜਕੀਆਂ ਕਈ ਉਹ ਬਿਊਟੀ ਪਾਰਲਰ ਦੀ ਦੁਕਾਨ ਖੋਲਣਾ ਚਾਹੁੰਦੇ ਆ, ਜਾਂ ਕੱਪੜੇ ਸਿਲਾਉਣ ਦੀ ਦੁਕਾਨ ਕਰਨਾ ਚਾਹੁੰਦੇ ਆ, ਤੇ ਅਸੀਂ ਫੈਸਲਾ ਕੀਤਾ ਕਿ ਜਿਹੜੇ ਨੌਜਵਾਨ ਬੱਚੇ ਬੱਚੀਆਂ ਆਪਣਾ ਕੰਮ ਕਰਨਾ ਚਾਹੁੰਦੇ ਆ, 5 ਲੱਖ ਰੁਪਏ ਤੱਕ ਦਾ ਲੋਨ ਪੰਜਾਬ ਕੋਆਪਰੇਟਿਵ ਬੈਂਕ ਤੋਂ ਦਿੱਤਾ ਜਾਊਗਾ, ਪਰ ਉਹਦਾ ਕੋਈ ਵਿਆਜ ਨਹੀਂ ਹੋਊਗਾ। 3 ਸਾਲ ਜਿਹੜੇ
3 ਸਾਲ ਉਹਨਾਂ ਨੇ ਮੋੜਨਾ ਨਹੀਂ, 3 ਸਾਲ ਬਾਅਦ 10 ਸਾਲਾਂ 'ਚ ਮੋੜ ਸਕਦੇ ਆ। ਬਹੁਤ ਪਿੰਡਾਂ ਛੋਟੇ ਦੁਕਾਨਦਾਰ ਹੈ, ਉਹਨਾਂ ਵਾਸਤੇ ਅਸੀਂ ਲੈ ਕੇ ਆਏ, ਸ਼ਹਿਰਾਂ 'ਚ ਵੀ ਦੁਕਾਨਦਾਰ ਹੈ ਕਿ ਕਈ ਵਾਰ ਦੁਕਾਨਦਾਰ ਦਾ ਵਿਚਾਰੇ ਤਾਂ ਜਾਨ ਚਲੇ ਜਾਂਦੀ ਹੈ, ਉਹਦਾ ਹੁਣ ਜਾਨ ਦਾ ਬੀਮਾ ਅਸੀਂ ਕਰਨ ਲੱਗੇ ਹਾਂ ਕਿ 10 ਲੱਖ ਰੁਪਏ ਤੱਕ ਜੇ ਉਹਦੀ ਜਾਨ ਚਲੀ ਜਾਏ, ਐਕਸੀਡੈਂਟ ਰਾਈ ਜਾਂ ਬਿਮਾਰੀ ਕਰੀ, 10 ਲੱਖ ਪਰਿਵਾਰ ਨੂੰ ਮਿਲ ਜੂਗਾ। ਉਹਦੇ ਵਾਸਤੇ 10 ਲੱਖ ਦਾ ਸਿਹਤ ਕਾਰਡ ਵੀ, ਜੇ ਇਲਾਜ ਕਰਨ ਦਾ ਇਲਾਜ ਵੀ ਕਾਰਡ ਵੀ ਉਹ ਦਿੱਤਾ ਜਾਊਗਾ। ਜੇ ਅੱਗ ਲੱਗ ਕੇ ਕੋਈ ਨੁਕਸਾਨ ਹੁੰਦਾ ਹੈ, ਉਹਦਾ ਵੀ 10 ਲੱਖ ਤੱਕ ਦਾ ਮੁਆਵਜ਼ਾ ਇੰਸ਼ੋਰੈਂਸ ਕੰਪਨੀ ਦਿੱਤਾ ਜਾਊਗਾ। ਇੱਕ ਅਸੀਂ ਫਸਲ ਦਾ ਬੀਮਾ ਸਕੀਮ ਐਕਟੀ ਲੈ ਕੇ ਆ ਰਹੇ ਹਾਂ। ਬਹੁਤ ਵਾਰ ਦੇਖਿਆ ਗੜੇ ਕਾਰਨ, ਬਿਮਾਰੀਆਂ ਕਾਰਨ ਫਸਲ ਤਬਾਹ ਹੋ ਜਾਂਦੀ ਹੈ। 50,000 60,000 ਕਿੱਲੇ ਦੀ ਫਸਲ ਖਤਮ, ਸਰਕਾਰਾਂ ਕੋਈ ਮੁਆਵਜ਼ਾ ਦਿੰਦੇ ਨਹੀਂ। ਬਾਦਲ ਸਾਹਿਬ ਤਾਂ ਮੁਆਵਜ਼ਾ ਦਿੰਦੇ ਸੀ, ਪਰ ਕਾਂਗਰਸੀਆਂ ਨੇ ਇੱਕ ਵਾਰ ਵੀ ਨਹੀਂ ਦਿੱਤਾ 5 ਸਾਲਾਂ 'ਚ। ਪਰ ਹੁਣ ਅਸੀਂ ਬੀਮਾ ਹੀ ਕਰ ਦੇਣਾ ਫਸਲਾਂ ਦਾ, ਤੇ ਉਹਦੇ ਨਾਲ ਕੀ ਹੈ 50,000 ਰੁਪਏ ਕਿੱਲੇ ਦਾ ਬੀਮਾ ਇੱਕ ਫਸਲ ਦਾ ਕੀਤਾ ਜਾਊਗਾ। ਜੇ ਕੋਈ ਨੁਕਸਾਨ ਹੁੰਦਾ ਹੈ ਤੇ ਉਹਦਾ ਮੁਆਵਜ਼ਾ ਮਿਲ ਦੂਗਾ। ਤੇ ਜਿਹੜਾ ਬਾਰਡਰ ਦਾ ਇਲਾਕਾ ਹੈ, ਇਸ ਬਾਰਡਰ ਦੇ ਇਲਾਕੇ ਉੱਤੇ, ਪੂਰੇ ਪੰਜਾਬ ਦੇ ਬਾਰਡਰ ਦਾ ਇਲਾਕਾ ਤੇ ਕੰਢੀ ਏਰੀਏ ਵਾਸਤੇ ਸਪੈਸ਼ਲ ਇੰਡਸਟਰੀ ਇਨਸੈਂਟਿਵ ਦੇਵਾਂਗੇ ਕਿ ਇੱਥੇ ਕਾਰਖਾਨੇ ਲੱਗਣ, ਇੱਥੇ ਹੀ ਨੌਕਰੀਆਂ ਮਿਲਣ। ਮੈਂ ਆ ਵੀ ਸੋਚ ਰਿਹਾ ਕਿ ਸਰਕਾਰੀ ਭਰਤੀ ਵਿੱਚ ਵੀ ਜਿਹੜੇ ਬਾਰਡਰ ਤੇ ਕੰਢੀ ਏਰੀਆ ਉਹਨਾਂ ਵਾਸਤੇ ਕੋਈ ਰਿਜ਼ਰਵੇਸ਼ਨ ਰੱਖੀ ਜਾਏ, ਕਿਉਂਕਿ ਆ ਲੋਕਾਂ ਨੂੰ ਬਹੁਤ, ਬਾਕੀ ਪੰਜਾਬ ਨੂੰ ਬਹੁਤ ਘੱਟ ਸਹੂਲਤਾਂ ਮਿਲ ਰਹੀਆਂ। ਸੋ ਮੈਂ ਬਾਰਡਰ ਦੇ ਇਲਾਕਿਆਂ ਨੂੰ ਕਹਿਣਾ ਚਾਹੁੰਦਾ, ਦੇਖੋ ਜਿਸ ਇਲਾਕੇ ਦਾ ਮੁੱਖ ਮੰਤਰੀ ਹੈ ਉਸ ਇਲਾਕੇ ਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ, ਫੈਸਲਾ ਤੁਸੀਂ ਕਰਨਾ ਹੈ। 4 ਪਾਰਟੀਆਂ ਮੈਦਾਨ 'ਚ ਹੈ, ਚਾਰਾਂ 'ਚੋਂ ਕੱਲੀ ਇੱਕ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਹੈ, ਸਾਰੇ ਬਾਹਰ ਦੇ ਹੈ। ਸਾਰਿਆਂ ਨੂੰ ਹੁਕਮ ਦਿੱਲੀੋਂ ਆਉਂਦੇ ਆ। ਕਾਂਗਰਸ ਨੂੰ ਸੋਨੀਆ ਗਾਂਧੀ ਦੇ ਦਰਵਾਜ਼ੇ 'ਤੇ ਕਾਂਗਰਸੀ ਖੜੇ ਰਹਿੰਦੇ ਆ, ਟਿਕਟ ਦਾ ਵੀ ਨਹੀਂ ਪਤਾ ਨਹੀਂ ਮਿਲਣੀ ਹੈ ਕਿ ਨਹੀਂ ਮਿਲਣੀ, ਉਹ ਵੀ ਫੈਸਲਾ ਸ਼੍ਰੋਮਣੀ ਸੋਨੀਆ ਗਾਂਧੀ ਕਰਦੀ ਹੈ। ਉਵੇਂ ਆਮ ਆਦਮੀ ਪਾਰਟੀ ਹੈ, ਆਮ ਆਦਮੀ ਪਾਰਟੀ ਵੀ ਫੈਸਲਾ ਕੇਜਰੀਵਾਲ ਦੇ ਦਰਵਾਜ਼ੇ ਤੇ ਹੁੰਦਾ, ਤੇ ਬੀਜੇਪੀ ਦਾ ਫੈਸਲਾ ਦਿੱਲੀ ਅਮਿਤ ਸ਼ਾਹ ਤੇ ਮੋਦੀ ਕਰਦੇ ਆ। ਦੇਖੋ ਜਿਹੜੇ ਪੰਜਾਬ ਦੀਆਂ ਉਹਨਾਂ ਦੇ ਯੂਨਿਟ ਹੈ, ਉਹਨਾਂ ਦੀ ਹਿੰਮਤ ਨਹੀਂ ਕਿ ਦਿੱਲੀ ਦੇ ਹੁਕਮਰਾਨਾਂ ਨੂੰ ਕੋਈ ਨਾ ਕਰ ਸਕਣ। ਹੁਣੀ ਕਾਲੇ ਕਾਨੂੰਨ ਇੱਥੇ ਬਣੇ, ਦਿੱਲੀ ਕਾਂਗਰਸ ਬੀਜੇਪੀ ਸਰਕਾਰ ਨੇ ਬਣਾਏ, ਪੰਜਾਬ ਦੀ ਬੀਜੇਪੀ ਦੇ ਲੀਡਰ ਨਾਲ ਹਿੰਮਤ ਨਹੀਂ ਸੀ ਕਿ ਆਵਾਜ਼ ਉਠਾ ਸਕਣ, ਕਿਉਂਕਿ ਉਹਨਾਂ ਨੂੰ ਸਾਰਾ ਕੁਝ ਤਾਕਤ ਦਿੱਲੀੋਂ ਮਿਲਦੀ ਹੈ। ਇਸ ਕਰਕੇ ਆਪਣੇ ਆਪਣੇ ਹੀ ਹੈ। ਕੇਜਰੀਵਾਲ ਦੇਖ ਲਓ, ਕਹਿੰਦਾ ਕੰਧਾਂ 'ਚ ਲਿਖਿਆ ਕੇਜਰੀਵਾਲ ਨੂੰ ਇੱਕ ਮੌਕਾ ਦਿਓ। ਪਿਛਲੀ ਵਾਰ 5 ਸਾਲ ਪਹਿਲੇ ਵੀ ਕੇਜਰੀਵਾਲ ਦੇ ਉਮੀਦਵਾਰ ਆਏ, ਵੋਟਾਂ ਲਿੱਤੀਆਂ। ਕੀ ਉਹ ਉਮੀਦਵਾਰ ਇੱਕ ਵਾਰ ਵੀ ਤੁਹਾਡਾ ਧੰਨਵਾਦ ਕਰਨਗੇ? ਕੀ ਪਿਛਲੇ 5 ਸਾਲ 'ਚ ਇੱਕ ਵਾਰ ਵੀ ਤੁਹਾਡੇ ਦੁੱਖ ਸੁੱਖ 'ਚ ਆਏ? ਕੇਜਰੀਵਾਲ ਆਪ ਪਿਛਲੇ 5 ਸਾਲਾਂ 'ਚ ਪੰਜਾਬ 'ਚ ਆਇਆ? ਕਿਤੇ ਤੁਹਾਡੇ ਕਰੋਨਾ ਦੀ ਬਿਮਾਰੀ 'ਚ ਤੁਹਾਡਾ ਦੁੱਖ ਸੁੱਖ ਪਤਾ ਕਰਨ ਵਾਸਤੇ ਆਇਆ? ਜੇ ਕੋਈ ਗਿਆ, ਜੇ ਕਿਸੇ ਨੇ ਸੇਵਾ ਕੀਤੀ, ਲੰਗਰ ਸੇਵਾ ਤੋਂ ਲੈ ਕੇ ਦਵਾਈਆਂ ਦੀ ਸੇਵਾ ਤੋਂ ਲੈ ਕੇ ਹਸਪਤਾਲ ਖੋਲੇ ਐਚਪੀਸੀ ਦੇ ਤੇ ਸ਼੍ਰੋਮਣੀ ਅਕਾਲੀ ਦਲ ਨੇ। ਅਸੀਂ ਤਾਂ ਦਿੱਲੀ ਜਾ ਕੇ, ਜਿੱਥੇ ਕੇਜਰੀਵਾਲ ਦਾ ਆਪਣਾ ਰਾਜ ਹੈ, ਉੱਥੇ ਜਾ ਕੇ ਵੀ ਅਸੀਂ ਹਸਪਤਾਲ ਖੋਲੇ, ਦਵਾਈਆਂ ਦਿੱਤੀਆਂ, ਪਰ ਕੇਜਰੀਵਾਲ ਨੂੰ ਕੋਈ ਪਰਵਾਹ ਨਹੀਂ, ਕੋਈ ਫਿਕਰ ਨਹੀਂ। ਹੁਣ ਵੀ ਕਹਿੰਦੇ ਕੇਜਰੀਵਾਲ ਨੂੰ ਮੌਕਾ ਦਿਓ। ਕਿਤੇ ਬਾਰਡਰ ਤੇ ਆਇਆ, ਕਿਤੇ ਉਹਨੂੰ ਪਤਾ ਕੀ ਤਕਲੀਫ ਹੈ, ਕਿਤੇ ਉਹਨੂੰ ਪਤਾ ਕਿ ਲੋਕਾਂ ਦੀਆਂ ਕੀ ਸਮੱਸਿਆ ਹੈ। ਆ ਸਾਡੇ ਨਾਲ ਪਿਛਲੀ ਵਾਰ ਭਗਵੰਤ ਮਾਨ, ਜਿਹਨੂੰ ਕਹਿੰਦੇ ਚੀਫ ਮਿਨਿਸਟਰ ਬਣਾ ਲਓ, ਆ ਭਗਵੰਤ ਮਾਨ ਜਲਾਲਾਬਾਦ ਤੋਂ ਲੜਿਆ ਸੀ, ਵੋਟਾਂ ਲੈ ਲੀਆਂ, ਇੱਕ ਵਾਰ ਵੀ ਧੰਨਵਾਦ ਕਰਨੀ ਆਇਆ, ਇੱਕ ਵਾਰ 5 ਸਾਲਾਂ 'ਚ ਨਹੀਂ ਆਇਆ। ਅੱਜ ਤੁਹਾਡੇ ਅਕਾਲੀ ਲੀਡਰ ਮੰਗਾਉਣੇ ਹੀ ਹੈ, ਆਹ ਦਾ ਦਾਅ ਦੇਖਣਾ ਚਾਹੁੰਦੇ ਆ। ਕੇਜਰੀਵਾਲ ਕਹਿੰਦਾ ਕੁਛ ਹੈ, ਕਰਦਾ ਕੁਛ ਹੈ। ਦਿੱਲੀ ਜਾ ਕੇ ਸੁਪਰੀਮ ਕੋਰਟ 'ਚ ਇਹਨੇ ਦਰਖਾਸਤ ਦਿੱਤੀ ਹੈ ਕਿ ਪੰਜਾਬ ਦਾ ਪਾਣੀ ਜਿਹੜਾ ਇਸ ਵੇਲੇ ਨਹਿਰ ਕੱਢੋ, ਸਾਨੂੰ ਦਿੱਲੀ ਚਾਹੀਦਾ ਹੈ। ਜੇ ਕੇਜਰੀਵਾਲ ਨੂੰ ਮੌਕਾ ਮਿਲ ਗਿਆ ਨੇ ਪਾਣੀ ਲੈ ਜਾਣਾ, ਫਿਰ ਤੁਹਾਡੇ ਨਾ ਟਿਊਬਵੈਲ ਕੰਮ ਦੇ, ਨਾ ਕੱਸੀਆਂ ਕੰਮ ਦੀਆਂ।
ਆ ਜਿਹੜੇ ਕੇਜਰੀਵਾਲ ਨੇ ਹੁਣੀ ਸਾਲ ਪਹਿਲੇ ਸੁਪਰੀਮ ਕੋਰਟ ਲਿਖਿਆ ਕਿ ਥਰਮਲ ਪਲਾਂਟ ਪੰਜਾਬ ਦੇ ਬੰਦ ਕਰੋ, ਧੂਆਂ ਆਉਂਦਾ ਹੈ। ਕਹਿੰਦੇ ਜਿਹੜੇ ਪਰਾਲੀ ਸਾੜਦੇ ਆਗੂ ਨੇ ਪਰਚੇ ਤੋਂ ਜੁਰਮਾਨੇ ਕਰੋ। ਹੁਣ ਇਹ ਜਿਹਾ ਬੰਦਾ ਤੁਸੀਂ ਬਣਾਓਗੇ ਜਿਹੜੇ ਤੁਹਾਡੇ ਪਗੜੀ ਲੱਗੇ, ਕਹਿੰਦਾ ਕੁਛ ਕਰਦਾ ਕੁਛ। ਹੁਣ ਇਹਨੇ ਬਿਆਨ ਦੇਤਾ ਕਿ ਮੈਂ ਗਰੰਟੀ ਦਿੰਦਾ ਕਿ ਮੈਂ 1000 ਰੁਪਇਆ ਹਰ ਔਰਤ ਨੂੰ ਦਊਂਗਾ। ਕੇਜਰੀਵਾਲ ਸਾਹਿਬ, ਤੁਸੀਂ ਦਿੱਲੀ ਦੇ ਮੁੱਖ ਮੰਤਰੀ ਹੋ, 10 ਸਾਲ ਹੋ ਗਏ, 1 ਰੁਪਇਆ ਦਿੱਤਾ ਕਿਸੇ ਔਰਤ ਨੂੰ ਪਿਛਲੇ 10 ਸਾਲਾਂ 'ਚ? ਅੱਜ ਵੀ ਦੇ ਦਿਓ। ਅੱਜ ਵੀ ਨਹੀਂ ਦਿੱਤਾ। ਜਿੱਥੇ ਦੇ ਸਕਦਾ ਉੱਥੇ ਦਿੱਤੇ ਨਹੀਂ, ਤੇ ਕਹਿੰਦਾ ਪੰਜਾਬ ਜਾ ਕੇ ਦਊਂਗਾ, ਗਰੰਟੀ ਦਿੰਦਾ। ਫਿਰ ਆ ਕੇ ਕਹਿੰਦਾ ਮੈਂ ਕੱਚੇ ਮੁਲਾਜ਼ਮ ਪੱਕੇ ਕਰ ਦੂੰ। ਦਿੱਲੀ 10 ਸਾਲ ਹੋ ਗਏ ਧੱਕੇ ਖਾਂਦੇ ਨੂੰ, ਮੁਲਾਜ਼ਮਾਂ ਨੂੰ ਹਾਲੇ ਤੱਕ ਪੱਕੇ ਨਹੀਂ ਹੋਏ। ਸੋ ਇਹ ਜੇ ਲੋਕ ਜੋ ਕਹਿੰਦੇ ਕੁਛ ਕਰਦੇ ਕੁਛ, ਉਹਨਾਂ ਦਾ ਕਿਵੇਂ ਉਹਨਾਂ ਦੀ ਗੱਲ ਸੁਣ ਸਕਦੇ ਆਪਾਂ? ਹੁਣ ਦਵਿੰਦਰਪਾਲ ਭੁੱਲਰ ਜੀ ਦੀ ਕੈਦ ਪੂਰੀ ਹੋ ਗਈ, ਉਹਨੂੰ ਤਾਂ ਛੱਡ ਨਹੀਂ ਰਿਹਾ। ਕਾਨੂੰਨ ਹੈ ਕਿ ਛੱਡਣਾ ਪੈਣਾ, ਪਰ ਨਹੀਂ, ਇਹਦਾ ਦਿਲੋਂ ਲਗਾਈ ਨਹੀਂ ਤੁਹਾਡੇ ਪ੍ਰਤੀ। ਆ ਤਾਂ ਐ ਕਬਜ਼ਾ ਕਰਨਾ ਚਾਹੁੰਦਾ ਜਿਵੇਂ ਗੋਰੇ ਆਏ ਸੀ ਆਪਣੇ ਦੇਸ਼, ਕਬਜ਼ਾ ਕਰਕੇ ਲੁੱਟ ਕੇ ਲੈ ਗਏ। ਹੁਣ ਜਿਹੜੀ ਇਸ਼ਤਿਹਾਰ ਤੁਸੀਂ ਦੇਖੇ ਪਿਛਲੇ 2 ਸਾਲਾਂ 'ਚ ਟੀਵੀ ਤੇ ਇਹਨਾਂ ਦੀ ਐਡ ਦੇਖੀਆਂ, ਸਾਰੀਆਂ ਦਿੱਲੀ ਸਰਕਾਰ ਦਾ ਪੈਸਾ ਸੀ। ਪੰਜਾਬ ਦੇ ਇਲੈਕਸ਼ਨ ਵਾਸਤੇ, ਵੋਟਾਂ ਲੈਣ ਵਾਸਤੇ ਇੱਥੇ ਵਰਤਿਆ ਗਿਆ। ਜੇ ਪੰਜਾਬ ਦੀ ਵੀ ਸਰਕਾਰ ਆ ਗਈ, ਫਿਰ ਪੰਜਾਬ ਦਾ ਪੈਸਾ ਵੀ ਵਰਤੂਗਾ ਦੂਜੇ ਸੂਬਿਆਂ 'ਚ ਇਲੈਕਸ਼ਨ ਲੜਨ ਵਾਸਤੇ। ਅਸੀਂ ਤੁਹਾਡੇ 'ਚ ਰਹਿਣ ਵਾਲੇ ਹਾਂ, ਅਸੀਂ ਜ਼ਬਾਨ ਦੇ ਪੱਕੇ ਹਾਂ। ਅਸੀਂ ਜੋ ਕਿਹਾ ਕੀਤਾ ਹੈ। ਮੇਰੇ ਬਾਰੇ ਤੁਸੀਂ ਜਾਣਦੇ ਹੋ। ਆ ਗਵਾਂਢ ਜਲਾਲਾਬਾਦ ਹੈ, 7 ਸਾਲ ਪਹਿਲੇ, 10 ਸਾਲ 12 ਸਾਲ ਪਹਿਲੇ ਜਦੋਂ ਮੈਂ ਪਹਿਲੇ ਆਇਆ ਸੀ, ਕੀ ਹਾਲ ਸੀ ਉੱਥੇ? ਤੁਸੀਂ ਪਿੰਡ 'ਚ ਜਾ ਨਹੀਂ ਸਕਦੇ ਸੀ, ਨਾ ਸਕੂਲ ਸੀ, ਨਾ ਵਾਟਰ ਵਰਕ ਸੀ, ਨਾ ਕੁਛ ਸੀ। ਮੈਂ ਉਹਨਾਂ ਨਾਲ ਵਾਅਦਾ ਕੀਤਾ ਕਿ ਤੁਹਾਡੇ ਆਪਣੇ ਹਲਕੇ ਦਾ ਨਕਸ਼ਾ ਬਦਲ ਦੂੰਗਾ। ਬਦਲ ਦਿੱਤਾ ਕਿ ਨਹੀਂ? ਉਵੇਂ ਹੀ ਮੈਂ ਕਹਿਣਾ ਚਾਹਣਾ ਆ ਤੁਸੀਂ ਮੈਨੂੰ ਮੌਕਾ ਦਿੱਤਾ, ਮੈਂ ਪਾਰਲੀਮੈਂਟ ਦਾ ਮੈਂਬਰ ਹਾਂ। ਸਾਡੇ ਪਰਿਵਾਰ ਦਾ ਕੋਈ ਨਾ ਕੋਈ ਜੀ ਇੱਥੇ ਤੁਹਾਡੀ ਅਗਵਾਈ ਕਰਦਾ ਰਹੂਗਾ, ਤੁਹਾਡੀ ਸੇਵਾ ਕਰਦਾ ਰਹਿਣਾ। ਜੋ ਨੇੜਤਾ ਤੁਸੀਂ ਮੇਰੇ ਨਾਲ ਕਰ ਸਕਦੇ ਹੋ, ਭਗਵੰਤ ਮਾਨ ਨਾਲ ਕਰ ਸਕਦੇ ਹੋ, ਜਾਂ ਚੰਨੀ ਨਾਲ ਕਰ ਸਕਦੇ ਹੋ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਬਾਰਡਰ ਦੀ ਸਮੱਸਿਆ ਕੀ ਹੈ। ਇਸ ਕਰਕੇ ਬਾਰਡਰ ਵਾਲਿਓ, ਜੇ ਆਪਣੀ ਕਿਸਮਤ ਬਦਲਣੀ ਹੈ, ਇਸ ਇਲਾਕੇ 'ਚ ਖੁਸ਼ਹਾਲੀ ਲੈ ਕੇ ਆਉਣੀ ਹੈ, ਇਸ ਇਲਾਕੇ 'ਚ ਇੰਡਸਟਰੀ ਲੈ ਕੇ ਆਉਣੀ ਹੈ, ਜੇ ਇਸ ਇਲਾਕੇ ਹਸਪਤਾਲ, ਲੜਕੀਆਂ ਦਾ ਸਕੂਲ, ਲੜਕੀਆਂ ਦੇ ਕਾਲਜ, ਨਹਿਰੀ ਪਾਣੀ, ਪਾਈਪਾਂ ਸਿਸਟਮ, ਟਿਊਬਵੈਲ ਕਨੈਕਸ਼ਨ, ਢਾਣੀਆਂ ਤੱਕ ਸੜਕਾਂ, ਤੇ ਇੱਕੋ ਹੀ ਨਿਸ਼ਾਨਾ ਹੈ, ਤੱਕੜੀ ਚੋਂ ਨਿਸ਼ਾਨਾ ਹੈ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਮੈਨੂੰ ਮਨਪ੍ਰੀਤ ਕੌਰ ਨੂੰ ਦਿਓ ਇਜਾਜ਼ਤ ਤੇ ਹੋਰ ਵਧੇਰੇ ਖਬਰਾਂ ਲਈ ਜੁੜੇ ਰਹੋ ਇੰਡੀਆ ਪਲੱਸ USA ਦੇ ਨਾਲ। ਸਤਿ ਸ਼੍ਰੀ ਅਕਾਲ।